ਇੱਕ ਬੋਲ ਵੀ ਨਾ ਮੈਂ ਉਹਦੇ ਨਾਲ ਬੋਲਿਆ। ਪੁੱਛਦਾ ਸੀ, ਤੂੰ ਕੌਣ ਹੈ ਬੀਬੀ? ਮੈਂ ਉਹਨੂੰ ਕੀ ਦੱਸਦੀ ਮੈਂ ਕੌਣ ਆ? ਮੇਰੀ ਵਿਆਖਿਆ ਨੂੰ ਕੌਣ ਬੋਲ ਕੇ ਦੱਸ ਸਕਦਾ ਹੈ? ਕਦੇ ਸੁੱਤਿਆਂ ਬੈਠਿਆਂ ਉਹਨੂੰ ਮੇਰਾ ਰੋਂਦਾ ਮੂੰਹ ਯਾਦ ਆਵੇਗਾ। ਉਹ ਸੋਚੇਗਾ ਮੈਂ ਕੌਣ ਸਾਂ। ਫਿਰ ਖੌਰੇ ਉਹਨੂੰ ਕੋਈ ਭੁੱਲੀ ਹੋਈ ਕਹਾਣੀ ਚੇਤੇ ਆ ਜਾਵੇਗੀ। ਉਹਦੀ ਮੋਈ ਹੋਈ ਪੂਰੋ ਉਹਨੂੰ ਚੇਤੇ ਆ ਜਾਵੇਗੀ। ਫਿਰ ਖੌਰੇ ਉਹਦੀਆਂ ਅੱਖਾਂ ਵਿੱਚ ਵੀ ਇੱਕ ਅੱਥਰੂ ਟਹਿ ਪਵੇਗਾ। ਫਿਰ ਪੂਰੂ ਸੋਚਦੀ ਹੈ, ਕਦੇ ਮੈਂ ਵੀ ਉਸ ਸ਼ਹਿਜ਼ਾਦੀ ਵਾਕਰ ਅਨਾਰ ਦਾ ਬੂਟਾ ਬਣ ਸਕਦੀ, ਉਹਦੇ ਖੇਤਾਂ ਵਿੱਚ ਉੱਗ ਖਲੋਦੀ, ਉਹ ਮੇਰੇ ਅਨਾਰ ਨੂੰ ਤੋੜਦਾ, ਫਿਰ ਮੈਂ ਅਨਾਰਾਂ ਵਿੱਚੋਂ ਬੋਲਦੀ। ਖੌਰੇ ਇਹ ਕਿਹੜੇ ਜ਼ਮਾਨੇ ਦੀਆਂ ਗੱਲਾਂ ਨੇ, ਅੱਜ ਕੱਲ੍ਹ ਤੇ ਕੋਈ ਬੂਟਾ ਨਹੀਂ ਬਣਦਾ। ਰਾਤ ਦਾ ਪਿਛਲਾ ਪਹਿਰ ਅਜੇ ਸਵੇਰ ਨਹੀਂ ਸੀ ਬਣਿਆ। ਪੂਰੋ ਨੂੰ ਜਿਵੇਂ ਕੋਈ ਹੱਥ ਫੜ ਕੇ ਮੰਜੀ ਤੋਂ ਉਠਾ ਦਿੰਦਾ ਹੈ। ਉਹ ਬਾਹਰ ਪੈਲੀਆਂ ਨੂੰ ਚਲੀ ਗਈ। ਰਾਤ ਦੇ ਹਨੇਰਿਆਂ ਵਿੱਚ ਹੀ ਉਸਨੇ ਉਹ ਕਿੱਕਰ ਪਛਾਤਾ ਜਿੱਥੇ ਕੱਲ੍ਹ ਲੋਡੇ ਵੇਲੇ ਰਾਮਚੰਦ ਉਹਦੇ ਸਾਹਮਣੇ ਖਲੋਤਾ ਰਿਹਾ ਸੀ। ਪੂਰੋ ਨੇ ਉੜ ਕੇ ਉੱਥੋਂ ਹੀ ਉਹਦੇ ਪੈਰਾਂ ਦੀ ਮਿੱਟੀ ਚੁੱਕੀ, ਦੋਵੇਂ ਅੱਖਾਂ ਨੁੱਟੀਆਂ ਤੇ ਮਿੱਟੀ ਦਾ ਬੂਕ ਆਪਣੀਆਂ ਅੱਖਾਂ ਉੱਤੇ ਲਾ ਲਿਆ। ਅੱਖਾਂ ਨਾਲ ਲੱਗੇ ਹੋਏ ਪੂਰੋ ਦੇ ਦੋਵੇਂ ਹੱਥ ਕਿਸੇ ਨੇ ਆਪਣੇ ਹੱਥਾਂ ਵਿੱਚ ਫੜ ਲਏ। ਪੂਰੋ ਨੇ ਤ੍ਰਹਿ ਕੇ ਤੱਕਿਆ। ਰਾਮਚੰਦ ਉਹਦੇ ਸਾਹਮਣੇ ਖਲੋਤਾ ਹੋਇਆ ਸੀ। ਕੀ ਤੂੰ ਪੂਰੋ ਹੈ? ਰਾਮਚੰਦ ਪੁੱਛਦਾ ਪਿਆ ਸੀ। ਸਾਰੀ ਰਾਤ ਇੱਕੋ ਹੀ ਨਾਂ ਮੇਰੇ ਕੰਨਾਂ ਵਿੱਚ ਪਾਉਂਦਾ ਰਿਹਾ ਹੈ। ਸੱਚ ਦੱਸ, ਤੇਰਾ ਨਾਂ ਪੂਰੋ ਹੈ? ਰਾਮਚੰਦ ਨੇ ਫਿਰ ਆਖਿਆ। ਪੂਰੋ ਦਾ ਦਿਲ ਕਹਿੰਦਾ ਸੀ ਉਹ ਰਾਮਚੰਦ ਦੇ ਪੈਰਾਂ ਉੱਤੇ ਟਹਿ ਪਵੇ। ਉਹ ਰੱਜ ਕੇ ਰੋਵੇ ਕਿ ਉਹ ਪੂਰੋ ਸੀ। ਉਹ ਚੀਕ ਕੇ ਆਖੇ ਕਿ ਉਹ ਪੂਰੋ ਸੀ। ਉਹ ਉਸੇ ਦੀ ਪੂਰੋ ਸੀ ਜਿਹਨੂੰ ਉਹਨੇ ਘੋੜੀ ਤੇ ਚੜ੍ਹ ਕੇ ਲੈਣ ਜਾਣਾ ਸੀ। ਉਹ ਉਹੀ ਪੂਰੋ ਸੀ ਜਿਹਦੇ ਨਾਲ ਉਹਨੇ ਪੂਰੀਆਂ 4 ਲਾਵਾਂ ਲੈਣੀਆਂ ਸਨ। ਉਹ ਉਹੀ ਪੂਰੋ ਸੀ ਜਿਹਨੇ ਉਹਦੇ ਘਰ ਡੋਲੀ ਵਿੱਚ ਪਾ ਕੇ ਆਉਣਾ ਸੀ। ਉਹ ਪੂਰੋ ਸੀ, ਪੂਰੋ। ਪੂਰੋ ਦੀ ਜ਼ਬਾਨ ਨੂੰ ਅੱਜ ਵੀ ਕਿਸੇ ਨੇ ਖਿੱਚ ਲਿਆ। ਪੂਰੋ ਇੱਕ ਵੀ ਬੋਲ ਨਾ ਬੋਲ ਸਕੀ। ਰਾਮਚੰਦ ਦੇ ਹੱਥਾਂ ਵਿੱਚੋਂ ਪੂਰੋ ਨੇ ਆਪਣੇ ਦੋਵੇਂ ਹੱਥ ਵਾਪਸ ਲੈ ਲਏ ਤੇ ਉਂਝ ਦੀ ਉਂਝ ਗੁੰਮ ਦੀ ਗੁੰਮ ਪਿਛਾਂਹ ਪਰਤ ਗਈ। ਜੇ ਤੂੰ ਪੂਰੋ ਹੈ, ਮੈਨੂੰ ਇੱਕ ਵਾਰ ਦੱਸ ਜਾ। ਰਾਮਚੰਦ ਨੇ ਪੂਰੋ ਦੀ ਪਿੱਠ ਪਿੱਛੇ 2 ਕਾਲੇ ਕਦਮ ਤੁਰ ਕੇ ਆਖਿਆ। ਮੈਂ ਸਾਰੀ ਰਾਤ ਖੇਤਾਂ ਵਿੱਚ ਰਿਹਾ ਵਾਂ। ਪਤਾ ਨਹੀਂ ਕਿਉਂ ਮੇਰਾ ਦਿਲ ਗਵਾਹੀ ਦਿੰਦਾ ਸੀ ਤੂੰ ਫਿਰ ਆਵੇਂਗੀ। ਮੇਰਾ ਦਿਲ ਗਵਾਹੀ ਦਿੰਦਾ ਹੈ ਤੂੰ ਪੂਰੋ ਹੈ। ਪੂਰੋ ਚੋਰਕਣੀ ਮਾਰ ਗਈ। ਪਤਾ ਨਹੀਂ ਕਿੰਜ ਪੂਰੋ ਦੇ ਮੂੰਹੋਂ ਨਿਕਲਿਆ। ਪੂਰੋ ਪਿਛਾਂਹ ਪਰਤ ਕੇ ਵੀ ਨਾ ਤੱਕੀ। ਪੂਰੋ ਅਗਾਂਹ ਦੀ ਅਗਾਂਹ ਚਲੀ ਗਈ। ਅੱਖਾਂ ਦੀ ਬਲੋਈ ਵਾਲੇ ਸਾਈਂ ਨੂੰ ਸਰਦੀ ਪੁੱਜਦੀ ਸ਼ਰੀਰਨੀ ਚੜ੍ਹਾਈ। ਅੰਮਾਂ ਤੇ ਉਹਦੇ ਬਾਕੀ ਸਾਥੀਆਂ ਨਾਲ ਲੱਦਿਆ ਹੋਇਆ ਯੱਕਾ ਸਵੇਰ ਦੀ ਧੁੰਦ ਚੜ੍ਹਨ ਤੋਂ ਪਹਿਲਾਂ ਸਕੜਿਆਲਿਆਂ ਦੇ ਰਾਹੇ ਪੈ ਗਿਆ। ਇੱਕ ਅੱਗ। ਇੱਕ ਕਰਕੇ ਕਈ ਦਿਨ ਲੰਘ ਗਏ। ਦਿਨ ਕਰਕੇ ਮਹੀਨੇ ਤੇ ਮਹੀਨੇ ਕਰਕੇ ਵਰ੍ਹੇ ਲੰਘ ਗਏ। ਦੁੱਧ ਦੀ ਭਰੀ ਹੋਈ ਕਾੜ੍ਹਨੀ ਨੂੰ ਜਦੋਂ ਪੂਰੋ ਭੜੋਲੀ ਵਿੱਚ ਕਾੜ੍ਹਨਾ ਰੱਖਣ ਲਈ ਸੁੱਕੀਆਂ ਹੋਈਆਂ ਪਾਥੀਆਂ ਜੋੜਦੀ ਤੇ ਸਾਰਾ ਦਿਨ ਭੁੱਖਣ ਵਾਸਤੇ ਪਾਥੀਆਂ ਵਿੱਚ ਨਿੱਕੀ ਨਿੱਕੀ ਅੱਗ ਸੁਲਗ ਪੈਂਦੀ, ਪੂਰੋ ਨੂੰ ਲੱਗਦਾ ਉਹਦੀ ਛਾਤੀ ਦੀ ਅੰਦਰਲੇ ਤਹਿ ਵਿੱਚ ਕੋਲੋ ਦੀ ਇੱਕ ਚੀਗਣ ਪਈ ਹੋਈ ਸੀ, ਜਿਹਦੇ ਨਾਲ ਕਿੰਨੇ ਦਿਨਾਂ ਤੋਂ ਉਹਦੇ ਅੰਦਰ ਕੁਝ ਭੁੱਖਦਾ ਰਹਿੰਦਾ ਸੀ। ਕਦੇ ਪੂਰੋ ਸੋਚਦੀ ਸੀ ਕਿ ਅੱਜ ਕੱਲ੍ਹ ਉਸਦਾ ਖਾਧਾ ਪੀਤਾ ਉਹਦੀ ਛਾਤੀ ਉੱਤੇ ਪਿਆ ਰਹਿੰਦਾ ਹੈ, ਉਹਦੇ ਗਲ ਵਿੱਚ ਕੁਝ ਅੜਿਆ ਰਹਿੰਦਾ ਹੈ। ਉਸਨੇ ਦੇਸੀ ਜਵੈਣ ਦੀਆਂ ਤਲੀਆਂ ਵੀ ਬੈ ਪਾਣੀ ਨਾਲ 2-3 ਦਿਨ ਫਕੀਆਂ। ਕਦੇ ਉਹ ਸੋਚਦੀ ਉਹਦੇ ਅੰਦਰ ਗਰਮੀ ਪੈ ਗਈ ਹੈ। ਉਸਨੇ ਕੱਚੀ ਲੱਸੀ ਦੇ ਕਟੋਰੇ 3-4 ਦਿਹਾੜੇ ਪੀਤੇ। ਕਦੇ ਉਹ ਸੋਚਦੀ ਸੀ ਕਿ ਖੌਰੇ ਉਹਦੀ ਮਾਂ ਰਾਜ਼ੀ ਹੋਵੇ ਸਹੀ, ਪਤਾ ਨਹੀਂ ਉਹਦੇ ਅੰਦਰ ਕਿਉਂ ਅਜਿਹੇ ਵਲੇਟ ਪੈਂਦੇ ਸਨ।
ਇਹਨਾਂ ਹੀ ਦਿਨ ਵਿੱਚ ਇੱਕ ਦਿਹਾੜੇ ਜਦੋਂ ਰਸ਼ੀਦਾ ਘਰ ਆਇਆ, ਉਸਦਾ ਮੂੰਹ ਇੰਜ ਲੱਥਾ ਹੋਇਆ ਸੀ ਜਿਵੇਂ ਕਿਸੇ ਲੰਬੀ ਬਿਮਾਰੀ ਨਾਲ ਉਹਦੇ ਮੂੰਹ ਦੀਆਂ ਹੜਬਾਂ ਨਿਕਲ ਆਈਆਂ ਹੋਣ। ਰਸ਼ੀਦੇ ਨੇ ਦੱਸਿਆ ਪੁੱਛਿਆ ਕੁਛ ਨਾ, ਉਂਝ ਪੂਰੋ ਨਾਲ ਗੱਲ ਕਥ ਵੀ ਕਰਦਾ ਰਿਹਾ, ਜਾਵੇਦ ਨਾਲ ਮਦਰਸੇ ਦੀਆਂ ਗੱਲਾਂ ਵੀ ਕਰਦਾ ਰਿਹਾ, ਨਿੱਕੇ ਨਾਲ ਖੇਡਦਾ ਵੀ ਰਿਹਾ। ਰੋਟੀ ਖਾਂਦੇ ਰਸ਼ੀਦੇ ਦੇ ਮੂੰਹ ਵੱਲ ਤੱਕ ਕੇ ਪੂਰੋ ਨੂੰ ਇੰਝ ਹੀ ਲੱਗੇ ਜਿਵੇਂ ਗਰਾਹੀ ਰਸ਼ੀਦ ਦੇ ਸੰਘੇ ਵਿੱਚੋਂ ਲੈਂਦੀ ਨਹੀਂ ਸੀ। ਪਾਣੀ ਦੀਆਂ ਘੁੱਟਾਂ ਭਰ ਭਰ ਕੇ ਰਸ਼ੀਦੇ ਨੇ ਕੁਝ ਗਰਾਹੀਆਂ ਅੰਦਰ ਕੱਢ ਲਿੱਤੀਆਂ। ਰਸ਼ੀਦੇ ਦਾ ਲੱਥਾ ਹੋਇਆ ਮਨ ਪੂਰੋ ਤੋਂ ਕੁਝ ਨਹੀਂ ਸੀ। ਨਾਲ ਨਾਲ ਡੱਠੀਆਂ ਹੋਈਆਂ ਮੰਜੀਆਂ ਉੱਤੇ ਪੈ ਕੇ ਪੂਰੋ ਨੇ ਰਸ਼ੀਦੇ ਦਾ ਜੀ ਨੂੰ ਫਰੋਲਿਆ। ਅੱਜ ਮੇਰੇ ਪਿੰਡ ਇੱਕ ਬੰਦਾ ਆਇਆ ਹੈ, ਸਾਡੇ ਆਪਣੇ ਖੇਤਾਂ ਦਾ ਬੰਦਾ। ਰਸ਼ੀਦੇ ਨੇ ਘੜੀ ਕੁ ਚੁੱਪ ਰਹਿ ਕੇ ਆਖਿਆ, ਛੋਤੋ ਆਣੀ? ਆਹੋ। ਫੇਰ? ਉਹਨੇ ਦੱਸਿਆ ਕਿ ਸਾਡੀ ਕੱਟੀਆਂ ਹੋਈਆਂ ਫਸਲਾਂ ਦੇ ਬੋਹਣ ਲੱਗੇ ਹੋਏ ਸਨ। ਮਣਾ ਮੂੰਹੀ ਦਾਣੇ ਢੇਰ ਦੇ ਢੇਰ ਪਏ ਹੋਏ ਸਨ। ਫੇਰ ਕਿਸੇ ਨੇ ਰਾਤੋਂ ਰਾਤ ਅੱਗ ਲਾ ਦਿੱਤੀ ਹੈ। ਹੈਂ? ਸਾਰੀ ਫਸਲ ਵਿੱਚੋਂ ਫੱਕਾ ਦਾਣਾ ਨਹੀਂ ਬਚਿਆ। ਕਿਸੇ ਨੇ ਜਾਣ ਬੁੱਝ ਕੇ ਲਾਈ ਹੈ? ਸ਼ੱਕ ਤੇ ਇਹੀ ਹੈ। ਐਡਾ ਕਿਹੜਾ ਹੈ? ਆਂਦਾ ਹੈ ਅੱਗ ਦੀਆਂ ਲੱਟਾਂ ਨਾਲ ਸਾਰਾ ਆਸਮਾਨ ਲਾਲ ਹੋਇਆ ਸੀ। ਫਿਰ ਹੁਣ ਸਾਡਾ ਹਿੱਸਾ ਜੋ ਹੈ ਸੀ ਉਹ ਵਿਚਾਰੇ ਕੀ ਕਰਨਗੇ? ਉਹ ਵਿਚਾਰਿਆਂ ਤੋਂ ਪੂਰੋ ਦੀ ਮੁਰਾਦ ਰਸ਼ੀਦੇ ਦੇ ਵੱਡੇ ਭਰਾ ਤੇ ਚਾਚੇ ਤਾਇਆਂ ਤੋਂ ਸੀ, ਜਿਨ੍ਹਾਂ ਸਾਰਿਆਂ ਦੀ ਸਾਂਝੀ ਫਸਲ ਵਿੱਚ ਹਿੱਸਾ ਸੀ। ਰਸ਼ੀਦਾ ਚੁੱਪ ਕਰ ਰਿਹਾ। ਪੂਰੋ ਵੀ ਜਿਵੇਂ ਦਲੀਲਾਂ ਵਿੱਚ ਪੈ ਗਈ। ਬਾਲ ਸੁੱਤੇ ਪਏ ਸਨ, ਪਰ ਰਸ਼ੀਦੇ ਤੇ ਪੂਰੋ ਦੀਆਂ ਅੱਖਾਂ ਵਿੱਚ ਨੀਂਦਰ ਨਹੀਂ ਸੀ। ਪੂਰੋ ਦੂਜੇ ਦਾ ਘਰ ਫੂਕ ਕੇ ਕਿਸੇ ਨੇ ਕੀ ਲੈਣਾ ਸੀ? ਪੂਰੋ ਨੇ ਕਿਤਨੀ ਵਾਰ ਰਹਿ ਰਹਿ ਕੇ ਆਖਿਆ। ਰਸ਼ੀਦਾ ਚੁੱਪ ਦਾ ਚੁੱਪ ਰਿਹਾ। ਪੂਰੋ ਵਹਿੰਦੀ ਰਹੀ। ਰਸ਼ੀਦਾ ਕਦੇ ਸੱਜਾ ਪਾਸਾ ਪਰਤਦਾ, ਕਦੇ ਖੱਬਾ ਪਾਸਾ ਪਰਤਦਾ ਸੀ। ਕਈ ਵਾਰੀ ਅੱਖੀਆਂ ਵੀ ਮੀਟ ਮੀਟ ਕੇ ਪੈਂਦਾ ਸੀ, ਪਰ ਨੀਂਦਰ ਉਹਦੇ ਨੇੜੇ ਨਹੀਂ ਸੀ ਆਉਂਦੀ। ਕਿਤਨੀ ਵਾਰ ਰਸ਼ੀਦੇ ਨੇ ਉੱਠ ਉੱਠ ਕੇ ਪਾਣੀ ਦੀਆਂ ਚੁੱਲ੍ਹੀਆਂ ਭਰੀਆਂ। ਮੁੰਡੇ ਨੂੰ ਵੱਖਰੀ ਮੰਜੀ ਉੱਤੇ ਪਾ ਦਿੱਤਾ। ਮੈਨੂੰ ਅੱਜ ਇਹਦੇ ਨਾਲ ਸੁੱਤਿਆਂ ਨੀਂਦਰ ਨਹੀਂ ਆਉਂਦੀ, ਰਸ਼ੀਦੇ ਨੇ ਇੱਕ ਵਾਰ ਆਖਿਆ। ਜਾਵੇਦ ਹਮੇਸ਼ਾ ਪਿਓ ਨਾਲ ਸੌਂਦਾ ਹੁੰਦਾ ਸੀ। ਨਿੱਕੇ ਨੂੰ ਪੂਰੋ ਆਪਣੇ ਨਾਲ ਪਾ ਲੈਂਦੀ ਹੁੰਦੀ ਸੀ। ਅੱਗੇ ਕਦੀ ਨਹੀਂ ਸੀ ਰਸ਼ੀਦੇ ਨੇ ਇਸ ਤਰ੍ਹਾਂ ਆਖਿਆ। ਅੱਜ ਪੂਰੋ ਹੈਰਾਨ ਸੀ, ਪਰ ਪੂਰੋ ਨੇ ਚੁੱਪਚਾਪ ਜਾਵੇਦ ਨੂੰ ਚੁੱਕ ਕੇ ਵੱਖਰੀ ਮੰਜੀ ਉੱਤੇ ਪਾ ਦਿੱਤਾ। ਫਿਰ ਵੀ ਕਿੰਨੇ ਕੁ ਚਿਰ ਲੰਘ ਗਿਆ। ਰਸ਼ੀਦੇ ਦੇ ਪਾਸ ਵੀ ਪਰਤ ਪਰਤ ਕੇ ਹੰਭ ਗਏ, ਪਰ ਨੀਂਦਰ ਰਸ਼ੀਦੇ ਦੀਆਂ ਪਲਕਾਂ ਦੇ ਨੇੜੇ ਨਾ ਟੁਕੀ। ਇੱਕ ਉੱਡਦੀ ਗੱਲ ਸੁਣੀ ਹੈ, ਖਬਰ ਨਹੀਂ ਸੱਚ ਹੈ ਕਿ ਝੂਠ? ਪਏ ਪਏ ਰਸ਼ੀਦੇ ਨੇ ਆਖਿਆ। ਕੀ? ਪੂਰੋ ਨੇ ਤ੍ਰਹਿ ਕੇ ਪੁੱਛਿਆ। ਰਸ਼ੀਦਾ ਫਿਰ ਚੁੱਪ ਹੋ ਗਿਆ, ਜਿਵੇਂ ਉਹ ਦਿਲ ਦਾ ਫੈਸਲਾ ਪਿਆ ਕਰਦਾ ਸੀ ਕਿ ਉਹ ਗੱਲ ਪੂਰੋ ਨੂੰ ਦੱਸਣੀ ਚਾਹੀਦੀ ਹੈ ਕਿ ਨਹੀਂ। ਰਸ਼ੀਦੇ ਦੀ ਚੁੱਪ ਲੰਬੀ ਸੀ। ਪੂਰੋ ਆਪਣੀ ਮੰਜੀ ਤੋਂ ਉੱਠ ਕੇ ਰਸ਼ੀਦੇ ਦੀ ਮੰਜੀ ਉੱਤੇ ਆ ਬੈਠੀ। ਸੁਣਿਆ ਹੈ ਪਿੰਡ ਵਿੱਚ ਇੱਕ ਓਪਰਾ ਜਵਾਨ ਆਇਆ ਸੀ। ਉਹ ਬਹੁਤਾ ਕਿਸੇ ਨੂੰ ਮਿਲਿਆ ਗਿਲਿਆ ਨਹੀਂ। ਪਿੰਡ ਦੇ ਇੱਕ ਦੋ ਬੰਦਿਆਂ ਦਾ ਸ਼ੱਕ ਹੈ ਭਈ ਉਹ ਤੇਰਾ ਭਰਾ ਸੀ। ਮੇਰਾ ਭਰਾ? ਪੂਰੋ ਜਿਵੇਂ ਅੰਬੜ ਵਾਹੇ ਬੋਲ ਪਈ। ਕੁਝ ਕਿਹਾ ਨਹੀਂ ਜਾ ਸਕਦਾ। ਮੈਨੂੰ ਤੇ ਪਿੰਡ ਵੀ ਗਿਆ ਕਿੰਨਾ ਕੁ ਚਿਰ ਹੋ ਗਿਆ ਹੈ। ਉਸ ਬੰਦੇ ਦੀ ਜ਼ਬਾਨੀ ਇਹ ਗੱਲਾਂ ਨੇ, ਰਸ਼ੀਦਾ ਕਹਿ ਕੇ ਫਿਰ ਚੁੱਪ ਹੋ ਗਿਆ। ਪੂਰੋ ਦੇ ਸਿਰ ਨੂੰ ਜਿਵੇਂ ਪਉ ਆਉਣ ਲੱਗ ਗਏ। ਮੇਰਾ ਭਰਾ ਹੁਣ ਜਵਾਨ ਹੋ ਗਿਆ ਹੋਣਾ ਹੈ। 10-11 ਵਰ੍ਹੇ ਦਾ ਹੋ ਗਏ ਮੈਨੂੰ ਉਹਦੀ ਸ਼ਕਲ ਵੇਖਿਆ। ਖੌਰੇ ਹੁਣ ਕਿਹੋ ਜਿਹੀ ਉਹਦੀ ਨੁਹਾਰ ਹੈ। ਮੈਂ ਤੇ ਚਾਣਚੱਕੇ ਉਹਨੂੰ ਵੇਖ ਲਵਾਂ ਤਾਂ ਪਛਾਣਾ ਵੀ ਨਾ। ਉਸਦੀ ਮੱਸ ਫੁੱਟੀ ਹੋਣੀ ਹੈ। 9 ਵਰ੍ਹਿਆਂ ਦਾ ਤਾਂ ਜਾਵੇਦ ਵੀ ਹੁਣ ਹੋਣ ਲੱਗਾ ਹੈ। ਪੂਰੋ ਨੇ ਮਨ ਵਿੱਚ ਕਈ ਗੱਲਾਂ ਪੈਣ ਲੱਗ ਪਈਆਂ। ਰਸ਼ੀਦੇ ਨੇ ਸਿਰਫ ਉਹਨੂੰ ਹੋਰ ਇੰਨਾ ਹੀ ਦੱਸਿਆ ਕਿ ਪੂਰੋ ਹੁਰਾਂ ਦੇ ਪੁਰਾਣੇ ਮਕਾਨ ਬਾਰੇ ਉਹਨੇ ਪਿੰਡ ਦੇ ਕਿਸੇ ਬੰਦੇ ਨੂੰ ਪੁੱਛਿਆ ਸੀ ਕਿ ਇਹ ਘਰ ਕਿਹਦਾ ਸੀ, ਪਰ ਆਪਣੇ ਬਾਰੇ ਉਹਨੇ ਕਿਸੇ ਨੂੰ
ਆਪਣੇ ਮੂੰਹੋਂ ਕੁਝ ਨਹੀਂ ਸੀ ਦੱਸਿਆ। ਲੋਕਾਂ ਦਾ ਸ਼ੱਕ ਹੀ ਸ਼ੱਕ ਸੀ, ਕਿਸੇ ਕੰਨਾਂ ਨਾਲ ਕੁਝ ਨਹੀਂ ਸੀ ਸੁਣਿਆ। ਸੱਚੀ ਉਹ ਪਿੰਡ ਆਇਆ ਹੋਵੇਗਾ। ਉਹਨੂੰ ਮੈਂ ਚੇਤੇ ਆਈ ਹੋਵਾਂਗੀ। ਉਹਦੀ ਭੈਣ, ਉਹਦੀ ਆਪਣੀ ਭੈਣ, ਉਹਦੇ ਆਪਣੇ ਮਾਂ-ਪਿਓ ਦੀ ਜੰਮੀ ਹੋਈ। ਪੂਰੂ ਦੇ ਮਨ ਵਿੱਚ ਕਈ ਕੁਝ ਆਉਣ ਲੱਗਾ। ਪੂਰੂ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਪੂਰੂ ਨੂੰ ਪਲ ਦੀ ਪਲ ਲੱਗੀ ਅੱਗ ਦਾ ਦੁੱਖ ਭੁੱਲ ਗਿਆ। ਸੜੀਆਂ ਹੋਈਆਂ ਕਣਕਾਂ ਦੀ ਸਵਾਹ ਵਿੱਚ ਮਾਂ-ਪਿਓ, ਜਾਈਆਂ ਅੰਦਰਾਂ ਦਾ ਨਿੱਘ ਆਉਣ ਲੱਗ ਪਿਆ। ਪਿਆਰ ਦੀ ਇੱਕ ਰੌਸ਼ਨ ਚੰਗਿੜੀ ਉਹਦੇ ਮਨ ਵਿੱਚ ਚਮਕਣ ਲੱਗ ਪਈ। ਖੌਰੇ ਉਸਨੇ ਅੱਗ ਲਾਈ ਹੈ, ਖੌਰੇ ਆਪਣੇ ਭਰਾ ਹੋਏ ਅੰਦਰ ਦਾ ਗੁਬਾਰ ਕੱਢਣ ਲਈ ਉਹਨੇ ਇਹ ਬਦਲਾ ਲਿਆ ਹੈ। ਉਹਦੀਆਂ ਜਵਾਨ ਜਹਾਨ ਹੱਡੀਆਂ ਵਿੱਚ ਨਵਾਂ ਲੂ ਚੱਲਦਾ ਹੋਵੇਗਾ। ਉਹਨੂੰ ਭੈਣ ਦਾ ਦੁੱਖ ਚੇਤੇ ਆਉਂਦਾ ਹੋਵੇਗਾ। ਮੈਂ ਇੱਕ ਵਾਰ ਜਾ ਕੇ ਉਹਦਾ ਮੂੰਹ ਵੇਖ ਲਵਾਂ, ਖੌਰੇ ਮੇਰੇ ਨਸੀਬਾਂ ਵਿੱਚ ਕੀ ਲਿਖਿਆ ਹੋਇਆ ਹੈ। ਪੂਰੂ ਨੂੰ ਕਈ ਤਰ੍ਹਾਂ ਦੀਆਂ ਸੋਚਾਂ ਸਦਰਾਂ ਆਈਆਂ। ਫਿਰ ਪੂਰੂ ਨੂੰ ਕਈ ਤਰ੍ਹਾਂ ਦੇ ਫਿਕਰ ਪੈ ਗਏ। ਘੜੀ ਕੁ ਪਹਿਲਾਂ ਪੂਰੂ ਦਾ ਸੰਬੰਧ ਉਹਨਾਂ ਨਾਲ ਸੀ ਜਿਨ੍ਹਾਂ ਦਾ ਮਣਾ ਮੂੰਹੀਂ ਅੰਨ ਸੜ ਕੇ ਸਵਾਹ ਹੋ ਗਿਆ ਸੀ। ਇਸ ਘੜੀ ਪੂਰੂ ਦੀ ਅਪੜਤਾ ਉਹਦੇ ਨਾਲ ਹੋ ਗਈ ਸੀ ਜਿਸਨੇ ਸ਼ਾਇਦ ਉਸ ਅੰਨ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਅੱਗੇ ਲਾਟ ਵਾਲਾ ਕਿਤੇ ਹੋ ਵੀ ਨਾ ਹੋਵੇ, ਭਾਵੇਂ ਕਿਸੇ ਹੋਰ ਨੇ ਹੀ ਲਾਈ ਹੋਵੇ ਤੇ ਸ਼ੱਕ ਸ਼ੋਬੇ ਵਿੱਚ ਉਹ ਫੜਿਆ ਜਾਵੇ। ਪੂਰੂ ਦੀਆਂ ਸੋਚਾਂ ਕੋਟ ਚਿੰਤਾ ਬਣ ਗਈਆਂ। ਕੁਝ ਵੀ ਹੋਵੇ, ਉਹ ਭਰਾ ਦੇ ਸਿਰ ਦੀ ਸਲਾਮਤੀ ਚਾਹੁੰਦੀ ਸੀ। ਉਹ ਸੋਚਦੀ ਸੀ ਖੌਰੇ ਉਹਦੇ ਭਰਾ ਦੇ ਮਨ ਵਿੱਚ ਦੁੱਖ ਦੇ ਪਿਆਰ ਦੀ ਕੋਈ ਅੱਗ ਬਲਦੀ ਪਈ ਸੀ। ਉਸੇ ਬਲਦੀ ਅੱਗ ਵਿੱਚ ਉਹਨੇ ਇੱਕ ਤੀਲੀ ਖੇਤਾਂ ਨੂੰ ਲਾ ਛੱਡੀ ਸੀ। ਉਹ ਸੋਚਦੀ ਸੀ ਸ਼ਾਇਦ ਉਹਦੇ ਭਰਾ ਨੂੰ ਇੰਨਾ ਵੀ ਪਤਾ ਨਹੀਂ ਹੋਣਾ ਕਿ ਅੱਜ ਕੱਲ੍ਹ ਰਸ਼ੀਦਾ ਛੋਤੋਹਾਣੀ ਨਹੀਂ ਸੀ ਰਹਿੰਦਾ। ਪੂਰੂ ਨਿਡਾਲ ਜਿਹੀ ਆਪਣੀ ਮੰਜੀ ਉੱਤੇ ਲੰਮੀ ਪੈ ਗਈ। ਖੂਹ ਦੀਆਂ ਟਿੱਡਾਂ ਵਾਂਗੂੰ ਦਲੀਲਾਂ ਉਹਦੇ ਮਨ ਵਿੱਚ ਗਿਰਦੀਆਂ ਰਹੀਆਂ। ਪੂਰੂ ਦੀ ਜਦੋਂ ਅੱਖ ਲੱਗੀ ਹੀ ਅੱਗ ਉਹਦੇ ਸਾਹਮਣੇ ਲੱਗੀ ਹੋਈ ਸੀ। ਘਾਹ ਦੇ ਤਿਣਕਿਆਂ ਤੋਂ ਲੈ ਕੇ ਪਿੱਪਲ ਦੀ ਉਚਾਈ ਤੱਕ ਸਭ ਕੁਝ ਪਿਆ ਸੜਦਾ ਸੀ। ਫਿਰ ਉਸਨੇ ਸੁਪਨੇ ਵਿੱਚ ਵੇਖਿਆ ਇਹ ਸੋਹਣਾ ਜਵਾਨ ਮੁੰਡਾ ਅੱਗ ਦੀਆਂ ਬਲਦੀਆਂ ਲੱਟਾਂ ਕੋਲ ਬਹਿ ਕੇ ਆਪਣੇ ਹੱਥ ਪਿਆ ਸੇਕਦਾ ਸੀ। ਉਹ ਤ੍ਰਿਭਕ ਕੇ ਜਾਗ ਪਈ। ਉਸ ਦਾ ਬੰਦ ਪਿਆ ਦੁਖਦਾ ਸੀ। ਉਸਨੂੰ ਜਾਪਿਆ ਕਿੰਨੇ ਚਿਰਾਂ ਤੋਂ ਉਹਦੀ ਛਾਤੀ ਵਿੱਚ ਜਿਹੜੀ ਤੁਕੀ ਲੱਗੀ ਹੋਈ ਸੀ, ਜਿਹਦੇ ਵਾਸਤੇ ਕਦੇ ਉਹ ਜਵੈਣ ਫੱਕਦੀ ਰਹੀ ਸੀ ਤੇ ਕਦੀ ਉਹ ਕੱਚੀ ਲੱਸੀ ਪੀਂਦੀ ਰਹੀ ਸੀ, ਅੱਜ ਉਹਦੇ ਵਿੱਚੋਂ ਲੰਬੇ ਨਿਕਲੇ ਤੇ ਉਹਦੇ ਪਿੰਡ ਨੂੰ ਪਏ ਲੱਗਦੇ ਸਨ। ਪਰ ਪੂਰੂ ਨੂੰ ਸਮਝ ਨਹੀਂ ਸੀ ਲੱਗਦੀ ਕਿ ਇਸ ਗੱਲ ਵਿੱਚ ਉਹਦੇ ਪਿੰਡ ਨੂੰ ਸੇਕ ਪਿਆ ਲੱਗਦਾ ਸੀ ਕਿ ਭਰਾ ਦੇ ਪਿਆਰ ਦਾ ਨਿੱਘ ਪਿਆ ਆਉਂਦਾ ਸੀ। 1947 ਜਿਵੇਂ ਇੱਕ ਖੱਖੜੀ ਫਾੜੀਆਂ ਹੋ ਜਾਂਦੀ ਹੈ, ਸ਼ਹਿਰ ਵਿੱਚ ਪਿੰਡ ਵਿੱਚ ਲੋਕਾਂ ਨਾਲੋਂ ਲੋਕ ਪਾਟਦੇ ਜਾਂਦੇ ਸਨ। ਜਿਵੇਂ ਉੱਡ ਕੇ ਰਾਵਾਂ ਤੋਂ ਤੂੜਾਂ ਆਉਂਦੀਆਂ ਸਨ, ਲਾਗੇ ਦੀਆਂ ਕਸਬਿਆਂ ਤੋਂ ਖ਼ਬਰਾਂ ਆਉਂਦੀਆਂ, ਆਦਮੀ ਪਏ ਮਰਦੇ ਸਨ, ਘਰਾਂ ਦੇ ਘਰ ਪਏ ਸੜਦੇ ਸਨ, ਗਵਾਂਢੀ ਨੂੰ ਗਵਾਂਢੀ ਪਿਆ ਕੱਪਦਾ ਸੀ, ਰਾਹ ਜਾਂਦੇ ਨੂੰ ਰਾਹ ਜਾਂਦਾ ਵੜ ਜਾਂਦਾ ਸੀ। ਲੋਕਾਂ ਦੀ ਜਾਨ ਸਲਾਮਤ ਨਹੀਂ ਸੀ, ਲੋਕਾਂ ਦੇ ਮਾਲ ਸਲਾਮਤ ਨਹੀਂ ਸਨ। ਪੂਰੂ ਅੱਖਾਂ ਨਾਲ ਵੇਖਦੀ, ਕੰਨਾਂ ਨਾਲੋਂ ਸੁਣਦੀ। ਉਹਦੇ ਆਪਣੇ ਤੇ ਦੁਆਲੇ ਦੇ ਪਿੰਡਾਂ ਵਿੱਚ ਲੋਕੀ ਘਰਾਂ ਵਿੱਚੋਂ ਲੋਇਆ ਪੱਕ ਕੇ ਕੰਠਾ ਕਰਦੇ ਸਨ। ਲੋਕੀ ਆਪਣੇ ਲੋਇਆਂ ਨੂੰ ਸਾਨ ਪਏ ਚੜ੍ਹਵਾਉਂਦੇ ਸਨ। ਲੋਕੀ ਘਰਾਂ ਦੇ ਕੋਠਿਆਂ ਵਿੱਚ ਇੱਟਾਂ ਪਈ ਭਰਦੇ ਸਨ। ਲੋਕੀ ਛਵਿਆਂ ਤੋਂ ਟੋਕੇ ਸਾਂਭ ਕੇ ਅੰਦਰ ਪਏ ਧਰਦੇ ਸਨ। ਇੱਥੇ ਸਾਡਾ ਆਪਣਾ ਰਾਜ ਆਵੇਗਾ, ਇੱਥੇ ਸਾਡੀ ਆਪਣੀ ਹਕੂਮਤ ਹੋਵੇਗੀ। ਜਣਾ ਆਖਦਾ ਸੀ, ਅਸਾਂ ਇੱਥੇ ਹਿੰਦੂ ਦਾ ਬੀ ਵੀ ਨਹੀਂ ਰਹਿਣ ਦੇਣਾ। ਲੋਕੀ ਰਾਵਾਂ ਤੇ ਖਲੋ ਕੇ ਆਖਦੇ ਸਨ। ਕਦੀ ਇਹ ਵੀ ਹੋਈ ਸੁਣੀ ਹੈ? ਪੂਰੂ ਮੁੜ ਕੇ ਸੋਚਦੀ, ਭਲਾ ਇਤਨੀ ਖਟਕਲ ਕਿੱਥੇ ਜਾਏਗੀ? ਪੂਰੂ ਰਹਿ ਕੇ ਸੋਚਦੀ। ਐਵੇਂ ਲੋਕਾਂ ਨੂੰ ਇੱਕ
ਸ਼ੁਦਾ ਆਉਂਦਾ ਏ। ਪੂਰੋ ਕਹਿੰਦੀ ਚਾਹੋ ਦਿਨਾਂ ਦਾ ਝਗੜਾ ਏ, ਆਵੇਗਾ ਤੇ ਟੁਰ ਜਾਵੇਗਾ। ਪਰ ਲੋਕੀ ਸਨ ਕਿ ਜਿਵੇਂ ਕਿਸੇ ਨੂੰ ਹਲਕ ਪਿਆ ਹੋਇਆ ਹੁੰਦਾ ਏ, ਭੈੜੀਆਂ ਗੱਲਾਂ ਹੀ ਕਰਦੇ ਸਨ। ਕਿਤੋਂ ਵੀ ਚੰਗੀ ਸੌਂ ਨਹੀਂ ਸੀ ਆਉਂਦੀ। ਫਿਰ ਪੂਰੋ ਨੇ ਸੁਣਿਆ ਕਿ ਸ਼ਹਿਰਾਂ ਵਿੱਚ ਗਲੀਆਂ ਦੀਆਂ ਗਲੀਆਂ ਲਹੂ ਨਾਲ ਭਰ ਗਈਆਂ ਨੇ, ਬਾਜ਼ਾਰਾਂ ਦੇ ਬਾਜ਼ਾਰ ਮੁਰਦਿਆਂ ਨਾਲ ਵਿਛ ਗਏ ਨੇ। ਮੋਏ ਹੋਏ ਲੋਕਾਂ ਕੋਲ ਬੋਆ ਪਈਆਂ ਆਉਂਦੀਆਂ ਸਨ। ਕੋਈ ਉਹਨਾਂ ਨੂੰ ਸਾੜਦਾ ਫੂਕਦਾ ਨਹੀਂ ਸੀ, ਕੋਈ ਉਹਨਾਂ ਨੂੰ ਦੱਬਣਾ ਰੋੜਦਾ ਨਹੀਂ ਸੀ। ਲੋਕੀ ਆਖਦੇ ਸਨ, ਇੰਨੇ ਮੁਰਦਿਆਂ ਦੀ ਸਰਹਿੰਦੀ ਨਾਲ ਸਾਰੇ ਮੁਲਕ ਵਿੱਚ ਬਿਮਾਰੀ ਪੈ ਜਾਵੇਗੀ। ਫਿਰ ਉਸ ਵਰ੍ਹੇ ਦੀ 15 ਅਗਸਤ ਵੀ ਲੰਘ ਗਈ। ਪੂਰੋ ਦੇ ਪਿੰਡ ਵਿੱਚ ਢੋਲ ਵੱਜੇ, ਸਾਵੇ ਰੰਗ ਦੇ ਚੰਦ ਤਾਰੇ ਵਾਲੇ ਝੰਡੇ ਲੱਗੇ। ਰੋਜ਼ ਮਸੀਤੀ ਇਕੱਠੇ ਹੁੰਦੇ ਤੇ ਪੂਰੋ ਦੇ ਪਿੰਡ ਵਿੱਚ ਸਾਰੀਆਂ ਹਿੰਦੂਆਂ ਦੇ ਮੂੰਹਾਂ ਉੱਤੇ ਜਿਵੇਂ ਕਿਸੇ ਨੇ ਹਲਦੀ ਦਾ ਪੋਚਾ ਫੇਰਿਆ ਹੋਇਆ ਸੀ। ਫਿਰ ਪੂਰੋ ਨੇ ਸੁਣਿਆ ਕਿ ਕੁਝ ਸ਼ਹਿਰਾਂ ਦੀਆਂ ਹੱਦਾਂ ਬਣ ਗਈਆਂ ਸਨ। ਉਰਾੜਲੇ ਪਾਸੇ ਮੁਸਲਮਾਨ ਰਹਿ ਗਏ ਸਨ, ਪਰਲੇ ਪਾਸੇ ਸਾਰੇ ਹਿੰਦੂ ਚਲੇ ਗਏ ਸਨ। ਫਿਰ ਉਸ ਦੇ ਸੁਣਨ ਵਿੱਚ ਆਇਆ, ਪਰਾਲੇ ਪਾਸਿਓਂ ਮੁਸਲਮਾਨ ਮਰਿੰਦੇ ਕੁਟੀਂਦੇ ਪਏ ਆਉਂਦੇ ਸਨ। ਕੋਈ ਉੱਥੇ ਮਰ ਗਏ ਸਨ, ਕੋਈ ਰਾਵਾਂ ਵਿੱਚ ਮਰ ਗਏ ਸਨ, ਕੋਈ ਆ ਕੇ ਮਰਦੇ ਪਏ ਸਨ। ਪੂਰੋ ਦੇ ਕੰਨ ਜਿਵੇਂ ਸੁਣ ਸੁਣ ਕੇ ਪਾਟਦੇ ਪਏ। ਹੁਣ ਉਸ ਨੇ ਸੁਣਿਆ, ਮੁਸਲਮਾਨ ਹਿੰਦੂਆਂ ਦੀਆਂ ਕੁੜੀਆਂ ਨੂੰ ਤੇ ਹਿੰਦੂ ਮੁਸਲਮਾਨ ਦੀਆਂ ਕੁੜੀਆਂ ਨੂੰ ਚੁੱਕ ਚੁੱਕ ਕੇ ਲੈ ਗਏ ਸਨ। ਕਈਆਂ ਨੇ ਘਰੀਂ ਪਾ ਲਈਆਂ ਸਨ, ਕਈਆਂ ਨੇ ਮਾਰ ਛੱਡੀਆਂ ਤੇ ਕਈਆਂ ਨੂੰ ਉਹ ਨੰਗੀਆਂ ਕਰ ਕਰਕੇ ਗਲੀਆਂ ਤੇ ਬਾਜ਼ਾਰਾਂ ਵਿੱਚ ਫਿਰਾਂਦੇ ਪਏ ਸਨ। ਗੁਜਰਾਤ ਦੇ ਉਹਨਾਂ ਪਿੰਡਾਂ ਵਿੱਚ ਜਿਹੜੇ ਪੂਰੋ ਦੇ ਪਿੰਡ ਨੂੰ ਲਾਗ ਚਾਕ ਲੱਗਦੇ ਸਨ, ਸਭਨਾਂ ਤੋਂ ਪਿੱਛੋਂ ਵਾਪਰੀ। ਪੂਰੋ ਦੇ ਆਪਣੇ ਪਿੰਡ ਵਾਲੇ, ਪੂਰੋ ਦੀ ਆਪਣੀ ਬਰਾਦਰੀ ਵਾਲੇ, ਪੂਰੋ ਦੇ ਆਪਣੇ ਰਸ਼ੀਦੇ ਨੂੰ ਛੱਡ ਕੇ ਰਸ਼ੀਦੇ ਦੇ ਸਾਰੇ ਅੰਗ ਸਾਕ ਵੀ ਪੂਤੇ ਹੋਏ ਫਿਰਦੇ ਸਨ। ਪੂਰੋ ਦੀ ਵਾਹ ਨਹੀਂ ਸੀ ਪੈਂਦੀ। ਰਸ਼ੀਦੇ ਦੇ ਵੱਸ ਦੀ ਗੱਲ ਨਹੀਂ ਸੀ ਕਿ ਉਹ ਕਿਸੇ ਨੂੰ ਸਮਝਾਵੇ ਬੁਝਾਵੇ। ਉੜਕ ਉਹਨਾਂ ਦੇ ਲਾਗਲੇ ਪਿੰਡ ਵਿੱਚ ਹਿੰਦੂ ਨੱਸਣ ਲੱਗ ਪਏ। ਉਹਨਾਂ ਦੀਆਂ ਗਾਈਆਂ ਕਲੀਆਂ ਨਾਲ ਬੰਧੀਆਂ ਰਹੀਆਂ। ਉਹਨਾਂ ਦੀਆਂ ਮੱਝਾਂ ਡਾਢਾਂ ਕਰਦੀਆਂ ਰਹੀਆਂ। ਉਹਨਾਂ ਦੇ ਘਰ ਬਰੇ ਭੁੱਖਨੇ ਪਿੱਛੋਂ ਰਹਿ ਗਏ। ਉਹਨਾਂ ਦੀਆਂ ਪੈਲੀਆਂ ਸਾਈਆਂ ਤੇ ਮੂੰਹ ਤੱਕਦੀਆਂ ਰਹੀਆਂ। ਉਹ ਰਾਤ ਬਰਾਤੀ ਭੱਜਦੇ, ਉਹ ਪਿੰਡ ਦੀ ਜੂਹ ਵਿੱਚ ਹੀ ਮਰਿੰਦੇ ਜਾਂਦੇ, ਉਹ ਕੋਹਾਂ ਦੇ ਕੋਹ ਟੁਰ ਟੁਰ ਕੇ ਮੋਏ ਹੋਏ ਲੱਭਦੇ। ਪੂਰੋ ਦੇ ਪਿੰਡ ਵਾਲੇ ਸਾਰੇ ਹਿੰਦੂ ਆਪਣੀ ਇੱਕ ਵੱਡੀ ਹਵੇਲੀ ਵਿੱਚ ਵੜੇ ਹੋਏ ਸਨ। ਕੋਈ ਬੂਹਾ ਬਾਰੀ ਖੋਲ੍ਹ ਕੇ ਬਾਹਰ ਆਉਂਦਾ ਤਾਂ ਅੱਗੋਂ ਉਹਨੂੰ ਮੌਤ ਚੌਪ ਲੈਂਦੀ ਸੀ। ਆਖਦੇ ਸਨ, ਹਵੇਲੀ ਵਿੱਚ ਉਹਨਾਂ ਨੇ ਦਾਣਾ ਫੱਕ ਜੋੜਿਆ ਹੋਇਆ ਸੀ। ਕੋਈ ਹਿੰਦੂ ਬਾਹਰ ਵੇਂਦਾ ਨਹੀਂ ਸੀ, ਕੋਈ ਉਹਨਾਂ ਦੀ ਜਨਾਨੀ ਬਾਹਰ ਵੱਲ ਝਾਕਦੀ ਨਹੀਂ ਸੀ। ਪੂਰੋ ਦੇ ਪਿੰਡ ਵਿੱਚ ਨਿਰੇ ਮੁਸਲਮਾਨ ਰਹਿ ਗਏ ਸਨ। ਹਿੰਦੂ ਪਿੰਡ ਵਿੱਚ ਇੱਕ ਟੱਕੇ ਹੋਏ ਜਾਨਵਰਾਂ ਵਾਂਗੂਰ ਹਵੇਲੀ ਵਿੱਚ ਪਏ ਹੋਏ ਸਨ। ਇੱਕ ਦਿਹਾੜੇ ਉਹਦੇ ਪਿੰਡ ਵਾਲਿਆਂ ਨੇ ਹਵੇਲੀ ਉੱਤੇ ਰਲ ਕੇ ਹਮਲਾ ਕੀਤਾ। ਉਹਨਾਂ ਨੇ ਠਾਣੀ ਸੀ ਕਿ ਉਹ ਹਵੇਲੀ ਵਾਲਿਆਂ ਦੇ ਤੋਹ ਉਡਾ ਦੇਣਗੇ। ਉਹਨਾਂ ਨੇ ਬੰਦ ਘਰਾਂ ਦੇ ਜੰਦਰੇ ਮਰੋੜ ਛੱਡੇ ਸਨ। ਉਹਨਾਂ ਨੇ ਵੱਖੋ ਵੱਖ ਘਰ ਦੀ ਮਾਲਕੀ ਮਿਥ ਲਈ। ਕਦੇ ਕੋਈ ਰਾਤ ਬਰਾਤੀ ਹਵੇਲੀ ਤੋਂ ਲੰਘਦਾ, ਪੂਰੋ ਪਿੰਡ ਵਿੱਚ ਪਈ ਹੋਈ ਉਹਦੀ ਲਾਸ਼ ਵੇਖ ਲੈਂਦੀ। ਇੱਕ ਦਿਹਾੜੇ ਕਿਵੇਂ ਨਾ ਕਿਵੇਂ ਉਹਨਾਂ ਨੇ ਹਵੇਲੀ ਦੇ ਬੂਹੇ ਬਾਰੀਆਂ ਉੱਤੇ ਤੇਲ ਪਾ ਲਿਆ। ਤੇਲ ਨਾਲ ਭਿੱਜੀਆਂ ਹੋਈਆਂ ਬਾਰੀਆਂ ਨੂੰ ਉਹਨਾਂ ਨੇ ਚਵਾਤੀ ਲਾ ਲਈ ਸੀ। ਜਦੋਂ ਹਿੰਦੂ ਮਿਲਟਰੀ ਦੇ ਟਰੱਕ ਉਹਨਾਂ ਦੇ ਪਿੰਡ ਵਿੱਚ ਆ ਗਏ। ਹਵੇਲੀ ਦੇ ਅੰਦਰੋਂ ਅੱਗ ਦੀਆਂ ਲੰਮੀਆਂ ਜਿਹੜੀਆਂ ਹੀ ਉੱਚੀਆਂ ਉੱਚੀਆਂ ਚੀਕਾਂ ਪਈਆਂ ਨਿਕਲਦੀਆਂ ਸਨ। ਜਦੋਂ ਮਿਲਟਰੀ ਨੇ ਅੱਗ ਬੁਝਾਈ, ਜਦੋਂ ਮਿਲਟਰੀ ਨੇ ਅੰਦਰੋਂ ਲੋਕੀ ਕੱਢੇ, ਹੌਂਕਦੇ ਤੇ ਭੁੱਖੜਦੇ ਲੋਕੀ ਉਹਨਾਂ ਨੇ ਲਾਰੀਆਂ ਵਿੱਚ ਬਿਠਾ ਲਏ। ਉਹਨਾਂ ਨੇ 3 ਅੱਧੇ ਸੜੇ ਹੋਏ ਬੰਦਿਆਂ ਨੂੰ ਕੱਢਿਆ, ਜਿਨ੍ਹਾਂ ਦੇ ਪਿੰਡਾਂ ਵਿੱਚੋਂ ਚਰਬੀ ਪਈ ਵਗਦੀ ਸੀ, ਜਿਨ੍ਹਾਂ ਦਾ ਮਾਸ ਅੱਗ ਵਿੱਚ ਭੁੱਜ ਭੁੱਜ ਕੇ ਹੱਡੀਆਂ ਨਾਲੋਂ ਵੱਖਰਾ ਲਮਕਦਾ ਪਿਆ ਸੀ। ਅਰਕਾਂ ਦੇ ਗੋਡਿਆਂ ਤੋਂ ਜਿਨ੍ਹਾਂ ਦਾ ਅੰਦਰਲਾ ਪਿੰਜਰ ਬਾਹਰ ਨੂੰ ਨਿਕਲਿਆ ਹੋਇਆ ਸੀ। ਲਾਰੀਆਂ ਵਿੱਚ ਲੋਕਾਂ ਦੀਆਂ ਬਹਿੰਦਿਆਂ ਬਹਿੰਦਿਆਂ ਹੀ ਉਹਨਾਂ ਤ੍ਰਿਆਂ ਨੂੰ ਜਾਨ ਤੋੜ ਦਿੱਤੀ ਸੀ।
ਉਹਨਾਂ ਦੀਆਂ ਲਾਸ਼ਾਂ ਨੂੰ ਉੱਥੇ ਹੀ ਭੁੱਜੇ ਸੁੱਟ ਕੇ ਲਾਰੀਆਂ ਤੁਰ ਪਈਆਂ ਸਨ। ਉਹਨਾਂ ਦੇ ਘਰ ਵਾਲੇ ਚੀਕਦੇ ਰਹਿ ਗਏ ਸਨ, ਪਰ ਮਿਲਟਰੀ ਕੋਲ ਉਹਨਾਂ ਨੂੰ ਸਾੜਨ ਫੂਕਣ ਦਾ ਵੇਲ ਨਹੀਂ ਸੀ। ਪੂਰੋਂ ਉਹਨਾਂ ਦਾ ਪਿੰਡ ਸਖਣਾ ਹੋ ਗਿਆ ਸੀ। ਪਰਾਈ ਕੌਮ ਦਾ ਕੋਈ ਵੀ ਬੰਦਾ ਬਾਕੀ ਨਹੀਂ ਸੀ ਰਿਹਾ। ਸਿਰਫ 3 ਸਾੜੀਆਂ ਹੋਈਆਂ ਲਾਸ਼ਾਂ ਹਵੇਲੀ ਦੇ ਅੱਗੇ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਪਿੰਜਰਾਂ ਉੱਤੇ ਰਹੇ ਹੋਏ ਮਾਸ ਨੂੰ 2 ਦਿਨ ਵਿੱਚ ਹੀ ਪਿੰਡ ਦੇ ਕੁੱਤਿਆਂ ਕਾਵਾਂ ਨੇ ਲਾ ਲਿਆ ਸੀ। ਪਿੰਜਰ ਦੇ ਪਿੰਜਰ ਅਜੇ ਵੀ ਅੱਧੀ ਸੜੀ ਹੋਈ ਹਵੇਲੀ ਦੇ ਸਾਹਮਣੇ ਪਏ ਹੋਏ ਸਨ। ਪੂਰੋ ਦੀਆਂ ਦੋਵਾਂ ਅੱਖਾਂ ਵਿੱਚ ਜਿਵੇਂ ਕਿਸੇ ਨੇ ਸ਼ੀਸ਼ੇ ਦੇ ਕੰਕਰ ਪਾ ਦਿੱਤੀਆਂ ਹੋਣ। ਇੱਕ ਦਿਨ ਪੂਰੋ ਨੇ ਤੱਕਿਆ, 10-12 ਮਨਚਲੇ ਜਿਹੇ ਮੁੰਡੇ ਇੱਕ ਨੰਗੀ ਜਵਾਨ ਕੁੜੀ ਨੂੰ ਆਪਣੇ ਅੱਗੇ ਲੈ ਕੇ ਦੋਵਾਂ ਹੱਥਾਂ ਨਾਲ ਢੋਲ ਢਮਾਕੇ ਵਜਾਉਂਦੇ ਉਹਦੇ ਪਿੰਡ ਕੋਲੋਂ ਲੰਘ ਗਏ ਸਨ। ਪਤਾ ਨਹੀਂ ਕਿਹੜੇ ਪਿੰਡੇ ਆਏ ਸਨ ਤੇ ਕਿਹੜੇ ਪਿੰਡੇ ਚਲੇ ਗਏ। ਪੂਰੋ ਨੇ ਇਹੋ ਹੀ ਲੱਗਦਾ ਜਿਵੇਂ ਇਸ ਦੁਨੀਆ ਵਿੱਚ ਜਿਉਣਾ ਹੀ ਹਰਾਮ ਹੈ, ਇਸ ਜੱਗ ਵਿੱਚ ਧੀ ਦਾ ਜੰਮਣਾ ਹੀ ਹਰਾਮ ਹੈ। ਉਸੇ ਸ਼ਾਮ ਨੂੰ ਪੂਰੋ ਨੇ ਗੰਨਿਆਂ ਦੇ ਖੇਤ ਵਿੱਚ ਲੁਕੀ ਹੋਈ ਇੱਕ ਜਵਾਨ ਕੁੜੀ ਤੱਕੀ, ਜਿਹਨੂੰ ਰਾਤ ਦੇ ਘੁੱਪ ਹਨੇਰੇ ਵਿੱਚ ਉਹ ਆਪਣੇ ਘਰ ਲੈ ਆਈ। ਉਸ ਕੁੜੀ ਨੇ ਪੂਰੋ ਨੂੰ ਦੱਸਿਆ ਕਿ ਨਾਲ ਦੇ ਪਿੰਡ ਵਿੱਚ ਇੱਕ ਕੈਂਪ ਬਣਿਆ ਸੀ, ਜਿੱਥੇ ਪਿੰਡ ਦੇ ਹਿੰਦੂ ਇਕੱਠੇ ਹੋ ਕੇ ਆਪਣੀ ਵਾਰ ਪਈ ਉਡੀਕਦੇ ਸਨ ਕਿ ਮਿਲਟਰੀ ਉਹਨਾਂ ਨੂੰ ਇੱਥੋਂ ਕੱਢ ਕੇ ਪਰਲੇ ਪਾਸੇ ਹਿੰਦੁਸਤਾਨ ਲੈ ਜਾਏਗੀ। ਇਸ ਪਾਸੇ ਦੇ ਫੌਜੀ ਕੈਂਪ ਦੀ ਰਾਖੀ ਕਰਦੀ ਸੀ, ਪਰ ਰੋਜ਼ ਰਾਤ ਨੂੰ ਕੁਝ ਮੁਸਲਮਾਨ ਆ ਕੇ ਚੋਰੀ ਛੱਪੇ ਕੈਂਪ ਦੀਆਂ ਜਵਾਨ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਤੇ ਦੂਸਰੀ ਪਲਕ ਸਵੇਰੇ ਸਾਰ ਵਾਪਸ ਛੱਡ ਜਾਂਦੇ ਸਨ। ਉਸ ਕੁੜੀ ਨੇ ਪੂਰੋ ਨੂੰ ਦੱਸਿਆ ਕਿ ਪੂਰੀਆਂ 9 ਰਾਤਾਂ ਹੋ ਗਈਆਂ ਸਨ। ਉਸਨੂੰ ਰੋਜ਼ ਰਾਤੀ ਨਵੇਂ ਤੋਂ ਨਵੇਂ ਲੋਕਾਂ ਦੇ ਘਰ ਵਿੱਚ ਜਾਣਾ ਪੈਂਦਾ ਸੀ। ਅੱਜ ਤੋਂ ਪਿਛਲੀ ਰਾਤ ਉਹ ਕਿਵੇਂ ਨਾ ਕਿਵੇਂ ਆਪਣੇ ਲਿਜਾਣ ਵਾਲੇ ਨੂੰ ਧੋਖਾ ਦੇ ਕੇ ਨੱਸ ਆਈ ਸੀ। ਨੱਸਦੀ ਉਹ ਇਸ ਪਿੰਡ ਆ ਪਹੁੰਚੀ ਜਦੋਂ ਸਵੇਰੇ ਦਾ ਚਾਨਣਾ ਫੁੱਟ ਪਿਆ ਸੀ। ਉਹਨੂੰ ਪਤਾ ਨਹੀਂ ਸੀ ਲੱਗਦਾ ਉਹ ਕਿੱਥੇ ਜਾਵੇ। ਉਹ ਦਿਨ ਦਾ ਸਾਰਾ ਵੇਲ ਕਮਾਦ ਵਿੱਚ ਦੜ ਵੱਟ ਕੇ ਭੁੱਖੀ ਪਈ ਰਹੀ ਸੀ। ਪੂਰੋ ਸੁਣ ਕੇ ਬੱਤਰ ਗਈ ਸੀ। ਉਸ ਕੋਲੋਂ ਸੁਣ ਨਾ ਹੁੰਦਾ, ਉਸ ਕੋਲੋਂ ਮਨ ਨਾ ਹੁੰਦਾ। ਪੂਰੋ ਨੇ ਕੁੜੀ ਨੂੰ ਪਿਛਲੇ ਅੰਦਰ ਪਾ ਲਿਆ। ਉਸ ਅੰਦਰ ਉਹਨਾਂ ਦੀ ਕਣਕ ਪਈ ਹੋਈ ਸੀ, ਮੱਝ ਦਾ ਵੰਡਾ ਵੜੇਵਾ ਪਿਆ ਹੋਇਆ ਸੀ। ਦੂਸਰੇ ਦਿਹਾੜੇ 2 ਬੰਦੇ ਪਾਉਂਦੇ ਆਏ। ਸਾਰੇ ਪਿੰਡ ਕੋਲ ਉਹਨਾਂ ਨੇ ਪੜਤਾਲਿਆ ਕਿ ਕਿਸੇ ਨੇ ਇੱਕ ਕੁੜੀ ਤੱਕੀ ਹੈ। ਉਹ ਪਿੰਡ ਦੇ ਵਿਹੜਿਆਂ ਛੇੜਿਆਂ ਵਿੱਚ ਵੀ ਤੱਕ ਝਾਕ ਗਏ ਸਨ, ਪਰ ਕੁੜੀ ਦੀ ਸੂਹ ਕਿਸੇ ਨੂੰ ਨਾ ਲੱਭੀ। ਪੂਰੋ ਨੂੰ ਪਤਾ ਨਹੀਂ ਸੀ ਲੱਗਦਾ ਕਿ ਹੁਣ ਵੀ ਇਸ ਧਰਤ ਵਿੱਚ ਕਣਕ ਦੇ ਉਸੇ ਤਰ੍ਹਾਂ ਦੇ ਸੁਨਿਆਰੀ ਸਿੱਟੇ ਨਿਕਲਣਗੇ, ਜਿਸ ਧਰਤੀ ਦੇ ਹੇਠਾਂ ਉੱਤੇ ਮਨੁੱਖ ਦਾ ਲਹੂ ਜੰਮ ਗਿਆ ਹੋਇਆ ਸੀ। ਕਿ ਇਸ ਧਰਤੀ ਉੱਤੇ ਮੱਕੀ ਦੀ ਮਿੱਟੀਆਂ ਵਿੱਚੋਂ ਉਸ ਤਰ੍ਹਾਂ ਦੀ ਖੁਸ਼ਬੂ ਨਿਕਲੇਗੀ, ਜਿਸਦੀ ਵਾਟਾਂ ਉੱਤੇ ਮੁਰਦੇ ਪਏ ਸੜਦੇ ਸਨ। ਕਿ ਇਹ ਤ੍ਰੀਮਤਾਂ ਇਹਨਾਂ ਮਰਦਾਂ ਵਾਸਤੇ ਫਿਰ ਵੀ ਪੁੱਤਰ ਜੰਮਣਗੀਆਂ, ਜਿਨ੍ਹਾਂ ਨੇ ਇੰਨੀ ਤ੍ਰੀਮਤਾਂ ਦੀਆਂ ਆਪਣੀ ਤ੍ਰੀਮਤਾਂ ਭੈਣਾਂ ਨੂੰ ਇਸ ਤਰ੍ਹਾਂ ਰੋਲਿਆ ਸੀ। ਪੂਰੋ ਦੇ ਪਿੰਡ ਅੱਗੇ ਇੱਕ ਲੰਘਦਾ ਕਾਫਲਾ ਆਇਆ। ਲੋਕੀ ਹੇੜਾਂ ਦੇ ਹੇੜ ਪੈਦਲ ਪਏ ਤੁਰਦੇ ਸਨ। ਲੋਕਾਂ ਨੇ ਇੱਕ ਗੰਢੇ ਵਿੱਚ ਬਾਲਾਂ ਦੇ ਬਾਲ ਤੁੜੇ ਹੋਏ ਸਨ। ਥੋੜ੍ਹੇ ਜਿਹੇ ਸਿਪਾਹੀ ਲੋਕਾਂ ਦੇ ਅੱਗੇ ਸਨ, ਕੁਝ ਲੋਕਾਂ ਦੇ ਪਿੱਛੇ ਸਨ। ਲੋਕਾਂ ਦੀਆਂ ਅੱਖਾਂ ਲੱਖੀਆਂ ਹੋਈਆਂ ਸਨ। ਰਾਵਾਂ ਦਾ ਕਾਠ ਉੱਡ ਕੇ ਭੈੜੀ ਕਿਸਮਤ ਵਾਂਗਣ ਉਹਨਾਂ ਦੇ ਮੂੰਹ ਸਿਰ ਉੱਤੇ ਪਿਆ ਹੋਇਆ ਸੀ। ਕਾਫਲੇ ਨੂੰ ਉਹ ਰਾਤ ਪੂਰੋ ਉਰਾਂ ਦੇ ਪਿੰਡ ਆਏ। ਪੂਰੋ ਦਾ ਜੀ ਥਾਵੇਂ ਨਾ ਪਵੇ। ਪੂਰੋ ਨੂੰ ਇੱਕ ਗੱਲ ਸੁੱਝੇ ਕਿ ਸੜਕ ਰੋਤੋਵਾਲ ਵੱਲ ਆਉਂਦੀ ਹੈ। ਕਾਫਲੇ ਵਿੱਚ ਜ਼ਰੂਰੀ ਉਹਦਾ ਰਾਮਚੰਦ ਹੋਣਾ ਇੱਕ ਆਖਰੀ ਮੇਲਾ, ਬਸ ਇੱਕ ਵਾਰੀ, ਆਖਰੀ ਵਾਰੀ। ਉਸ ਤੋਂ ਬਾਅਦ ਕਦੇ ਉਸਨੇ ਉਹਦੀ ਸਹੁੰ ਨਹੀਂ ਸੁਣਨੀ। ਉਸ ਤੋਂ ਬਾਅਦ ਕਦੇ ਉਸਨੇ ਉਹਦੇ ਪਿੰਡ ਦੀ ਵੀ ਨਾ ਆਉਣੀ। ਕਾਫਲੇ ਵਿੱਚ ਬੱਚੇ ਖੁੱਚੇ ਗਹਿਣੇ ਤੇ ਰੁਪਈਏ ਦੇ ਕੇ ਰਾਹ ਦੇ ਪਿੰਡਾਂ ਕੋਲੋਂ ਅੰਨ-ਦਾਨ ਮੁੱਲ ਲੈਣਾ ਸੀ। ਪਿੰਡਾਂ ਵਿੱਚੋਂ ਕੁਝ ਮਰਦ ਤ੍ਰੀਮਤਾਂ ਜਾ ਕੇ ਉਹਨਾਂ ਨਾਲ ਸੌਦਾ ਕਰ ਲੈਂਦੇ ਸਨ ਤੇ ਪਹਿਰ ਵੇਲੇ ਸਿਪਾਹੀਆਂ ਦੀ ਦੇਖ-ਰੇਖ ਵਿੱਚ ਸੋਨੇ ਦੇ ਭਾਅ ਆਪਣੀ ਮੱਕੀ ਬਾਜ਼ਾਰ ਵੇਚ ਲੈਂਦੇ ਸਨ।
ਇਸ ਪੁੱਜੇ ਪੂਰੋ ਨੇ ਕਾਫਲੇ ਉੱਤੇ ਨਜ਼ਰ ਮਾਰੀ। ਪੂਰੋ ਨੇ ਕਾਫਲੇ ਵਿੱਚ ਬੈਠੇ ਹੋਏ ਰਾਮਚੰਦ ਨੂੰ ਵੇਖਿਆ। ਰਾਮਚੰਦ ਨੇ ਰੋਤੋਵਾਲ ਦੀਆਂ ਪੈਲੀਆਂ ਵਿੱਚ ਖਲੋਤੇ ਅੱਥਰੂਆਂ ਨਾਲ ਭਿੱਜੀ ਹੋਈ ਮੂੰਹ ਵਾਲੀ ਪੂਰੋ ਦਾ ਮੂੰਹ ਪਛਾਣਿਆ। ਰੋਤੋਵਾਲ ਦੀਆਂ ਪੈਲੀਆਂ ਵਿੱਚ ਪੂਰੋ ਦਾ ਮੂੰਹ ਪੂਰੋ ਦੇ ਡੁੱਲਦੇ ਗੱਚ ਨੇ ਬੰਨ੍ਹਿਆ ਹੋਇਆ ਸੀ ਤੇ ਅੱਜ ਪੂਰੋ ਦਾ ਮੂੰਹ ਕੋਲ ਖਲੋਤੇ ਪੈਰ ਤੇ ਸਿਪਾਹੀਆਂ ਨੇ ਬੰਨ੍ਹਿਆ ਹੋਇਆ ਸੀ। ਪੂਰੋ ਕੁਝ ਕਹਿ ਨਾ ਸਕੀ। ਤੈਨੂੰ ਅੰਨ-ਦਾਣਾ ਲੋੜੀਂਦਾ ਹੋਵੇਗਾ? ਫਿਰ ਪੂਰੋ ਨੇ ਰਾਮਚੰਦ ਵੱਲ ਮੂੰਹ ਕਰਕੇ ਆਖਿਆ। ਹਾਂ। ਰਾਮਚੰਦ ਦੀ ਅੱਖ ਪੂਰੋ ਦੇ ਮੂੰਹ ਤੋਂ ਪਰਾਂ ਨਹੀਂ ਸੀ ਹੁੰਦੀ। ਸ਼ਾਇਦ ਅੱਜ ਵੀ ਉਹ ਪਛਾਣਦਾ ਪਿਆ ਸੀ। ਚੰਗਾ, ਮੁੱਲ ਤਿਆਰ ਰੱਖਣਾ, ਮੈਂ ਰਾਤੀਂ ਅੱਪੜਾ ਜਾਵਾਂਗੀ। ਕੋਲ ਖਲੋਤੇ ਹੋਏ ਸਿਪਾਹੀ ਵੱਲ ਵੇਖ ਕੇ ਪੂਰੋ ਨੇ ਰਾਮਚੰਦ ਵੱਲ ਵੇਖਿਆ ਤੇ ਮੁੜ ਆਈ। ਪੂਰੋ ਨੇ ਰਸ਼ੀਦੇ ਨੂੰ ਕਿਹਾ ਕਿ ਘਰ ਵਿੱਚ ਛੁਪੀ ਹੋਈ ਕੁੜੀ ਨੂੰ ਉਹਨਾਂ ਕਾਫਲੇ ਵਿੱਚ ਰਲਾਣਾ ਸੀ ਤੇ ਪੂਰੋ ਆਟੇ ਦੇ ਮਿੱਟੀ ਦੇ ਕੂੰਜੇ ਵਿੱਚ ਪਏ ਹੋਏ ਘਿਓ ਦੀ ਗੰਢ ਬਣ ਕੇ ਤੇ ਕੁੜੀ ਨੂੰ ਨਾਲ ਲੈ ਕੇ ਰਾਤ ਦੇ ਹਨੇਰੇ ਵਿੱਚ ਸੁੱਤੇ ਪਏ ਕਾਫਲੇ ਵੱਲ ਚਲੀ ਗਈ। ਸਾਰੀ ਦਿਹਾੜ ਤੁਰ ਕੇ ਲੋਕੀ ਤੁਰਦੇ ਪਏ ਸਨ। ਹਰ ਵੇਲੇ ਦਾ ਖਤਰਾ ਭਾਵੇਂ ਉਹਨਾਂ ਦੇ ਸਿਰ ਉੱਤੇ ਚਾਮ ਚਿੱਟਾ ਵਾਂਗੂ ਲਟਕਦਾ ਪਿਆ ਸੀ, ਪਰ ਫਿਰ ਵੀ ਲੋਕੀ ਘੋੜੇ ਵੇਚ ਕੇ ਸੁੱਤੇ ਪਏ ਸਨ। ਮੈਂ ਰਾਤੀਂ ਅੱਪੜਾ ਜਾਵਾਂਗੀ। ਰਾਮਚੰਦ ਦੇ ਕੰਨਾਂ ਵਿੱਚ ਪੂਰੋ ਦੀ ਆਵਾਜ਼ ਤਰਕਾਲਾਂ ਵੇਲੇ ਦੀ ਪਈ ਗੂੰਜਦੀ ਸੀ। ਰਾਮਚੰਦ ਰਾਤ ਦੇ ਸੁੰਨੇ ਹਨੇਰੇ ਵਿੱਚ ਕਿਸੇ ਦੇ ਪੈਰਾਂ ਦੀ ਭਿੜਕ ਪਿਆ ਲੈਂਦਾ ਸੀ। ਪਹਿਰ ਦੇ ਸਿਪਾਹੀ ਫਿਰ ਤੁਰ ਕੇ ਪਹਿਰ ਪੈ ਜਾਂਦੇ ਸਨ। ਜਦੋਂ ਪੂਰੋ ਪੱਬਾਂ ਦੇ ਭਾਰ ਤੁਰ ਕੇ ਕਾਫਲੇ ਵਿੱਚ ਆ ਰਲੀ, ਰਾਮਚੰਦ ਦੇ ਅੱਗੇ ਉਹਨਾਂ ਸਿਰ ਦੀ ਗੰਢ ਰੱਖੀ ਤੇ ਨਾਲ ਕੁੜੀ ਨੂੰ ਬਿਠਾ ਦਿੱਤਾ। ਤੂੰ ਪੂਰੋ ਹੀ ਹੈ ਨਾ? ਰਾਮਚੰਦ ਨੇ ਅੱਜ ਵੀ ਰੋਤੋਵਾਲ ਦੀਆਂ ਪੈਲੀਆਂ ਵਾਲਾ ਸਵਾਲ ਕੀਤਾ। ਅਜੇ ਵੀ ਕੁਝ ਪੁੱਛਣਾ ਬਾਕੀ ਹੈ? ਅੱਜ ਪੂਰੋ ਨੇ ਇੱਕ ਨਿਹਾਰੇ ਨਾਲ ਆਖਿਆ। ਇਹ ਪੂਰੋ ਦੀ ਸਾਰੀ ਜ਼ਿੰਦਗੀ ਵਿੱਚ ਉਹਦੇ ਨਾਲ ਪਹਿਲੀ ਤੇ ਆਖਰੀ ਉਲਾਂਭਾ ਸੀ। ਰਾਮਚੰਦ ਦੇ ਸਿਰ ਨੀਵਾਂ ਪਾ ਲਿਆ। ਮੇਰੇ ਮਾਂ-ਪਿਓ ਦੀ ਕੋਈ ਖ਼ਬਰ? ਪੂਰੋ ਨੇ ਇੱਕ ਸਾਹ ਭਰ ਕੇ ਪੁੱਛਿਆ। ਉਹ ਤੇ ਜਦੋਂ ਦਾ ਵਿਆਹ ਕਰਕੇ ਗਏ ਮੁੜ ਕੇ ਨਹੀਂ ਪਰਤੇ। ਪਰ ਰਾਮਚੰਦ ਕਹਿੰਦਾ ਖਲੋ ਗਿਆ। ਵਿਆਹ? ਕਿਸ ਦਾ ਵਿਆਹ? ਪੂਰੋ ਨੂੰ ਸਮਝ ਨਹੀਂ ਸੀ ਪਈ। ਤੇਰੇ ਗੁਆਚ ਜਾਣ ਪਿੱਛੋਂ ਉਹਨਾਂ ਨੇ ਚੁਪਾਤੇ ਇੱਕ ਰਾਤ ਤੇਰੀ ਛੋਟੀ ਭੈਣ ਨਾਲ ਮੇਰੀਆਂ ਲਾਵਾਂ ਦਿੱਤੀਆਂ ਤੇ ਤੇਰੇ ਭਰਾ ਨਾਲ ਮੇਰੀ ਭੈਣ ਦੀਆਂ ਲਾਵਾਂ ਹੋਈਆਂ। ਉਦੋਂ ਦੇ ਉਹ ਪਿੰਡ ਨਹੀਂ ਪਰਤੇ। ਅੱਜ ਕੱਲ੍ਹ ਵੀ ਸਿਆਮ ਰਹਿੰਦੀਆਂ ਨੇ। ਪਰ ਰਾਮਚੰਦ ਫਿਰ ਕਹਿੰਦਾ ਰੁਕ ਗਿਆ। ਮੇਰੀ ਭੈਣ ਤਾਂ ਉਹ ਵੀ ਕਾਫਲੇ ਵਿੱਚ ਹੋਣੀ ਹੈ। ਪੂਰੋ ਵਾਸਤੇ ਰਾਮਚੰਦ ਨਾਲ ਆਪਣੀ ਭੈਣ ਦੇ ਵਿਆਹ ਦੀ ਖ਼ਬਰ ਬਿਲਕੁਲ ਨਹੀਂ ਸੀ। ਨਹੀਂ, ਪਿਛਲੇ ਦਿਨਾਂ ਵਿੱਚ ਤੇਰਾ ਭਰਾ ਆਇਆ ਸੀ। ਉਹ ਆਪਣੀ ਤੀਵੀਂ ਨੂੰ ਪੇਕੇ ਛੱਡ ਗਿਆ ਸੀ ਤੇ ਭੈਣ ਨੂੰ ਪੇਕੇ ਲੈ ਗਿਆ ਸੀ। ਜੇ ਉਹ ਇੱਥੇ ਹੁੰਦੀ ਤਾਂ ਉਹ ਵੀ। ਰਾਮਚੰਦ ਦੀਆਂ ਅੱਖਾਂ ਵਿੱਚ ਛਮ-ਛਮ ਅੱਥਰੂ ਟਹਿ ਪਏ। ਉਹ ਵੀ ਕੀ ਹੋਇਆ ਹੈ ਉਹਨੂੰ? ਪੂਰੋ ਨੂੰ ਸਮਝ ਨਹੀਂ ਸੀ ਪਈ। ਪਤਾ ਨਹੀਂ ਲੱਗਾ ਕਿਹੜੇ ਵੇਲੇ ਮੇਰੀ ਭੈਣ ਚੁੱਕੀ ਗਈ ਹੈ। ਘਰੋਂ ਨਿਕਲਣ ਲੱਗਿਆਂ ਨਾਲ ਸੀ ਮੈਂ ਬੁੱਢੀ ਮਾਂ ਨੂੰ ਪਿੱਠ ਤੇ ਚੁੱਕ ਕੇ ਕਾਫਲੇ ਵਿੱਚ ਰਲਿਆ ਵਾਂ। ਉਹ ਮੇਰੇ ਪਿੱਛੇ ਲੱਗੀ ਆਉਂਦੀ ਸੀ, ਪਰ ਕਾਫਲੇ ਵਿੱਚ ਹੈ ਨਹੀਂ। ਰਾਮਚੰਦ ਨੇ ਉੱਚੇ ਨਿਕਲਦੇ ਸਾਹ ਨੂੰ ਰੋਕ ਕੇ ਆਖਿਆ। ਰਾਮਚੰਦ ਦੀਆਂ ਬੂਹਾਂ ਨਿਕਲ ਰਹੀਆਂ ਸਨ, ਪਰ ਉਹਨੇ ਆਪਣੀ ਪੱਗ ਦਾ ਲਾੜ ਆਪਣੇ ਮੂੰਹ ਵਿੱਚ ਪਾ ਲਿਆ। ਮੇਰੀ ਮਾਂ ਪਿੱਟ ਕੇ ਨੀਲੀ ਹੋ ਗਈ ਹੈ, ਰਾਮਚੰਦ ਨੇ ਕਿਹਾ। ਪੂਰੋ ਦੀਆਂ ਆਂਦਰਾਂ ਇੱਕ ਵਲੇਟ ਖਾ ਕੇ ਇਕੱਠੀਆਂ ਹੋ ਗਈਆਂ। ਕਿਤੇ ਪਤਾ ਕਰੀ ਜੇ ਕੋਈ ਸੂਹ ਲੱਗ ਜਾਏ। ਖੌਰੇ ਮਰ ਗਈ ਹੈ ਕਿ ਜਿਉਂਦੀ? ਰਾਮਚੰਦ ਨੇ ਆਖਰੀ ਵਾਹ ਨਾਲ ਆਖਿਆ। ਆਂਦਰਾਂ ਵਿੱਚੋਂ ਉੱਠਦੀ ਪੀੜ ਨਾਲ ਪੂਰੋ ਕੋਲੋਂ ਬੋਲ ਨਾ ਹੋਇਆ। ਲਾਜੋ ਸ਼ਾਇਦ ਉਹਦਾ ਨਾਂ ਹੈ। ਪੂਰੋ ਨੂੰ ਪੁਰਾਣੀ ਯਾਦ ਆਈ। ਆਪਣੀ ਮੰਗਣੀ ਵੇਲੇ ਉਹਨੇ ਆਪਣੇ ਭਰਾ ਦੀ ਮੰਗੇਤਰ ਦਾ ਨਾਂ ਸੁਣਿਆ ਸੀ। ਆਹੋ, ਉਹਦੀ ਬਾਂਹ ਉੱਤੇ ਵੀ ਉਹਦਾ ਨਾਂ ਖੁਣਿਆ ਹੋਇਆ ਹੈ। ਰਾਮਚੰਦ ਦੱਸਦਾ ਪਿਆ ਸੀ। ਸਿਪਾਹੀ ਉਂਝ ਦੇ ਉਂਝ ਪਹਿਰੇ ਪਏ ਦਿੰਦੇ ਸਨ। ਸੁੱਤੇ ਪਏ ਲੋਕਾਂ ਵਿੱਚ ਬੈਠੇ ਹੋਏ ਰਾਮਚੰਦ ਤੇ ਪੂਰੋ ਹੌਲੀ ਗੱਲਾਂ ਪਏ ਕਰਦੇ ਸਨ। ਇਸ ਕੁੜੀ ਨੂੰ ਮੈਂ ਸੌਂਪਣਾ ਏ। ਇਹਨੂੰ ਆਪਣੇ ਕਾਫਲੇ ਵਿੱਚ ਲੈ ਜਾਓ।
ਹਿੰਦੁਸਤਾਨ ਜਾ ਕੇ ਪਤਾ ਕਰਨਾ, ਜੇ ਇਸ ਸ਼ੋਧੀ ਦੇ ਮਾਂ ਪਿਓ ਲੱਭ ਗਏ ਤਾਂ। ਪੂਰੋ ਨੇ ਕੁੜੀ ਦੀ ਬਾਂਹ ਰਾਮਚੰਦ ਨੂੰ ਫੜਾ ਦਿੱਤੀ। ਮੇਰਾ ਭਰਾ ਇੱਥੇ ਆਇਆ ਸੀ, ਜੇ ਮੈਂ ਕਦੇ ਉਹਨੂੰ ਇੱਕ ਵਾਰੀ ਵੇਖ ਸਕਦੀ। ਪੂਰੋ ਨੇ ਟਾਢਾ ਹਿਰਾਸ ਕੇ ਆਖਿਆ। ਪਿਛਲੇ ਦਿਨੀਂ ਜਦੋਂ ਛੋਟੋ ਹਾਣੀ ਦੀਆਂ ਤੁਹਾਡੀਆਂ ਪੈਲੀਆਂ ਵਿੱਚ ਅੱਗ ਲੱਗੀ ਸੀ, ਯਾਦ ਹੈ? ਰਾਮਚੰਦ ਕਹਿੰਦਾ ਪਿਆ ਸੀ। ਅੱਗ? ਹਾਂ, ਅੱਗ ਲੱਗੀ ਸੀ। ਕੀ ਸੱਚੀ ਗੱਲ ਹੈ ਕਿ ਮੇਰੇ ਭਰਾ ਨੇ ਉਹ ਅੱਗ ਲਾਈ ਸੀ? ਪੂਰੋ ਨੂੰ ਉਸ ਦਿਨ ਦਾ ਚੇਤਾ ਆ ਗਿਆ ਜਦੋਂ ਰਸ਼ੀਦੇ ਨੇ ਇੱਕ ਅਫਵਾਹ ਦੱਸੀ ਸੀ। ਹਾਂ, ਉਸਨੇ ਲਾਈ ਸੀ। ਤੇਰੇ ਤੇ ਉਹਨੂੰ ਪਤਾ ਨਹੀਂ ਸੀ ਕਿ ਕਿੱਥੇ ਰਹਿੰਦੀ ਹੈ। ਉਸਨੇ ਗੁੱਸੇ ਵਿੱਚ ਆ ਕੇ ਰਸ਼ੀਦੀ ਦੀਆਂ ਪੈਲੀਆਂ ਫੂਕ ਛੱਡੀਆਂ। ਪੂਰੋ ਨੂੰ ਇੱਕ ਹਿਰਖ ਆਇਆ। ਉਹਦਾ ਭਰਾ ਹੁਣ ਜਵਾਨ ਹੋ ਗਿਆ ਸੀ। ਉਹਦੇ ਦਿਲ ਵਿੱਚ ਭੈਣ ਦਾ ਬਦਲਾ ਜਾਗਦਾ ਪਿਆ ਸੀ। ਉਹਦੇ ਦਿਲ ਵਿੱਚ ਭੈਣ ਦੀ ਯਾਦ ਵਸਦੀ ਸੀ। ਨਾਲ ਹੀ ਪੂਰੋ ਨੂੰ ਸੱਜਰੀ ਹੋਣੀ ਚੇਤੇ ਆ ਗਈ। ਉਹਦਾ ਭਰਾ ਦੀ ਵਹੁਟੀ ਖੜੀਚ ਗਈ ਸੀ। ਕਿਸੇ ਨੇ ਚੋਰੀ ਚੁੱਕ ਲਈ ਸੀ। ਪਤਾ ਨਹੀਂ ਕਿਹੜੇ ਹਾਲ ਸੀ ਉਹ ਉਹਦੇ ਰਾਮਚੰਦ ਦੀ ਭੈਣ। ਮੈਨੂੰ ਸੱਕੜ ਵਾਲੀ ਇੱਕ ਚਿੱਠੀ ਪਾਈਏ ਜੇ, ਆਪਣਾ ਪਤਾ ਲਿਖੀਏ ਜੇ। ਜੇ ਕੁਛ ਲਾਜੋ ਦਾ ਪਤਾ ਲੱਗੇ ਤਾਂ ਮੈਂ ਲਿਖਾਂਗੀ। ਪੂਰੋ ਕਹਿਣ ਲੱਗੀ। ਰਾਤ ਦਾ ਹਨੇਰਾ ਪਤਲਾ ਹੁੰਦਾ ਜਾਂਦਾ ਸੀ। ਸਿਪਾਹੀ ਕਾਫਲੇ ਵਾਲਿਆਂ ਨੂੰ ਜਗਾਉਣ ਲੱਗ ਪਏ ਸਨ। ਕਾਫਲੇ ਦੇ ਪੰਦੇ ਪੈਣੇ ਸੀ। ਪੂਰੋ ਉੱਠ ਖਲੋਤੀ। ਪੂਰੋ ਨੇ ਦੋਵੇਂ ਹੱਥਾਂ ਰਾਮਚੰਦ ਅੱਗੇ ਜੋੜੇ। ਪੂਰੋ ਕੋਲੋਂ ਕੁਝ ਬੋਲ ਨਾ ਹੋਇਆ। ਖਲੋਤੀ ਹੋਈ ਪੂਰੋ ਨੇ ਕਾਫਲੇ ਤੋਂ ਪੈਰ ਬਾਹਰ ਕੱਢਿਆ ਸੀ ਕਿ ਇੱਕ ਸਿਪਾਹੀ ਨੇ ਉਹਦੇ ਅੱਗੇ ਲਾਠੀ ਤਾਣੀ। ਤੂੰ ਕੌਣ ਹੈ? ਕਿੱਥੇ ਚੱਲੀ ਹੈ? ਮੈਂ ਦਾਣੇ ਵੇਚਣ ਆਈ ਸਾਂ। ਕਿੰਨੇ ਤੋਂ ਵੇਚੇ ਨੇ? ਪੈਸੇ ਵਿਖਾ, ਸਿਪਾਹੀ ਨੇ ਜ਼ੋਰ ਨਾਲ ਪੁੱਛਿਆ। ਪੂਰੋ ਨੂੰ ਬੁੱਕਲ ਵਿੱਚ ਹੱਥ ਮਾਰ ਕੇ ਆਪਣੀ ਚਾਂਦੀ ਦੀ ਬਾਕੀ ਲਾ ਲਈ ਤੇ ਸਿਪਾਹੀ ਨੂੰ ਵਿਖਾ ਕੇ ਪੂਰੋ ਚੁੱਭਦੇ ਚੁੱਭਦੇ ਪਿੰਡ ਵੱਲ ਪੈਣ ਦੀ ਕੀਤੀ। ਪਤਾ ਨਹੀਂ ਸਿਪਾਹੀ ਨੇ ਇਹ ਗੱਲ ਸੋਚੀ ਹੀ ਨਹੀਂ ਕਿ ਹਿੰਦੂ ਲੋਕ ਚਾਂਦੀ ਦੇ ਗਹਿਣੇ ਘੱਟ ਹੀ ਪਾਉਂਦੇ ਨੇ। ਇੰਨੇ ਦਾਣਿਆਂ ਦੇ ਬਦਲੇ ਚਾਂਦੀ ਦੀ ਬਾਂਹ ਕਿਹਦੇ ਕੋਲ ਲਈ? ਪੂਰੋ ਦੀ ਭਾਬੀ। ਰਾਤ ਨੂੰ ਮੰਜੀ ਉੱਤੇ ਪਈ ਪਈ ਪੂਰੋ ਛੱਤ ਦੇ ਕਾਲੇ ਸ਼ਤੀਰਾਂ ਨੂੰ ਵੇਂਦੀ ਰਹਿੰਦੀ। ਉਸਦਾ ਮਨ ਉਹਨਾਂ ਲੋਕਾਂ ਦੀਆਂ ਬੰਦ ਕੋਠੜੀਆਂ ਵਿੱਚ ਭੌਂਦਾ ਰਹਿੰਦਾ, ਜਿਨ੍ਹਾਂ ਦੇ ਅੰਦਰ ਲੋਕਾਂ ਨੇ ਲੋਕਾਂ ਦੀਆਂ ਧੀਆਂ, ਲੋਕਾਂ ਦੀਆਂ ਭੈਣਾਂ, ਲੋਕਾਂ ਦੀਆਂ ਬੀਵੀਆਂ ਜੋਰੀ ਪਾਈਆਂ ਹੋਈਆਂ ਸਨ। ਉਹਨਾਂ ਵਿੱਚ ਹੀ ਇੱਕ ਲਾਜੋ ਹੋਣੀ ਹੈ। ਲਾਜੋ ਰਾਮਚੰਦ ਦੀ ਭੈਣ ਤੇ ਉਹਦੀ ਆਪਣੀ ਭਾਬੀ। ਲਾਜੋ ਦਾ ਅਣਡਿੱਠਾ ਮੂੰਹ ਪੂਰੋ ਦੀਆਂ ਅੱਖਾਂ ਅੱਗੇ ਆ ਗਿਆ। ਟੁੱਟੇ ਹੋਏ ਪੱਥਰ ਵਰਗਾ ਲਾਜੋ ਦਾ ਮੂੰਹ, ਚੜ੍ਹੇ ਹੋਏ ਖੰਭ ਵਰਗਾ ਲਾਜੋ ਦਾ ਮੂੰਹ। ਪੂਰੋ ਸੋਚਦੀ, ਲਾਜੋ ਵਿਆਹੀ ਵਰੀ ਹੋਈ ਸੀ। ਖੌਰੇ ਉਹਦੇ ਕੋਈ ਬਾਲ ਵੀ ਹੋਣਾ। ਉਹਦੇ ਦਿਲ ਨਾਲ ਕੀ ਕੀ ਬੀਤੀਆਂ ਹੋਣਗੀਆਂ। ਉਹਦੇ ਹੱਡਾਂ ਨਾਲ ਕੀ ਕੀ ਗੁਜ਼ਰੀਆਂ ਹੋਣਗੀਆਂ। ਖੌਰੇ ਉਹ ਤੱਤੀ ਇਸ ਵੇਲੇ ਕਿੱਥੇ ਸੀ? ਉਹ ਉਹਨੂੰ ਕਿਵੇਂ ਲੱਭੇ, ਕਿਵੇਂ ਪਛਾਣੇ? ਪੂਰੋ ਸੋਚਦੀ, ਉਸ ਦਿਨ ਕਮਾਦਾਂ ਵਿੱਚ ਲੁਕੀ ਹੋਈ ਕੁੜੀ ਲਾਜੋ ਹੀ ਨਿਕਲ ਆਉਂਦੀ। ਉਹ ਉਹਨੂੰ ਕਾਫਲੇ ਵਿੱਚ ਰਲਾ ਆਉਂਦੀ। ਉਹ ਉਹਨੂੰ ਰਾਮਚੰਦ ਦੇ ਹਵਾਲੇ ਕਰ ਆਉਂਦੀ। ਪੂਰੋ ਨੇ ਸਾਰੀ ਦੀ ਸਾਰੀ ਗੱਲ ਰਸ਼ੀਦੇ ਨੂੰ ਦੱਸੀ ਤੇ ਰਸ਼ੀਦੇ ਦੇ ਪੈਰੀਂ ਡਿੱਗ ਪਈ। ਜਿਉਂ ਜਾਣਾ ਹੈ ਮੇਰਾ ਤੇ ਕਰਮ ਕਰ। ਮੈਂ ਸਾਰੀ ਉਮਰ ਤੇਰੇ ਕੋਲੋਂ ਕੁਛ ਨਹੀਂ ਮੰਗਿਆ। ਲਾਜੋ ਦਾ ਪਤਾ ਲਾ ਦੇ। ਜਿਉਂ ਜਾਣਾ ਹੈ। ਪੂਰੋ ਦੀ ਅੱਖਾਂ ਅੱਥਰੂ ਨਹੀਂ ਸਨ ਸੁੱਕਦੇ। ਰਸ਼ੀਦੇ ਨੇ ਉਹਦੇ ਨਾਲ ਇਕਰਾਰ ਕੀਤਾ, ਉਹ ਆਪਣੇ ਵੱਲੋਂ ਫਰਕ ਨਹੀਂ ਕਰੇਗਾ। ਰਸ਼ੀਦੇ ਨੂੰ ਇਹੋ ਖੌਅ ਲੱਗਦਾ ਸੀ, ਲਾਜੋ ਹੈ ਤਾਂ ਰੌਂਤਾਵਾਲਾ ਦੀ। ਘਰੋਂ ਉਹ ਭਰਾ ਦੇ ਨਾਲ ਨਿਕਲੀ ਸੀ। ਕਾਫਲੇ ਵਿੱਚ ਰਲੀ ਹੋਈ ਸੀ। ਇਕੱਠੇ ਹੁੰਦੇ ਲੋਕਾਂ ਦੀ ਆਪੋ ਪਾਪੀ ਵਿੱਚ ਹੀ ਉਹ ਕਿਸੇ ਦੇ ਵੱਸ ਪੈ ਗਈ ਹੈ। ਰਸ਼ੀਦੇ ਨੇ 2 ਚੱਕਰ ਰੌਂਤਾਵਾਲ ਦੇ ਲਾਏ, ਪਰ ਉਹ ਲੋਕਾਂ ਦੇ ਵਿਹੜੇ ਕਿਸ ਤਰ੍ਹਾਂ ਫੈਲਦਾ। ਉਹ ਪਿੰਡ ਦੀਆਂ ਕਿਤਨੀਆਂ ਹੱਟੀਆਂ ਤੋਂ ਸੌਦਾ ਪੱਤਾ ਖਰੀਦਦਾ, ਪਰ ਉਹਨੂੰ ਕੋਈ ਸੂਹ ਨਾ ਲੱਗੀ। ਇੰਨਾ ਉਹਨੇ ਜ਼ਰੂਰ ਸੁਣਿਆ ਸੀ ਕਿ ਪਿੰਡ ਦੇ ਕੁਝ ਮੁੰਡਿਆਂ ਨੇ ਜਾਂਦੇ ਕਾਫਲੇ ਵਿੱਚੋਂ 2-4 ਕੁੜੀਆਂ ਉਡਾ ਲਈਆਂ ਸਨ। ਰਸ਼ੀਦੇ ਨੂੰ ਪੱਕਾ ਯਕੀਨ ਸੀ, ਲਾਜੋ ਉਹਨਾਂ ਵਿੱਚ ਹੀ ਕਿਤੇ ਸੀ। ਉਸ ਪਿੰਡ ਵਾਲੇ ਰਸ਼ੀਦੇ ਨੂੰ ਜਾਣੂ ਨਹੀਂ ਸਨ।
ਰਸ਼ੀਦੇ ਦਾ ਕੋਈ ਅੰਗ ਸਾਕ ਵੀ ਉਸ ਪਿੰਡ ਵਿੱਚ ਨਹੀਂ ਸੀ। ਕਿਦੇ ਕੋਲ ਉਹ 4 ਦਿਨ ਰਹਿੰਦਾ, ਕਿਦੇ ਕੋਲ ਉਹ ਪਿੰਡ ਦੀ ਕੋਈ 100 ਬਹਿ ਲੈਂਦਾ। ਰਸ਼ੀਦੇ ਦੇ ਨਾਲ ਪੂਰੋ ਨੇ ਇੱਕ ਬਣਤ ਬਣਾਈ। ਬਾਉਣ ਵਾਲੇ ਸਾਈਂ ਨੂੰ ਉਹ ਜਾਣਦੇ ਸਨ। ਦੋਵੇਂ ਜਣੇ ਬਾਲਾਂ ਨੂੰ ਲੈ ਕੇ ਸਾਈਂ ਦੀ ਇੱਕ ਕੋਠੜੀ ਵਿੱਚ ਜਾ ਟਿਕੇ। ਪੂਰੋ ਦੀਆਂ ਉਂਝ ਵੀ ਫਿਕਰ ਨਾਲ ਰਾਤਾਂ ਜਾਗ ਜਾਗ ਕੇ ਅੱਖੀਆਂ ਕੁੱਟੀਆਂ ਹੋਈਆਂ ਸਨ। ਰੋਜ਼ ਸਵੇਰੇ ਪੂਰੋ ਨਮਾਜ਼ ਪੜ੍ਹ ਕੇ ਬਾਉਲੀ ਦਾ ਪਾਣੀ ਨਾਲ ਅੱਖੀਆਂ ਧੋਂਦੀ, ਸਾਈਂ ਨੂੰ ਸ਼ਿਰਨੀ ਚੜ੍ਹਾਉਂਦੀ ਤੇ ਦਿਹਾੜੀ ਕੋਰੇ ਖੇਸਾਂ ਦੀ ਗੰਢ ਬਣ ਕੇ ਪਿੰਡ ਵਿੱਚ ਵੇਚਣ ਤੁਰ ਪੈਂਦੀ। ਪਿੰਡ ਦੇ ਮਰਦ ਸਾਣੂ ਖੇਤਾਂ ਵਿੱਚ ਹੁੰਦੇ ਸਨ। ਪਿੰਡ ਦੀਆਂ ਤੀਵੀਆਂ ਘਰਾਂ ਵਿੱਚ ਕੱਲੀਆਂ ਕਾਰੀਆਂ ਆਪਣੇ ਆਹਰ ਪਾਹਰ ਲੱਗੀਆਂ ਹੁੰਦੀਆਂ। ਪੂਰੋ ਹਰ ਇੱਕ ਵਿਹੜੇ ਵਿੱਚ ਜਾ ਪੁੱਛਦੀ। ਉਹ ਏਡੀ ਏਡੀ ਕੀਮਤ ਖੇਸ ਦੀ ਦੱਸਦੀ ਕਿ ਉਹਦਾ ਭਾਅ ਕਿਸੇ ਨਾਲ ਘੱਟ ਹੀ ਬਣਦਾ ਸੀ। ਉਂਝ ਵੀ ਪਿੰਡ ਵਿੱਚ ਲੋਕਾਂ ਕੋਲ ਦਰੀਆਂ ਖੇਸ ਆਪਣੇ ਹੀ ਬਣਾਏ ਹੋਏ ਬਥੇਰੇ ਹੁੰਦੇ ਨੇ। ਉੱਤੋਂ ਉਹਨਾਂ ਨੂੰ ਲੁੱਟ ਮਾਰ ਵਿੱਚ ਬਥੇਰਾ ਕੁਝ ਲੱਭ ਗਿਆ ਸੀ। ਕਿਸੇ ਨੂੰ ਖਰੀਦਣ ਦੀ ਚਾਹ ਨਹੀਂ ਸੀ, ਪਰ ਪੂਰੋ ਢੀਠਾਂ ਦੀ ਤਰਾਣ ਅਗਲੀਆਂ ਤੇ ਵਿਹੜਿਆਂ ਵਿੱਚ ਜਾ ਬਹਿੰਦੀ, ਅੰਦਰ ਬਾਹਰ ਝਾਕਦੀ ਜਨਾਨੀਆਂ ਨੂੰ ਗਲ ਕੱਥੀ ਲਾ ਲੈਂਦੀ, ਪਿੰਡ ਦੀ ਲੁੱਟ ਦੀਆਂ ਗੱਲਾਂ ਛੇੜ ਲੈਂਦੀ। ਕੀ ਕਿਸੇ ਦੇ ਹਿੱਸੇ ਆਇਆ ਸੀ, ਹੱਸ ਹੱਸ ਕੇ ਉਹਨਾਂ ਨੂੰ ਪੁੱਛਦੀ। ਫਿਰ ਹਿੰਦੂਆਂ ਦੇ ਛੱਡੇ ਹੋਏ ਮਕਾਨਾਂ ਦੀ ਗੱਲ ਛੇੜ ਲੈਂਦੀ। ਪੂਰੋ ਨੂੰ ਰਾਮਚੰਦ ਦੇ ਘਰ ਦੀ ਪਛਾਣ ਨਹੀਂ ਸੀ, ਪਰ ਉਹਨੇ ਗੱਲਾਂ ਕਥਾ ਤੋਂ ਉਹਦੇ ਘਰ ਦਾ ਥਹੁ ਲੈ ਲਿਆ ਸੀ। ਰਸ਼ੀਦੇ ਤੋਂ ਪੂਰੋ ਨੂੰ ਡਾਢਾ ਸ਼ੱਕ ਸੀ। ਹੋਵੇ ਨਾ ਹੋਵੇ ਜਿਹਨੇ ਲਾਜੋ ਨੂੰ ਖੜਿਆ ਸੀ, ਉਹਨੇ ਖੋਰੇ ਲਾਜੋ ਦੇ ਘਰ ਨੂੰ ਵੀ ਸਾਂਭਿਆ ਹੋਵੇ। ਪੂਰੋ ਨੇ ਉਸ ਘਰ ਵਿੱਚ ਇੱਕ ਅੱਧਾ ਫੇਰ ਵੀ ਲਾਇਆ, ਪਰ ਇੱਕ ਬੁੱਢੀ ਜਨਾਨੀ ਬਾਹਰਲੀ ਡਿਓਢੀ ਵਿੱਚ ਹੀ ਉਹਨੂੰ ਮੋੜ ਦਿੰਦੀ ਸੀ ਕਿ ਉਹਨੇ ਕੁਝ ਨਹੀਂ ਲੈਣਾ। ਇੱਕ ਦਿਹਾੜੀ ਪੂਰੋ ਜਿਵੇਂ ਜੋਰੀ ਕਿਸੇ ਦੇ ਅੰਦਰ ਵੜੀਦਾ ਹੈ ਵਿਹੜੇ ਵਿੱਚ ਚਲੀ ਗਈ। ਅੰਮਾ, ਨਾ ਕੁਝ ਲਵੀਂ, ਵੇਖ ਤਾਂ ਲੈ, ਮੈਂ ਤੇਰੇ ਕੋਲ ਵੇਖਣ ਦਾ ਮੁੱਲ ਤੇ ਨਹੀਂ ਮੰਗਦੀ। ਤੇ ਪੂਰੋ ਨੇ ਖੇਸਾਂ ਦੀ ਗੰਢ ਪੋਏ ਤੇ ਰੱਖ ਕੇ ਖੇਸ ਖਿਲਾਰ ਦਿੱਤੇ। ਵਿਹੜੇ ਵਿੱਚ ਉਸ ਬੁੱਢੀ ਤੋਂ ਬਗੈਰ ਕੋਈ ਵੀ ਨਹੀਂ ਸੀ। ਅੱਲਾ ਫਜ਼ਲ ਕਰੇ, ਮੈਨੂੰ ਪਾਣੀ ਦਾ ਘੁੱਟ ਤੇ ਪਿਆ, ਸਵੇਰ ਦੀ ਤਰੂਟ ਲੱਖੀ ਆਂ। ਪੂਰੋ ਨੇ ਬੁੱਢੀ ਨੂੰ ਹਿੰਮਤ ਨਾਲ ਕਿਹਾ। ਪਾਣੀ ਛੱਡ ਕੇ ਤੂੰ ਲੱਸੀ ਦਾ ਛੰਨਾ ਪੀ ਲੈ, ਪਰ ਜੇ ਤੂੰ ਖੇਸ ਚਾਦਰਾਂ ਵੇਚਣੀਆਂ ਨੇ ਤਾਂ ਕਿਸੇ ਸ਼ਹਿਰ ਵਿੱਚ ਜਾ। ਉੱਥੇ ਲੋਕੀ ਨਾ ਕੱਤਦੇ ਨੇ ਨਾ ਤੁੰਬਦੇ ਨੇ। ਪਿੰਡ ਵਿੱਚ ਕਿਹਦੇ ਕੋਲ ਖੇਸਾਂ ਦੀ ਘਾਟ ਹੈ। ਬੁੱਢੀ ਨੇ ਪੂਰੋ ਨੂੰ ਸਲਾਹ ਦਿੱਤੀ ਤੇ ਅੰਦਰ ਵੱਲ ਮੂੰਹ ਕਰਕੇ ਆਵਾਜ਼ ਦਿੱਤੀ, ਨੇਕੇ ਬਖਸ਼ੀਏ, ਲੱਸੀ ਦਾ ਇੱਕ ਕਟੋਰਾ ਤੇ ਲਿਆ। ਪੂਰੋ ਦਾ ਜੀ ਧੜਕਣ ਲੱਗ ਪਿਆ। ਅੰਦਰੋਂ ਆਉਣ ਵਾਲੀ ਮੁਟਿਆਰ ਦਾ ਮੂੰਹ ਸੱਚੀ ਮੁੱਚੀ ਟੁੱਟੇ ਹੋਏ ਪੱਥਰ ਵਰਗਾ ਸੀ, ਖੁੱਸੇ ਹੋਏ ਖੰਭ ਵਰਗਾ ਸੀ। ਪੂਰੋ ਦਾ ਮੱਥਾ ਠਣਕਿਆ। ਹੋਵੇ ਨਾ ਹੋਵੇ ਇਹ ਲਾਜੋ ਹੈ। ਜਿੰਨਾ ਚਿਰ ਪੂਰੋ ਨੇ ਲਾਜੋ ਦਾ ਕਿਤੇ ਸ਼ੱਕ ਨਹੀਂ ਸੀ ਪਿਆ, ਉਨਾ ਚਿਰ ਪੂਰੋ ਨੂੰ ਇੱਕ ਲਗਨ ਸੀ ਕਿਤੇ ਲਾਜੋ ਦਿਸੇ। ਹੁਣ ਪੂਰੋ ਨੂੰ ਲਾਜੋ ਦਾ ਸ਼ੱਕ ਪੈ ਗਿਆ ਸੀ, ਪਰ ਉਸਨੂੰ ਸਮਝ ਨਾ ਆਵੇ ਕਿਵੇਂ ਉਹ ਆਪਣੇ ਸ਼ੱਕ ਦੀ ਨਿਵਤਰੀ ਕਰੇ। ਕੁੜੀ ਵੱਲ ਜਿਹੀ ਤੇ ਹੈ ਵੀ। ਪੂਰੋ ਨੇ ਬੁੱਢੀ ਨੂੰ ਬੜੀ ਹਮਦਰਦੀ ਨਾਲ ਕਿਹਾ ਤੇ ਮੁਟਿਆਰ ਦੇ ਹੱਥੋਂ ਲੱਸੀ ਦਾ ਕਟੋਰਾ ਫੜ ਲਿਆ। ਵੱਲ ਹੀ ਹੈ, ਐਵੇਂ ਜ਼ਰਾ। ਬੁੱਢੀ ਦੀ ਗੱਲ ਆਈ ਗਈ ਕਰ ਦਿੱਤੀ। ਲੂਣ ਦੀ ਟੱਲੀ ਹੈ ਵੇ, ਰਤਾ ਖੋਰੇ ਲਵਾਂ। ਪੂਰੋ ਨੇ ਲੱਸੀ ਦਾ ਇੱਕ ਘੁੱਟ ਭਰ ਕੇ ਕਟੋਰਾ ਹੱਥ ਵਿੱਚ ਫੜ ਲਿਆ। ਮੁਟਿਆਰ ਨੇ ਚੁੱਪਚਾਪ ਲੂਣ ਦੀ ਡੱਲੀ ਲਿਆ ਕੇ ਪੂਰੋ ਦੇ ਲਾਗੇ ਕਰ ਦਿੱਤੀ। ਪੂਰੋ ਨੇ ਉਹਦੇ ਹੱਥ ਟੱਲੀ ਫੜਨ ਲੱਗਿਆ ਉਹਦੀ ਇੱਕ ਉਂਗਲ ਨੂੰ ਦਬਾਇਆ। ਮੁਟਿਆਰ ਜ਼ਰਾ ਤ੍ਰਬਕ ਕੇ ਪੂਰੋ ਵੱਲ ਤੱਕਿਆ, ਪਰ ਨਾ ਉਹਦੇ ਹੋਠਾਂ ਉੱਤੇ ਕੋਈ ਹੱਸੀ ਆਈ, ਨਾ ਉਹਦੇ ਮੂੰਹ ਕੋਈ ਹਰਫ ਨਿਕਲਿਆ। ਕੁੜੀ ਗੰਨੇ ਦੇ ਛਿੱਲੜ ਵਾਂਗ ਪੀਤੀ ਹੋਈ ਸੀ। ਪੂਰੋ ਨੂੰ ਹੋਰ ਵੀ ਯਕੀਨ ਹੋ ਗਿਆ, ਇਹ ਕੁੜੀ ਲਾਜੋ ਭਾਵੇਂ ਨਾ ਹੋਵੇ, ਪਰ ਹੈ ਕੋਈ ਜੋਰੀ ਵਸਾਈ ਹੋਈ ਕੁੜੀ ਸੀ। ਪੂਰੋ ਨੂੰ ਘਰ ਦਾ ਪੱਕਾ ਖੂਹ ਲੱਗ ਗਿਆ ਸੀ ਕਿ ਇਹੋ ਘਰ ਰਾਮਚੰਦ ਹੋਰਾਂ ਦਾ ਘਰ ਹੁੰਦਾ ਸੀ। ਪੂਰੋ ਨੂੰ ਪੱਕਾ ਯਕੀਨ ਪੁੱਜੇ ਹੋਵੇ ਨਾ ਤਾਂ ਇਹ ਕੁੜੀ ਲਾਜੋ ਹੀ ਸੀ। ਲੱਸੀ ਦੀ ਟੀਕ ਲਾ ਕੇ ਕਟੋਰਾ ਪਾਈ ਤੇ ਰੱਖਣ ਲੱਗਿਆਂ ਪੂਰੋ ਨੇ ਮੁਟਿਆਰ ਦੀ ਬਾਂਹ ਫੜ ਲਈ। ਆ ਖਾ, ਮੈਂ ਤੇਰੀ ਨਾੜ ਵੇਖਾਂ।
ਰੰਗ ਤੇ ਤੇਰਾ ਵਸਾਰਾ ਵਰਗਾ ਹੋਇਆ ਹੋਇਆ। ਕਹਿੰਦੀ ਕਹਿੰਦੀ ਪੂਰੋ ਨੇ ਇੱਕ ਹੱਥ ਨਾਲ ਉਹਦੀ ਖੱਬੀ ਬਾਂਹ ਨੂੰ ਚਾਕ ਪਿਛਾਂਹ ਨੂੰ ਸਰਕਾ ਦਿੱਤਾ। ਮੁਟਿਆਰ ਦੀ ਬਾਂਹ ਉੱਤੇ ਹਿੰਦੀ ਵਿੱਚ ਨਾਂ ਖੁੱਦਿਆ ਹੋਇਆ ਸੀ, ਲਾਜੋ। ਮੁਟਿਆਰ ਫਿਰ ਵੀ ਨਾ ਬੋਲੀ ਚਾਲੀ। ਪੋ ਮਾਗ ਦੇ ਦੌਰੇ ਵਾਕਰ ਚੁੱਪ ਉਸ ਦੇ ਹੋਠਾਂ ਉੱਤੇ ਜੰਮੀ ਪਈ ਸੀ। ਕੋਈ ਧਾਗਾ ਕਰ ਦੇ ਖਾ, ਕੁੜੀ ਘਰ ਵਿੱਚ ਰਚ ਮਿਚ ਜਾਵੇ। ਮੁੰਡੇ ਨਾਲ ਵੀ ਨਹੀਂ ਕੁੰਦੀ ਸਹਿੰਦੀ, ਬੁੱਢੀ ਨੇ ਲੱਥੇ ਹੋਏ ਮੂੰਹ ਨਾਲ ਆਖਿਆ। ਪੂਰੋ ਨੂੰ ਆਪਣਾ ਆਪ ਸਾਂਭਣਾ ਔਖਾ ਹੋਇਆ ਸੀ। ਫਿਰ ਵੀ ਪੂਰੋ ਨੇ ਕਾਹਲੀ ਕਾਹਲੀ ਜਵਾਬ ਦਿੱਤਾ, ਮੇਰੇ ਕੋਲ ਅਜਿਹਾ ਤਵੀਤ ਹੈਗਾ ਹੈ, ਇਹ ਦਿਨਾਂ ਵਿੱਚ ਹੀ ਮਕਈ ਦੇ ਦਾਣੇ ਵਾਂਗਣ ਖਿੜ ਪਵੇਗੀ। ਮੈਂ ਤੇਰਾ ਦੇਣਿਆਂ ਦਵਾਂਗੀ, ਮੈਨੂੰ ਉਹ ਤਵੀਤ ਲਿਆ ਦੇ। ਬੁੱਢੀ ਨੇ ਪੂਰੋ ਦੀ ਚਾਦਰ ਫੜ ਲਈ। ਲੈ ਮੈਂ ਕੱਲ੍ਹ ਹੀ ਲਿਆ ਲਵਾਂਗੀ, ਅੱਲਾ ਦੀ ਖੈਰ ਕੀਤੀ। ਤਾਂ ਕਹਿੰਦੇ ਕਹਿੰਦੇ ਪੂਰੋ ਨੇ ਖੇਸਾਂ ਦੀ ਗੰਢ ਬੰਨ੍ਹ ਲਈ। ਮੁਟਿਆਰ ਇੱਕ ਗੂੰਗੇ ਬੋਲੇ ਬੁੱਤ ਵਾਂਗਣ ਉਹਦੇ ਵੱਲ ਵੇਂਦੀ ਪਈ ਸੀ। ਖੇਸਾਂ ਦੀ ਗੰਢ ਹੇਠਾਂ ਅਜੇ ਪੂਰੋ ਦਾ ਲੱਕ ਟੁੱਟਦਾ ਜਾਂਦਾ ਸੀ। ਮਸਾਂ ਕਿਤੇ ਉਹ ਆਪਣੀ ਬੋਲੀ ਵਾਲੀ ਕੋਠੜੀ ਵਿੱਚ ਅੱਪੜੀ। ਹੁਣ ਅੱਗੋਂ ਤੂੰ ਜਾਣੇ, ਤੇਰਾ ਕੰਮ ਜਾਣੇ, ਪੂਰੋ ਨੇ ਰਸ਼ੀਦੇ ਨੂੰ ਸਾਰੀ ਗੱਲ ਸੁਣਾ ਕੇ ਆਖਿਆ। ਕੋਈ ਐਸੀ ਵਿਉਂਤ ਬਣਾ। ਰਸ਼ੀਦਨ ਸੋਚਣ ਲੱਗ ਪਿਆ, ਜਿਵੇਂ ਮੈਨੂੰ ਕੋੜੀ ਤੇ ਪਾ ਲਿਆ ਸੀ। ਹੁਣ ਵੀ ਹਿੰਮਤ ਕਰ। ਪੂਰੋ ਨੇ ਰਸ਼ੀਦੇ ਨੂੰ ਇੱਕ ਟੋਕਰ ਲਈ ਤੇ ਹੱਸ ਪਈ। ਫਿਰ ਪੂਰੋ ਤੇ ਰਸ਼ੀਦਾ ਕਿੰਨੀਆਂ ਹੀ ਵਿਉਂਤਾਂ ਬਣਾਉਂਦੇ ਰਹੇ, ਪਰ ਕੋਈ ਜੱਚਦੀ ਨਾ। ਰਸ਼ੀਦਾ ਆਦਾ ਇੱਥੋਂ ਤੇ ਉਹਨੂੰ ਨਸਾ ਕੇ ਲੈ ਜਾਣਾ ਔਖਾ ਨਹੀਂ ਸੀ, ਪਰ ਅੱਗੋਂ ਉਹਨੂੰ ਅਪਣਾਵੇਗਾ ਕਿਵੇਂ? ਪੂਰੋ ਨੂੰ ਅੱਗੇ ਕਦੀ ਨਹੀਂ ਸੀ ਖਿਆਲ ਆਇਆ, ਪਰ ਅੱਜ ਉਹਨੂੰ ਇੱਕ ਹੋਰ ਸੋਚ ਆਈ। ਮੇਰੇ ਮਾਂ ਪਿਓ ਨੇ ਮੈਨੂੰ ਨਾ ਮੁੜ ਕੇ ਕਬੂਲਿਆ ਆਪਣੀ ਧੀ ਨੂੰ, ਹੁਣ ਆਪਣੀ ਨੂੰਹ ਨੂੰ ਕਬੂਲ ਲੈਣਗੇ। ਜੇ ਉਹਨਾਂ ਵਾਪਿਸ ਲੈ ਲੈਣ ਤੋਂ ਹੀ ਨਾ ਕਰ ਦਿੱਤੀ ਤਾਂ? ਰਸ਼ੀਦੇ ਨੇ ਪੂਰੋ ਨੂੰ ਦੱਸਿਆ ਕਿ ਹੁਣ ਉਹਨਾਂ ਦੀਆਂ ਸਰਕਾਰਾਂ ਵੱਲੋਂ ਐਲਾਨ ਨਿਕਲੇ ਸਨ ਕਿ ਚੋਰੀ ਚੁੱਕੀਆਂ ਕੁੜੀਆਂ ਨੂੰ ਲੱਭ ਲੱਭ ਕੇ ਵਾਪਿਸ ਦੇ ਦਿਓ, ਕਿਉਂਕਿ ਉਹਨਾਂ ਦੇ ਬਦਲੇ ਵਿੱਚ ਦੂਜੇ ਪਾਸੇ ਦੀ ਲੱਭੀਆਂ ਹੋਈਆਂ ਕੁੜੀਆਂ ਮਿਲਦੀਆਂ ਸਨ। ਸਾਰੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਵਾਪਸ ਲੈ ਲੈਣਗੇ। ਪੂਰੋ ਦਾ ਜੀਅ ਵਿੱਚ ਕਾਟ ਪਈ। ਉਹਦੀ ਵਾਰੀ ਦੁਨੀਆ ਦੇ ਸਾਰੇ ਧਰਮ ਉਹਦੇ ਰਾਹ ਵਿੱਚ ਕੰਡੇ ਬਣ ਕੇ ਵਿਚ ਗਏ ਸਨ। ਉਹਦੇ ਮਾਪੇ ਨਹੀਂ ਸਨ ਉਹਦੇ ਕਬੂਲਦੇ, ਉਹਦੇ ਸਹੁਰੇ ਨਹੀਂ ਸਨ ਉਹਨੂੰ ਕਬੂਲਦੇ। ਅੱਜ ਸਭਨਾਂ ਮਜ਼ਹਬਾਂ ਨੇ ਮਾਣ ਟੁੱਟ ਗਏ ਸਨ। ਅੱਜ ਆਪਣੀਆਂ ਸਾਰੀਆਂ ਸੋਚਾਂ ਪੂਰੋ ਦੇ ਟੱਕੇ ਲਈਆਂ ਤੇ ਉਹ ਸਿਰਫ ਲਾਜੋ ਨੂੰ ਸੋਚਣ ਲੱਗ ਪਈ। ਗੀਟੀਆਂ ਗਿਣ ਗਿਣ ਕੇ ਪੂਰੋ ਨੇ ਰਾਤ ਕੱਢੀ। ਉਹ ਦੂਜੀ ਪਲਕ ਵੇਲੇ ਦਾ ਖੂਹ ਲੈਂਦੀ ਰਹੀ ਕਿ ਕਿਹੜੇ ਕੁ ਵੇਲੇ ਲਾਜੋ ਦੀ ਘਰ ਵਾਲੀ ਬੁੱਢੀ ਆਪਣੇ ਪੁੱਤਰ ਨੂੰ ਖੇਤਾਂ ਵਿੱਚ ਰੋਟੀ ਦੇਣ ਗਈ ਹੋਵੇਗੀ। ਉਸਨੇ ਦੋ ਕੁ ਕੋਰੇ ਖੇਸ ਸਿਰ ਉੱਤੇ ਰੱਖ ਕੇ ਲੀੜ ਦੀ ਕੰਨੀ ਵਿੱਚ ਕਾਗਜ਼ ਵਿੱਚ ਵਲੋਟੀ ਹੋਈ ਚੁਟਕੀ ਕੁ ਸੁਆਹ ਬੰਨ੍ਹ ਲਈ। ਲਾਜੋ ਦੇ ਘਰ ਦੀ ਭੀੜੀਆਂ ਹੋਈਆਂ ਬੂਹਾਂ ਹੱਥਾਂ ਨਾਲੋਂ ਖੋਲ੍ਹਣ ਲੱਗੀਆਂ। ਪੂਰੋ ਨੇ ਸਾਰੇ ਪੀਰ ਫਕੀਰ ਧਿਆਏ। ਪੂਰੋ ਨੂੰ ਚਰੋਕਣੇ ਪੁੱਲੇ ਹੋਏ ਦੇਵੀ ਦੇਵਤੇ ਦੇ ਨਾਂ ਚੇਤੇ ਆਏ। ਉਸ ਤੋਂ ਪਹਿਲਾਂ ਕਿਸੇ ਵੀ ਦਿਨ ਰੱਬ ਤੇ ਖੁਦਾ ਦਾ ਲਾ ਲੈਣ ਲੱਗਿਆਂ ਪੂਰੋ ਕਹਿ ਦਿੰਦੀ ਹੁੰਦੀ ਸੀ ਕਿ ਰੱਬ ਉਹਦਾ ਮਤਰੇਇਆ ਪਿਓ ਹੈ, ਖੁਦਾ ਦੀ ਉਹ ਮਤਰੇਈ ਧੀ ਹੈ। ਕਿਸੇ ਵੀ ਰੱਬ ਖੁਦਾ ਨੂੰ ਉਹਦੀ ਖਿੱਚ ਪੀੜ ਨਹੀਂ। ਪਰ ਅੱਜ ਪੂਰੋ ਨੂੰ ਇੱਕ ਸਹਿਮ ਆ ਗਿਆ। ਉਸ ਨੇ ਝਿਜਕ ਜਿਹੀ ਵਿੱਚ ਕਿਸੇ ਰੱਬ ਰਹੀਮ ਨੂੰ ਚੇਤੇ ਕੀਤਾ ਕਿ ਕਿਵੇਂ ਉਹਦਾ ਮੇਲ ਇਕੱਲੀ ਲਾਜੋ ਨਾਲ ਹੋ ਜਾਵੇ। ਦੁਪਹਿਰੀਆਂ ਦਾ ਪੱਤੇ ਵੇਲੇ ਪੂਰੋ ਨੂੰ ਬੋੜ ਪਿਆ ਸੀ। ਬੁੱਢੀ ਆਪਣੇ ਪੁੱਤਰ ਨੂੰ ਰੋਟੀ ਦੇਣ ਗਈ ਸੀ ਤੇ ਕੱਲੀ ਕਾਰੀ ਲਾਜੋ ਵਿਹੜੇ ਵਿੱਚ ਇੱਕ ਅਲਾਣੀ ਮੰਜੀ ਉੱਤੇ ਪਈ ਹੋਈ ਸੀ। ਅੰਮਾ ਕਿੱਥੇ ਹੈ? ਪੂਰੋ ਨੇ ਵਿਹੜੇ ਵਿੱਚ ਪੈਰ ਪਾਉਂਦਿਆਂ ਹੀ ਪੁੱਛ ਲਿਆ। ਖੇਤਾਂ ਵੱਲ ਗਈ ਹੈ, ਲਾਜੋ ਨੇ ਕੱਲ ਦੀ ਖੇਸ ਵੇਚਣ ਵਾਲੀ ਨੂੰ ਤੱਕ ਕੇ ਕਿਹਾ। ਖੇਸਾਂ ਵਾਲੀ ਨਾਲ ਜਾਗੀ ਹੋਈ ਲਾਜੋ ਦੀ ਦਿਲਚਸਪੀ ਲਾਜੋ ਦੇ ਮੂੰਹ ਉੱਤੇ ਪਈ ਲੱਭਦੀ ਸੀ। ਲਾਜੋ ਮੰਜੀ ਉੱਤੇ ਉੱਠ ਕੇ ਬਹਿ ਗਈ। ਪੂਰੋ ਨੂੰ ਇੱਕੋ ਵਰਗੀ ਆਪਣੀ ਮਾਂ ਦੀ ਸ਼ਕਲ, ਆਪਣੀ ਭੈਣ ਦੀ ਸ਼ਕਲ, ਆਪਣੀ ਭਾਬੀ ਦੀ ਸ਼ਕਲ ਲਾਜੋ ਦੇ ਮੂੰਹ ਵਿੱਚੋਂ ਦਿਸੀ। ਪੂਰੋ ਲਾਜੋ ਦੇ ਗਲ ਨਾਲ ਚੰਬੜ ਗਈ।
ਪੂਰੋ ਦੇ ਅੰਦਰੋਂ ਰੋਣਾ ਉੱਠਿਆ। ਉਸਨੂੰ ਲੱਗਾ ਉਹਦਾ ਰੋਣਾ ਕੰਧਾਂ ਨੂੰ ਪਾੜ ਦੇਵੇਗਾ, ਉਹਦਾ ਰੋਣਾ ਖੇਤਾਂ ਨੂੰ ਚੀਰ ਜਾਏਗਾ, ਉਹਦਾ ਰੋਣਾ ਪਿੰਡਾਂ ਨੂੰ ਲੰਘ ਜਾਏਗਾ, ਉਹਦਾ ਰੋਣਾ ਸ਼ਹਿਰਾਂ ਨੂੰ ਟੱਪ ਜਾਏਗਾ। ਉਹਦਾ ਰੋਣਾ। ਪੂਰੋ ਨੇ ਆਪਣਾ ਰੋਣਾ ਸੰਗ ਵਿੱਚ ਹੀ ਪਾਰ ਨਾ ਨਿਕਲਣ ਦਿੱਤਾ। ਤੂੰ ਲਾਜੋ ਐ ਮੇਰੀ ਭਾਬੀ, ਪੂਰੋ ਨੇ ਸਾਰੇ ਗੁਬਾਰ ਆਪਣੇ ਅੰਦਰ ਵਲੋਟ ਕੇ ਆਖਿਆ। ਤੂੰ ਪੂਰੋ ਐ? ਲਾਜੋ ਨੇ ਉਹਦੀ ਛਾਤੀ ਨਾਲ ਲੈ ਕੇ ਉਹਦੇ ਮੂੰਹ ਵੇਖਿਆ, ਪਰ ਲਾਜੋ ਨੇ ਪਹਿਲਾਂ ਕਦੇ ਪੂਰੋ ਨੂੰ ਤੱਕਿਆ ਨਹੀਂ ਸੀ। ਜੋ ਪਛਾਣਦੀ ਫਿਰ ਵੀ ਲਾਜੋ ਨੇ ਪੂਰੋ ਦੇ ਮੂੰਹ ਸੰਘਵੇ ਦਾ ਸੰਘਵਾ ਪੂਰੋ ਦੇ ਭਰਾ ਵਰਗਾ ਲੱਗਾ, ਆਪਣੇ ਖਵਾਂਦੇ ਵਰਗਾ। ਲਾਜੋ ਨੂੰ ਇੱਕ ਗੱਚ ਆਇਆ, ਜਿਵੇਂ ਉਹ ਆਪਣੇ ਖਾਵਦੇ ਦੇ ਮੂੰਹ ਸਾਹਮਣੇ ਅੱਖਾਂ ਨਾ ਚੁੱਕ ਸਕਦੀ ਹੋਵੇ। ਲਾਜੋ ਪੂਰੇ ਦੀਆਂ ਲੱਤਾਂ ਉੱਤੇ ਟਹਿ ਪਈ। ਲਾਜੋ ਦੇ ਅੰਦਰ ਜੋ ਪਿਆ ਬੀਤਿਆ ਸਨ, ਖੌਰੇ ਪੂਰੋ ਦੀਆਂ ਆਪਣੀਆਂ ਨਾੜਾਂ ਵਿੱਚ ਪਈਆਂ ਲੰਘਦੀਆਂ ਸਨ। ਪੂਰੋ ਨੂੰ ਕੁਝ ਵੀ ਪੁੱਛਣ ਗੋਚਰ ਨਹੀਂ ਸੀ। ਪੂਰੋ ਨੂੰ ਕੁੱਟ-ਕੁੱਟ ਕੇ ਲਾਜੋ ਨੂੰ ਕਲੇਜੇ ਨਾਲ ਲਾਇਆ। ਕੋਈ ਆ ਜਾਏਗਾ ਲਾਜੋ, ਮੇਰੀ ਗੱਲ ਸੁਣ। ਪੂਰੋ ਨੇ ਸਮੇਂ ਦੀ ਸੁਰਤਾਈ। ਲਾਜੋ ਦੀਆਂ ਪੁੱਬਾਂ ਨਹੀਂ ਸਨ ਰੁਕਦੀਆਂ। ਲਾਜੋ ਦਾ ਸਾਹ ਨਹੀਂ ਸੀ ਸਾਹ ਵਿੱਚ ਰਲਦਾ। ਉਹ ਕਿਹੜੇ ਵੇਲੇ ਪਰਤ ਆਉਂਦੇ ਨੇ? ਪੂਰੋ ਨੇ ਫਿਰ ਪੁੱਛਿਆ। ਮੈਨੂੰ ਕੁਝ ਨਹੀਂ ਪਤਾ, ਮੈਨੂੰ ਆਪਣੇ ਕੋਲ ਲੈ ਚੱਲ। ਲਾਜੋ ਸਿੱਧੀ ਨਹੀਂ ਸੀ ਹੁੰਦੀ, ਪੂਰੋ ਦੀਆਂ ਲੱਤਾਂ ਨਾਲ ਲੈਂਦੀ ਨਹੀਂ ਸੀ। ਲੈਣ ਤਾਂ ਆਈ ਹਾਂ, ਹੋਰ ਕਰਨ ਕੀ ਆਈ ਹਾਂ? ਮੇਰੀ ਗੱਲ ਤੇ ਸੁਣ। ਪੂਰੋ ਨੇ ਮੋਢਿਆਂ ਤੋਂ ਫੜ ਕੇ ਲਾਜੋ ਦਾ ਮੂੰਹ ਉੱਚਾ ਕੀਤਾ। ਹਾਏ, ਮੈਨੂੰ ਲੈ ਚੱਲ, ਪਰ ਤੂੰ ਸੰਭਲ ਕੇ ਬੈਠ, ਕੋਈ ਉੱਤੇ ਆ ਜਾਵੇਗਾ। ਮੈਨੂੰ ਲੈ ਕੇ ਨੱਸ ਚੱਲ, ਮੈਂ ਸਾਰੀ ਉਮਰ ਤੇਰੀ ਚਾਕਰ ਬਣ ਕੇ ਰਵਾਂਗੀ। ਕਮਲੀ ਨਾ ਬਣ, ਇੰਜ ਮੈਂ ਨਸਾ ਕੇ ਕਿੱਥੇ ਲੈ ਜਾਵਾਂ? ਮੇਰੀ ਗੱਲ ਸੁਣ। ਹਾਏ, ਮੈਂ ਕਿੱਥੇ ਜਾਵਾਂਗੀ? ਮੈਂ ਇੱਥੇ ਹੀ ਤਰਕ ਤਰਕ ਕੇ ਮਰ ਜਾਵਾਂਗੀ। ਲਾਜੋ ਦੇ ਮੂੰਹ ਉੱਤੇ ਅੱਥਰੂ ਨਹੀਂ ਸਨ ਸੁੱਕਦੇ। ਪੂਰੋ ਡਰਦੀ ਸੀ, ਗੱਲ ਵੀ ਨਹੀਂ ਕਰ ਹੋਣੀ ਤੇ ਉਹ ਬੁੱਢੀ ਆ ਜਾਣਾ ਹੈ। ਪੂਰੋ ਨੇ ਪੱਲੇ ਨਾਲ ਲਾਜੋ ਦੇ ਮੂੰਹ ਪੂੰਝਿਆ ਤੇ ਵਾਸਤੇ ਦੇ ਦੇ ਕੇ ਉਹਨੂੰ ਚੁੱਪ ਕਰਾਇਆ। ਕਦੇ ਤੂੰ ਬਾਹਰ ਅੰਦਰ ਜਾਨੀ ਐ? ਨਾ। ਪਰ ਸਵੇਰੇ ਤੇ ਪਹਿਲੀਆਂ ਨੂੰ ਜਾਂਦੀ ਹੋਵੇਂਗੀ। ਨਾਲ ਉਹ ਜਾਂਦੀ ਹੈ। ਅੱਜ ਸਬਬ ਨਾਲ ਮੱਸਿਆ ਹੈ। ਅੱਜ ਰਾਤ ਨੂੰ ਜੇ ਤੂੰ ਬਾਹਰਲੇ ਖੂਹੇ ਕੋਲ ਆ ਸਕੇ, ਉੱਤੇ ਰਸ਼ੀਦਾ ਕੋੜੀ ਲੈ ਕੇ ਖਲੋਤਾ ਹੋਵੇਗਾ। ਲਾਜੋ ਜਿਵੇਂ ਚੱਕ ਗਈ। ਉਹਨੂੰ ਰਾਤੀਂ ਖੂਹ ਕੋਲ ਇਕੱਲਿਆਂ ਪਹੁੰਚਣਾ ਹੀ ਮੁਹਾਲ ਲੱਗਦਾ ਸੀ। ਫਿਰ ਉਹ ਰਸ਼ੀਦੇ ਨੂੰ ਜਾਣਦੀ ਵੀ ਨਹੀਂ ਸੀ, ਤੇ ਜੇ ਕਿਸੇ ਨੇ ਤੱਕ ਲਿਆ ਤਾਂ ਕਿਸੇ ਦੀ ਜਾਨ ਸਲਾਮਤੀ ਨਹੀਂ ਸੀ। ਮੈਂ ਘਰੋਂ ਨਿਕਲਾਂਗੀ ਕਿਵੇਂ? ਰਾਤੀਂ ਸਾਰਿਆਂ ਦੇ ਸੁੱਤੇ ਦਾ ਲਾ ਲਵੀਂ। ਉਹ ਤੇ ਦਾਰੂ ਵੀ ਪੀਂਦਾ ਹੈ। ਇਸ ਰਾਤ ਜਿਵੇਂ ਕਿਵੇਂ ਕੁੱਟ ਬਹੁਤਾ ਤੇ ਦਿਆਂਗੀ, ਪਰ ਬਾਹਰਲੇ ਵਿਹੜੇ ਵਿੱਚ ਬੁੱਢੀ ਨਹੀਂ ਕੋਈ ਅਫੀਮ ਸ਼ੀਮ ਖਾਂਦੀ ਹੈ? ਮੈਂ ਤਾਂ ਨਹੀਂ ਤੱਕਿਆ। ਇੱਕ ਵਾਰ ਜੇ ਕਦੇ ਉੱਥੇ ਅੱਪੜ ਪਵੇ ਤਾਂ। ਪਰ ਉੱਥੇ ਮੈਂ ਉਹਨੂੰ ਜਾਣਦੀ ਨਹੀਂ। ਜੇ ਉੱਥੇ ਤੂੰ ਹੋਵੇਂ, ਉਹ ਤੇ ਰਾਤੋਂ ਰਾਤ ਪੈਂਡਾ ਮਾਰ ਲਵੇਗਾ। ਮੈਂ ਹੋਈ ਤਾਂ ਦੋਵੇਂ ਰਾਹ ਵਿੱਚ ਹੀ ਰਹਿ ਜਾਵਾਂਗੀਆਂ। ਮੈਂ ਕਦੇ ਉਹਨੂੰ ਡਿੱਠਾ ਨਹੀਂ। ਤੂੰ ਮੇਰੇ ਤੇ ਇਤਬਾਰ ਕਰ। ਤੇਰੀ ਤਸੱਲੀ ਵਾਸਤੇ ਆ ਮੇਰੇ ਹੱਥ ਦੀ ਅੰਗੂਠੀ ਉਹਦੇ ਹੱਥ ਵਿੱਚ ਪਈ ਹੋਵੇਗੀ, ਵੇਖ ਲਵੀਂ। ਜੇ ਅੱਜ ਰਾਤ ਦਾ ਨਾ ਲੱਗਾ ਤਾਂ ਫਿਰ ਉਸ ਤੋਂ ਅਗਲੀ ਰਾਤ ਉਹ ਪੂਰੀਆਂ 3 ਰਾਤਾਂ ਤੇਰੀਆਂ ਉਡੀਕ ਕਰੇਗਾ। ਗਲੀ ਵਿੱਚੋਂ ਖੜਾਕ ਆਉਂਦਾ ਹੈ, ਖੌਰੇ ਕੋਈ ਆ ਗਿਆ। ਪੂਰੋ ਮੰਜੀ ਤੋਂ ਹੇਠਾਂ ਹੋ ਬੈਠੀ। ਮੰਜੀ ਦੀ ਪੁਆਂਦੀ ਵੱਲ ਖੇਸਾਂ ਨੂੰ ਪਾਰ ਕੇ ਪੂਰੋ ਨੇ ਪੱਲੇ ਨਾਲ ਬੰਨ੍ਹੀ ਹੋਈ ਸਵਾਹ ਦੀ ਪੂਣੀ ਨੂੰ ਤੱਕਿਆ ਕਿ ਜੇ ਬੁੱਢੀ ਆ ਜਾਵੇ ਤਾਂ ਉਹਨੂੰ ਉਹ ਤਵੀਤ ਤੇ ਰੱਖ ਦੇ ਸਕੇ। ਪਰ ਬੁੱਢੀ ਅਜੇ ਨਹੀਂ ਸੀ ਆਈ। ਜੇ ਤੂੰ ਉਸ ਤਵੀਤ ਦੇ ਬਹਾਨੇ ਮੈਨੂੰ ਰੋਜ਼ ਕਿਸੇ ਬੋਲੀ ਖੂਹ ਤੇ ਲੈ ਜਾਇਆ ਕਰੇ। ਤੇ ਫਿਰ ਇੱਕ ਦਿਨ ਲਾਜੋ ਨੇ ਆਪਣੀ ਆਵਾਜ਼ ਅੱਗੇ ਨਾਲੋਂ ਵੀ ਹੌਲੀ ਕਰ ਲਈ। ਇਸ ਤਰ੍ਹਾਂ ਤੇਰੇ ਉੱਤੇ ਪੂਰਾ ਸ਼ੱਕ ਹੋ ਜਾਏਗਾ। ਮੈਂ ਚਾਹੁੰਦੀ ਹਾਂ ਉਹ ਤੈਨੂੰ ਲੈ ਕੇ ਪਿੰਡ ਨਿਕਲ ਜਾਏ ਤੇ ਮੈਂ ਪਿੱਛੋਂ ਵੀ 2-3 ਦਿਨ ਪਿੰਡ ਵਿੱਚ ਫੇਰਾ ਪਾਉਂਦੀ ਰਵਾਂ। ਕਿਸੇ ਨੂੰ ਮੇਰੇ ਉੱਤੇ ਉਂਗਲੀ ਨਾ ਹੋਵੇ। ਮੈਨੂੰ ਡਰ ਲੱਗਦਾ ਹੈ ਜੇ ਕਿਸੇ ਰਾਹ ਵਿੱਚ ਹੀ ਫੜ ਲਿਆ,
ਫਿਰ ਜੋ ਕਿਸਮਤ ਵਿੱਚ ਲਿਖਿਆ ਹੋਇਆ ਹੈ, ਅੱਗੇ ਕਿਹੜੀ ਕਰਮਾਂ ਦੇ ਸਿੱਧੇ ਪਏ ਹੋਏ ਨੇ। ਪਰ ਮੈਂ ਸਾਰੀ ਉਮਰ ਤੇਰੇ ਉੱਤੇ ਭਾਰੂ ਹੋ ਜਾਵਾਂਗੀ। ਇਹ ਗੱਲਾਂ ਫਿਰ ਕਰਾਂਗੇ, ਇਸ ਵੇਲੇ ਨਹੀਂ। ਮੇਰੀ ਸਲਾਹ ਹੈ, ਮੈਂ ਚੱਲੀ ਹੀ ਜਾਵਾਂ ਤਾਂ ਚੰਗੀ ਹੈ, ਬੁੱਢੀ ਮੈਨੂੰ ਅਜ ਨਾ ਹੀ ਦੇਖੇ ਤਾਂ। ਹਾਏ ਮੈਨੂੰ ਵੀ ਨਾਲ ਲੈ ਚੱਲ। ਲਾਜੋ ਆਵਦਿਆਂ ਵਾਕਰ ਉੱਠਣ ਲੱਗੀ ਪੂਰੋ ਨੂੰ ਚੰਬੜ ਗਈ। ਪੂਰੋ ਨੇ ਬੂਹੇ ਵੱਲ ਤੱਕਿਆ ਲਾਜੋ ਨੂੰ ਕੁੱਟ ਕੇ ਜੱਫੀ ਮਾਰੀ ਤੇ ਅੱਜ ਰਾਤੀ ਅੱਧੀ ਰਾਤੀ ਕੋਲ ਤੇ ਨਾ ਭਾਵੇਂ ਕਹਿੰਦੀ ਪੂਰੇ ਖੇਸਾਂ ਨੂੰ ਸੰਭਾਲ ਕੇ ਘਰੋਂ ਪਾਰ ਹੋ ਗਈ। ਵਾਣ ਦੀ ਮੰਜੀ ਉੱਤੇ ਲਾਜੋ ਨੇ ਦੋਹਾਂ ਪੈਰਾਂ ਲਿਮਾਰਿਆ। ਅੱਜ ਲਾਜੋ ਦੇ ਸਾਰੇ ਅੰਗਾਂ ਵਿੱਚ ਇੱਕ ਚਾਮਕ ਆਈ। ਫਿਰ ਲਾਜੋ ਨੂੰ ਜਿਵੇਂ ਸਾਰਿਆਂ ਕੰਧਾਂ ਵਿੱਚੋਂ ਇੱਕ ਆਵਾਜ਼ ਆਈ, ਅੱਜ ਰਾਤੀ ਅੱਧੀ ਰਾਤੀ। ਲਾਜੋ ਨੇ ਦਲਾਲ ਦੀ ਇੱਕ ਇੱਟ ਨੂੰ ਵੇਖਿਆ। ਇਹੋ ਹੀ ਮੇਰਾ ਘਰ ਸੀ, ਇੱਥੇ ਹੀ ਮੈਂ ਜੰਮੀ ਪਲੀ, ਇੱਥੇ ਹੀ ਮੈਂ ਵੱਡੀ ਹੋਈ, ਐਸੇ ਘਰ ਮੇਰੀ ਡੋਲੀ ਨਿਕਲੀ, ਇੱਥੇ ਹੀ ਮੈਂ ਮੁੜ ਕੇ ਪੇਕੇ ਆਈ। ਸਾਰੇ ਇਸ ਘਰ ਵਿੱਚ ਨਿਕਲ ਗਏ, ਪਰ ਮੇਰਾ ਮੁਰਦਾ ਐਸੇ ਘਰ ਵਿੱਚ ਰੁਲਦਾ ਰਿਹਾ। ਮੈਂ ਆਪਣੇ ਘਰ ਵਿੱਚ ਪਰਦੇਸਣ ਬਣ ਗਈ। ਐਸੇ ਘਰ ਨੇ ਮੈਨੂੰ ਜੰਮਿਆ, ਐਸੇ ਘਰ ਨੇ ਮੈਨੂੰ ਖਾ ਲਿਆ। ਲਾਜੋ ਘਰ ਦੀਆਂ ਚੁਗਾਠਾਂ ਨੂੰ ਵੇਖਣ ਲੱਗ ਪਈ। ਇਹਨਾਂ ਚੁਗਾਠਾਂ ਨੂੰ ਵੀ ਸ਼ਰਮ ਨਾ ਆਈ। ਇਹਨਾਂ ਨੇ ਮੈਨੂੰ ਕੁਆਰਾ ਹੁੰਦਿਆਂ ਤੱਕਿਆ। ਇਹਨਾਂ ਕੰਧਾਂ ਨੂੰ ਵੀ ਲਾਜ ਨਾ ਆਈ। ਇਹਨਾਂ ਨੇ ਮੇਰੀ ਪਾਣਪਤ ਲੈਂਦੀ ਤੱਕੀ, ਪਰ ਅੱਜ ਰਾਤੀ ਸਭੇ ਕੰਧਾਂ ਟੁੱਟ ਜਾਣਦੀਆਂ, ਸਭ ਚੁਗਾਠਾਂ ਢਹਿ ਪੈਂਦੀਆਂ। ਮੈਂ ਬੁੱਢੀ ਬਾਹਰਲੀ ਪੀੜੀਆਂ ਹੋਈਆਂ ਬੂਹਾ ਲਾ ਕੇ ਵਿਹੜੇ ਵਿੱਚ ਆ ਪਹੁੰਚੀ ਸੀ। ਡਾਢੇ ਵੇਲੇ ਸਿਰ ਗਈ ਸੀ। ਲਾਜੋ ਨੇ ਮਨ ਹੀ ਮਨ ਵਿੱਚ ਆਖਿਆ, ਅੱਜ ਉਸਦੇ ਖੇਸਾਂ ਵਾਲੀ ਨੇ ਆਉਣਾ ਸੀ, ਅਜੇ ਆਈ ਤਾਂ ਨਹੀਂ। ਬੁੱਢੀ ਆਉਂਦੀ ਹੀ ਪਹਿਲੀ ਗੱਲ ਪੁੱਛੀ ਤੇ ਹੱਥ ਵਿਚਲਾ ਸਾਗ ਭਾਜੀ ਦਾ ਨਿੱਕਾ ਸੁੱਕ ਪੋਏ ਤੇ ਰੱਖ ਕੇ ਲਾਜੋ ਵੱਲ ਮੰਜੀ ਤੇ ਬਾਹੀ ਉੱਤੇ ਬਹਿ ਗਈ। ਖੇਸਾਂ ਵਾਲੀ ਦਾ ਨਾਂ ਸੁਣ ਕੇ ਲਾਜੋ ਦੇ ਮੂੰਹ ਉੱਤੇ ਇੱਕ ਰੌਣਕ ਜਿਹੀ ਫਿਰ ਗਈ। ਨਾ, ਲਾਜੋ ਨੇ ਸਿਰ ਹਿਲਾ ਕੇ ਆਖਿਆ। ਫਿਰ ਲਾਜੋ ਸੋਚਣ ਲੱਗ ਪਈ, ਪੂਰੋ ਨੂੰ ਪਤਾ ਕਿਵੇਂ ਲੱਗੇ ਕਿ ਮੈਂ ਇੱਥੇ ਰਹਿ ਰਹੀ ਸਾਂ। ਉਹ ਮੈਨੂੰ ਕਿਵੇਂ ਲੱਭਣ ਆਈ? ਉਹ ਕਿਹੜੇ ਪਿੰਡ ਵਿੱਚ ਰਹਿੰਦੀ ਹੈ? ਮੈਂ ਉਹਨੂੰ ਕੁਝ ਵੀ ਨਾ ਪੁੱਛਿਆ। ਪੁੱਛਣ ਦਾ ਵੇਲ ਹੀ ਨਹੀਂ ਸੀ। ਅੱਜ ਰਾਤੀ ਅੱਧੀ ਰਾਤੀ। ਫਿਰ ਲਾਜੋ ਦੇ ਕੰਨਾਂ ਵਿੱਚੋਂ ਇਹ ਆਵਾਜ਼ ਉੱਠ ਕੇ ਲਾਜੋ ਨੇ ਕੰਨਾਂ ਵਿੱਚ ਪੈਣ ਲੱਗ ਪਈ। ਮੈਂ ਆਖਿਆ, ਫੱਕਕ ਮੁੱਠ ਪਾ ਕੇ ਚੌਲਾਂ ਦਾ ਵਲੋਟੀ ਤਰ ਦੇ। ਮੈਂ ਤੇ ਥੱਕ ਗਈ ਆਂ। ਕਹਿੰਦੀ ਬੁੱਢੀ ਮੰਜੀ ਉੱਤੇ ਨਿਸਲ ਹੋ ਕੇ ਪੈ ਗਈ। ਜਿਵੇਂ ਆਖਰੀ ਵਾਰ ਦੇ ਕੰਮ ਨੂੰ ਕੋਈ ਚੁੰਮਦੇ ਮੁਕਾਂਦਾ ਏ। ਲਾਜੋ ਨੇ ਉੱਠ ਕੇ ਮੋਠ ਚੁਣੇ। ਚੌਲਾਂ ਉੱਤੇ ਚੁੱਲ੍ਹੇ ਵਿੱਚ 2-4 ਸਿੱਕਣ ਲਾ ਕੇ ਛੋਟੀ ਕਹਾਣੀ ਭਰ ਦਿੱਤੀ। ਅੱਗੇ ਬਹੁਤੀ ਵਾਰ ਬੁੱਢੀ ਵੀ ਆਟਾ ਗੁੰਨਦੀ ਸੀ, ਪਰ ਅੱਜ ਆਪਣੇ ਆਪ ਲਾਜੋ ਨੇ ਆਟਾ ਛਾਣਿਆ ਤੇ ਗੁੰਦਾ। ਅੱਜ ਦੀ ਦਿਹਾੜੀ ਟੁੱਟੀ ਹੋਈ ਜੁੱਤੀ ਵਾਂਗਣ ਵਧਦੀ ਜਾਂਦੀ ਸੀ। ਮਸਾਂ ਕਿਤੇ ਤ੍ਰਿਕਾਲਾਂ ਪਈਆਂ। ਜਦੋਂ ਬੁੱਢੀ ਦਾ ਪੁੱਤਰ ਘਰ ਆਇਆ, ਲਾਜੋ ਨੂੰ ਅੱਜ ਬਹੁਤ ਕੈੜ ਨਾ ਚੜ੍ਹੀ। ਅੱਗੇ ਰੋਜ਼ ਜਦੋਂ ਲਾਜੋ ਉਹਨੂੰ ਵੇਂਹਦੀ ਸੀ, ਠਿਕਰੀਆਂ ਜਿਵੇਂ ਲਾਜੋ ਦੇ ਮੱਥੇ ਉੱਤੇ ਭੱਜ ਪੈਂਦੀਆਂ ਸਨ। ਵਲੋਟੀ ਵਿੱਚ ਕੜਛੀ ਫੇਰਨ ਲੱਗਿਆਂ ਅੱਜ 3 ਵਾਰੀ ਲਾਜੋ ਦੇ ਹੱਥ ਕੜਛੀ ਛਟਕੀ, 2 ਵਾਰ ਲਾਜੋ ਦੇ ਹੱਥ ਵੇਲਣਾ ਛਟਕਿਆ, 1-2 ਵਾਰੀ ਤਾਂ ਉਹਦੇ ਹੱਥ ਤੋਂ ਕੈਂ ਨਾ ਕਟੋਰਾ ਛੁਟਕ ਪਿਆ। ਚੱਜ ਨਾਲ ਕੰਮ ਕਰ। 1-2 ਵਾਰ ਬੁੱਢੀ ਨੇ ਖਰੇਵੀ ਜਿਹੀ ਹੋ ਕੇ ਆਖਿਆ ਨੀ ਕਿ ਬਟਨ ਨੇ। ਬੁੱਢੀ ਨੇ ਪੁੱਤਰ ਨੇ ਵੀ ਉਹਨੂੰ ਟੋਕਿਆ। ਪਰ ਲਾਜੋ ਨੂੰ ਅੱਜ ਬੁੱਢੀ ਦਾ ਵੀ ਬੋਲ ਨਹੀਂ ਸੀ ਖੋਰਾ ਪਿਆ ਲੱਗਦਾ। ਉਹਦੇ ਪੁੱਤਰ ਦੀ ਗੱਲ ਨੂੰ ਜਿਵੇਂ ਅੱਜ ਉਹ ਸੁਣਦੀ ਹੀ ਨਹੀਂ ਸੀ ਪਈ। ਉਹਨੂੰ ਜਾਪਦਾ ਸੀ ਜਿਵੇਂ ਘਰ ਦਾ ਭਾਂਡਾ ਟੀਂਡਾ ਵੀ ਅੱਜ ਬੁੱਢੀ ਤੇ ਉਹਦੇ ਪੁੱਤਰ ਨੂੰ ਮੂੰਹ ਚੁੰਘਾਉਂਦਾ ਪਿਆ ਹੋਵੇ। ਲੱਜੋ ਵਿੱਚ ਅੱਜ ਅੰਤਾਂ ਦੀ ਹਿੰਮਤ ਆ ਗਈ ਸੀ। ਨਾ ਉਹਦਾ ਜੀਅ ਤ੍ਰੀਦਾ ਸੀ, ਨਾ ਉਹਨੂੰ ਕੋਈ ਸੋਚ ਆਉਂਦੀ ਸੀ। ਬਸ ਇੱਕ ਗਿਣਿਆ ਮਿਥਿਆ ਵੇਲਾ ਜਿਵੇਂ ਨੇੜੇ ਆ ਰਿਹਾ ਸੀ।
ਹੁਣੇ ਰਾਤ ਪੈ ਜਾਣੀ ਸੀ, ਹੁਣੇ ਸਾਰਿਆਂ ਨੇ ਸੋ ਜਾਣਾ ਸੀ ਅਤੇ ਲਾਜੋ ਨੂੰ ਲੱਗਦਾ ਸੀ ਉਹਨੇ ਸਾਬਣ ਵਾਲੇ ਗੁੱਡੇ ਉੱਤੇ ਚੂੜੀ ਵਾਕਰ ਤਿਲਕ ਜਾਣਾ ਸੀ। ਅੱਗੇ ਲਾਜੋ ਸੜਦੀ ਕੁੜਦੀ ਉੱਠ ਕੇ ਦਾਰੂ ਦੀ ਬੋਤਲ ਬੁੱਢੀ ਦੇ ਪੁੱਤਰ ਅੱਗੇ ਲਿਆ ਧਰਦੀ ਹੁੰਦੀ ਸੀ। ਅੱਜ ਲਾਜੋ ਨੇ ਆਪ ਹੀ ਅੰਦਰੋਂ ਉੱਠ ਕੇ ਬੋਤਲ ਕੱਢ ਲਿਆਂਦੀ, ਜਿਹੜੀ ਬੋਤਲ ਬੁੱਢੀ ਦੇ ਪੁੱਤਰ ਨੇ ਲਾਚੀਆਂ ਪਵਾ ਕੇ 2 ਅੰਤਸ਼ਾਂ ਦੀ ਕਢਵਾਈ ਹੋਈ ਸੀ ਅਤੇ ਪੁਰਾਣੀ ਤੇ ਤੇਜ਼ ਹੋਣ ਕਰਕੇ ਵੱਖਰੀ ਤਰੀ ਹੋਈ ਸੀ। ਬੁੱਢੀ ਦਾ ਪੁੱਤਰ ਪਿਆ ਸੋਚਦਾ ਸੀ, ਅੱਜ ਲਾਜੋ ਨੇ ਮੋਠਾਂ ਦੀ ਖਿਚੜੀ ਵੀ ਮਲਾਈ ਵਰਗੀ ਬਣਾਈ ਸੀ। ਅੱਜ ਲਾਜੋ ਨੇ ਆਪ ਹੀ ਦਾਰੂ ਦੀ ਬੋਤਲ ਕੱਢ ਲਿਆਂਦੀ ਸੀ। ਅੱਜ ਲਾਜੋ ਖੁਸ਼ ਸੀ। ਅੱਜ ਬੁੱਢੀ ਨੂੰ ਝਪਕੀਆਂ ਪਈਆਂ ਆਉਂਦੀਆਂ ਸਨ। ਵਿਹੜੇ ਵਿੱਚ ਠੰਡ ਉਤਰ ਪਈ ਸੀ। ਮੈਂ ਤੇਰੀ ਮੰਜੀ ਅੰਦਰ ਢਾ ਦਿੱਤੀ ਐ, ਜਾਂ ਲੰਮੀ ਪੈ ਰਹੋ, ਲਾਜੋ ਨੇ ਘਰ ਦੀ ਸਾਹਮਣੀ ਵਾਕਰ ਬੁੱਢੀ ਨੂੰ ਆਖਿਆ। ਇੱਕ ਵਾਰ ਤਾਂ ਬੁੱਢੀ ਨੇ ਚਿੜੀਆਂ ਜਿਹੀਆਂ ਅੱਖਾਂ ਨਾਲ ਲਾਜੋ ਵੱਲ ਵੇਖਿਆ। ਅੱਜ ਤਾਂ ਜਿਵੇਂ ਦਿਨ ਹੀ ਫਿਰ ਪਏ ਨੇ। ਅਜੇ ਤੇ ਮੈਂ ਇਹਨੂੰ ਤਵੀਤ ਪਵਾਉਣਾ ਸੀ, ਪਹਿਲਾਂ ਹੀ ਅਸਰ ਹੋ ਗਿਆ ਹੈ। ਬੁੱਢੀ ਦੇ ਦਿਲ ਵਿੱਚ ਸੋਚਿਆ ਤੇ ਅੰਦਰ ਜਾ ਲੰਮੀ ਪਈ। ਰਾਤ ਦਾ ਹਨੇਰਾ ਪੈਰੋਂ ਪੈਰ ਸੰਘਣਾ ਹੁੰਦਾ ਜਾਂਦਾ ਸੀ। ਬੁੱਢੀ ਦਾ ਪੁੱਤਰ ਦਾਰੂ ਵਿੱਚ ਕੁੱਟ ਹੋ ਕੇ ਲੱਜੋ ਦੀਆਂ ਬਾਹਾਂ ਪਿਆ ਖਿੱਚਦਾ ਸੀ। ਰਾਤ ਦਾ ਪਹਿਲਾ ਪੈਰ ਝਰੋਕਣਾ ਲੰਘ ਗਿਆ ਸੀ। ਬੁੱਢੀ ਦਾ ਪੁੱਤਰ ਦਾਰੂ ਵਿੱਚ ਕੁੱਟ ਹੋ ਕੇ ਮੰਜੀ ਉੱਤੇ ਪੈ ਚੁੱਕਾ ਸੀ। ਘਰ ਦੀਆਂ ਕੰਧਾਂ ਕੜੀਆਂ ਨੇ ਜਿੱਥੇ ਅੱਗੇ ਇੰਨੇ ਹੇਰ ਫੇਰ ਵੇਖੇ ਸਨ, ਅਧਿਕ ਰਾਤ ਵੇਲੇ ਇਹ ਵੀ ਵੇਖਿਆ ਕਿ ਲਾਜੋ ਦੱਬੇ ਪੈਰੀ ਡਿਓੜੀ ਦਾ ਬੂਹਾ ਲਾ ਕੇ ਘਰ ਦੀਆਂ ਮੁੱਠਾਂ ਵਿੱਚੋਂ ਬਾਹਰ ਲੰਘ ਗਈ। ਗਿਣਵੇਂ ਪੈਰ ਤੁਰ ਕੇ ਲਾਜੋ ਨੂੰ ਇੱਕ ਤਬਕਾ ਪੈਂਦਾ ਹੈ ਜੇ ਕੋਈ ਉਹਦੇ ਪਿੱਛੇ ਪਿਆ ਆਉਂਦਾ ਹੈ। ਕਿਸੇ ਉਹਨੂੰ ਮੋਢਿਆਂ ਤੋਂ ਨੱਪ ਲਿਆ ਸੀ, ਕਿਸੇ ਨੇ ਉਹਨੂੰ ਸੰਗੀ ਤੋਂ ਫੜ ਲਿਆ ਸੀ। ਸਿਆਲੇ ਦੀ ਉਤਰੀ ਹੋਈ ਠੰਡ ਵਿੱਚ ਵੀ ਲਾਜੋ ਨੂੰ ਪੁੜਪੁੜੀਆਂ ਉੱਤੇ ਪਸੀਨੇ ਦੀਆਂ ਬੂੰਦਾਂ ਆ ਗਈਆਂ। ਰਾਤ ਭਾਵੇਂ ਹਨੇਰੀ ਸੀ, ਪਰ ਛਿਟਕੇ ਹੋਏ ਤਾਰਿਆਂ ਦਾ ਚਾਨਣ ਵੀ ਲੱਜੋ ਨੂੰ ਤਿੱਖਾ ਪਿਆ ਲੱਗਦਾ ਸੀ। ਲੱਜੋ ਆਪਣੀ ਘਰ ਦੀ ਪੱਕੀ ਕੰਧ ਲੱਗ ਕੇ ਅਗਲੇ ਘਰਾਂ ਦੇ ਰਾਹ ਪੈਣ ਲੱਗੀ ਠੰਬਰ ਗਈ। ਲੱਜੋ ਨੇ ਆਪਣੀ ਗਿੱਚੀ ਮੋੜ ਕੇ ਘਰ ਦੀ ਲੰਮੀ ਦੀਵਾਰ ਵੱਲ ਵੇਖਿਆ। ਸਾਰੀ ਦੀ ਸਾਰੀ ਗਲੀ ਵਿੱਚ ਚੁੱਪ-ਚਾਪ ਕੋਰੇ ਵਾਂਗਣ ਜੰਮੀ ਹੋਈ ਸੀ। ਫਿਰ ਵੀ ਲੱਜੋ ਨੇ ਗਲੀ ਦਾ ਸਿੱਧਾ ਰਾਹ ਛੱਡ ਕੇ ਘਰਾਂ ਦੇ ਪਿਛਲੇ ਪਾਸੇ ਵਾਲਾ ਲੰਮਾ ਰਾਹ ਫੜ ਲਿਆ। ਘਰ ਦੀ ਪਾਲ ਜਦੋਂ ਮੁੱਕ ਗਈ, ਬਾਹਰਲੀ ਖੂਹੀ ਨੂੰ ਪਹੁੰਚਣ ਲੱਗਿਆਂ ਵਿਚਕਾਰ ਇੱਕ ਚੌੜਾ ਮੈਦਾਨ ਪੈਂਦਾ ਸੀ। ਇੱਥੇ ਲੱਜੋ ਦੇ ਨੰਗੇ ਪੈਰੀ ਵਿੱਚੋਂ ਇੱਕ ਕੰਬੜੀ ਉੱਠੀ ਤੇ ਉਹਦੇ ਮੱਥੇ ਦੀਆਂ ਨਾੜਾਂ ਵਿੱਚ ਫੈਲ ਗਈ। ਲੱਜੋ ਨੇ ਪਿਛਾਂਹ ਮੁੜ ਕੇ ਕਬਰਾਂ ਵਾਂਗ ਸੁੱਤੇ ਪਏ ਘਰਾਂ ਨੂੰ ਤੱਕਿਆ। ਅਜੇ ਤੱਕ ਕੋਈ ਪਰੋਲੇ ਨਹੀਂ ਸੀ ਆਈ। ਅਜੇ ਤੱਕ ਕਬਰਾਂ ਵਿੱਚੋਂ ਕੋਈ ਜਾਗ ਕੇ ਨਹੀਂ ਸੀ ਆਇਆ। ਲੱਜੋ ਨੇ ਆਪਣੇ ਸਾਹ ਵੀ ਆਵਾਜ਼ ਦੀ ਸੁਨਹਿਰੀਆਂ ਦੀ ਧੜਕਣ ਵਾਂਗਣ ਪਏ ਲੱਗਦੇ ਸਨ, ਪਰ ਲੱਜੋ ਕੋਲ ਦਲੀਲਾਂ ਪੈਣ ਜੋਗਾ ਵੇਲਾ ਨਹੀਂ ਸੀ। ਲੱਜੋ ਨੇ ਇੱਕ ਵਾਰ ਤਾਰਿਆਂ ਦੇ ਖੁੰਡੇ ਚਾਨਣ ਵੱਲ ਤੱਕਿਆ ਤੇ ਮੈਦਾਨ ਵਿੱਚ ਪੈ ਗਈ। ਲੱਜੋ ਦੇ ਦਿਲ ਵਿੱਚ ਇੱਕ ਧੜਕ ਸੀ ਕਿ ਮੈਦਾਨ ਵਿੱਚੋਂ ਲੰਘਦੀ ਨੂੰ ਕੋਈ ਵੀ ਦੂਰੋਂ ਵੀ ਦੇਖ ਸਕਦਾ ਸੀ। ਲੱਜੋ ਦੇ ਗਲ ਵਿੱਚ ਕੱਪੜੇ ਵੀ ਕੁਝ ਚਿਟਿਆਲੇ ਸਨ। ਉਸਨੂੰ ਸੋਲੇ ਹਨੇਰਿਆਂ ਵਿੱਚ ਆਪਣੇ ਕੱਪੜਿਆਂ ਦੀ ਚਿਟਿਆਈ ਵੀ ਭਰਦੀ ਪਈ ਸੀ, ਪਰ ਉਸਨੇ ਸਾਰਾ ਮੈਦਾਨ ਲੰਘ ਲਿਆ ਸੀ। ਉਹਨੇ ਪਿਛਾਂਹ ਭੌਂ ਕੇ ਤੱਕਿਆ। ਪਿੱਛੇ ਸਾਰਾ ਮੈਦਾਨ ਖਾਲੀ ਦਾ ਖਾਲੀ ਸੀ। ਖੂਹੀ ਨੂੰ ਇੱਕ ਨਜ਼ਰ ਫੇਰ ਕੇ ਲੱਜੋ ਨੂੰ ਹੌਲ ਪਿਆ। ਜਾਣੀਦਾ ਖੂਹ ਉੱਤੇ ਕੋਈ ਵੀ ਨਹੀਂ ਸੀ। ਰਸ਼ੀਦਾ ਕੋਈ ਵੀ ਨਾ ਆਇਆ। ਉਹ ਕਿਤੇ ਜੋਗੀ ਨਾ ਰਹੀ। ਲੱਜੋ ਨੂੰ ਪਿਛਾਂਹ ਮੁੜਨ ਦਾ ਖਿਆਲ ਮੱਥੇ ਤੇ ਸੱਟ ਵਾਕਰ ਲੱਗਦਾ ਸੀ। ਖੂਹ ਦੀ ਪੌੜੀ ਦੁਆਲੇ ਉਸਨੇ ਪੂਰਾ ਚੱਕਰ ਲਾਇਆ। ਉਸਨੇ ਜਿਵੇਂ ਦਿਲ ਵਿੱਚ ਧਾਰ ਲਿਆ ਕਿ ਜੇ ਹੁਣ ਜੱਗ ਉੱਤੇ ਉਹਦੀ ਕੋਈ ਥਾਂ ਨਹੀਂ ਸੀ ਰਹੀ ਤਾਂ ਅੱਜ ਉਹ ਇਸੇ ਖੂਹੇ ਵਿੱਚ ਡੁੱਬ ਜਾਏਗੀ। ਚਾਦਰ ਦੀ ਡੁੱਬ ਮਾਰ ਕੇ ਲੰਘਦੀਆਂ ਝਾੜੀਆਂ ਵਿੱਚੋਂ ਇੱਕ ਬੰਦਾ ਨਿਕਲਿਆ।
ਭੈਣ ਤੂੰ ਲੱਜੋ ਐ। ਬੰਦੇ ਨੇ ਲੱਜੋ ਕੋਲ ਆ ਕੇ ਬੁਲਾਉਣੀ ਹੋਈ ਚਾਦਰ ਵਿੱਚੋਂ ਪੂਰਾ ਮੂੰਹ ਬਾਹਰ ਨੂੰ ਕੱਢਿਆ। ਮੇਰੀ ਨਿਸ਼ਾਨੀ ਵਿਖਾ ਦੇ ਵੀਰਾ। ਲੱਜੋ ਨੇ ਰਸ਼ੀਦੇ ਦੇ ਮੂੰਹ ਵੱਲ ਝਾਤ ਮਾਰੀ। ਰਸ਼ੀਦੇ ਦੇ ਮੂੰਹ ਉੱਤੇ ਉੜਕਾਂ ਦਾ ਤਰਸ ਮੋਹਰਾ ਵਾਂਗਣ ਲੱਗਾ ਹੋਇਆ ਸੀ। ਲੱਜੋ ਦਾ ਜੀ ਖਾਈ ਆਇਆ। ਰਸ਼ੀਦੇ ਨੇ ਹੱਥ ਦਾ ਛੱਲਾ ਲੱਜੋ ਦੇ ਅੱਗੇ ਕਰ ਦਿੱਤਾ। ਤੈਨੂੰ ਅਪੜਾ ਕੇ ਕੱਲ ਜਾਂ ਪਰਸੋਂ ਪੂਰੋ ਨੂੰ ਲੈ ਜਾਵਾਂਗਾ। ਜਦ ਤੱਕ ਉਹਦੇ ਨਾਲ ਨੇ। ਰਸ਼ੀਦੇ ਨੇ ਖੂਹ ਦੀ ਮਾਣ ਤੋਂ ਉਤਰ ਕੇ ਝਾੜੀਆਂ ਤੋਂ ਪਰਾਂ ਬੱਧੀ ਹੋਈ ਘੋੜੀ ਕੋਲ ਲਿਆਂਦੀ। ਯਾ ਅੱਲਾ! ਰਸ਼ੀਦੇ ਨੇ ਇੱਕ ਵਾਰ ਕਿਹਾ ਤੇ ਲੱਜੋ ਨੂੰ ਬਾਹ ਦਾ ਆਸਰਾ ਦੇ ਕੇ ਘੋੜੀ ਉੱਤੇ ਬਿਠਾ ਲਿਆ। ਘੋੜੀ ਨੂੰ ਪਹਿਲੀ ਅੱਡੀ ਲਾਂਦੇ ਹੀ ਰਸ਼ੀਦੇ ਨੇ ਆਪਣੇ ਮਨ ਵਿੱਚ ਉਹ ਵੇਲਾ ਆ ਗਿਆ ਜਦੋਂ ਉਹਨੇ ਪੂਰੋ ਨੂੰ ਛੋਤੋਹਾਣੀ ਦੇ ਕੱਚੇ ਪਾਹੇ ਤੋਂ ਪਰੋ ਕੇ ਆਪਣੀ ਘੋੜੀ ਉੱਤੇ ਸੁੱਟ ਲਿਆ ਸੀ। ਰਸ਼ੀਦਾ ਅੱਜ ਹੈਰਾਨ ਸੀ। ਉਹਨੂੰ ਫਿਰ ਇੱਕ ਵਾਰ ਆਪਣੀ ਘੋੜੀ ਭਜਾਣੀ ਪਈ। ਪਿੰਡ ਦੀ ਇੱਕ ਹੋਰ ਮੁਟਿਆਰ ਫਿਰ ਇੱਕ ਵਾਰ ਨਸਾਣੀ ਪਈ। ਜਵਾਨੀ ਦਾ ਉਹ ਉਲੇਲਾ ਅੱਜ ਰਸ਼ੀਦੇ ਦੀਆਂ ਬਾਹਾਂ ਵਿੱਚ ਨਹੀਂ ਸੀ, ਪਰ ਰਸ਼ੀਦਾ ਸੋਚ ਰਿਹਾ ਸੀ ਪੂਰੋ ਨੂੰ ਨਸਾ ਕੇ ਉਹ ਜਿਉਂ-ਜਿਉਂ ਆਪਣੀ ਘੋੜੀ ਭਜਾਂਦਾ ਜਾਂਦਾ ਸੀ, ਮਣੀਆਂ ਦਾ ਇੱਕ ਪੱਥਰ ਉਹਦੇ ਜੂਹ ਉੱਤੇ ਪੈਂਦਾ ਜਾਂਦਾ ਸੀ। ਵਰ੍ਹਿਆਂ ਦੇ ਵਰ੍ਹੇ ਉਹਦੀ ਰੂਹ ਉੱਤੇ ਇੱਕ ਪਾੜ ਲੱਦਿਆ ਰਿਹਾ ਸੀ। ਅੱਜ ਜਿਉਂ-ਜਿਉਂ ਰਸ਼ੀਦੇ ਦੀ ਘੋੜੀ ਰੋਤੋਵਾਲ ਦੀਆਂ ਜੂਹਾਂ ਪਿੱਛੇ ਛੱਡਦੀ ਜਾਂਦੀ ਸੀ, ਰਸ਼ੀਦੇ ਨੂੰ ਜਾਪਦਾ ਉਹਦੀ ਰੂਹ ਉੱਤੇ ਮਣੀਆਂ ਦਾ ਉਹ ਪੱਥਰ ਪਰਾਂ ਸਰਕਦੇ ਜਾਂਦੇ ਸੀ। ਰਸ਼ੀਦਾ ਜਿਵੇਂ ਹੁੱਲੇ ਫੁੱਲ ਖੰਭਾਂ ਨਾਲ ਘੋੜੀ ਨੂੰ ਭਜਾਈ ਜਾਂਦਾ ਸੀ। ਹਮੀਦਾ। ਸਵੇਰ ਦੇ ਫੈਲਦੇ ਚਾਨਣ ਨਾਲ ਹੀ ਪਿੰਡ ਵਿੱਚ ਲੱਜੋ ਦੇ ਗੁੰਮ ਹੋ ਜਾਣ ਦੀ ਖ਼ਬਰ ਫੈਲ ਗਈ ਸੀ। ਚਾਟੀਆਂ ਵਿੱਚ ਅੱਧੇ ਮਦਾਣੀਆਂ ਪਈ ਹੋਈਆਂ ਸਨ ਜਦੋਂ ਹਰ ਇੱਕ ਘਰ ਵਿੱਚ ਲੱਜੋ ਦੀ ਗੱਲ ਹੋਣ ਲੱਗ ਪਈ। ਆਲੇ-ਦੁਆਲੇ ਪਿੰਡਾਂ ਵਿੱਚ ਕਿਤੇ ਹਿੰਦੂ ਦੇ ਡਣੇ ਦਾ ਨਾਂ ਨਿਸ਼ਾਨ ਨਹੀਂ ਸੀ ਤੇ ਕਿਸੇ ਮੁਸਲਮਾਨ ਨੇ ਇਹ ਕੰਮ ਕਾਹਦੇ ਵਾਸਤੇ ਕਰਨਾ ਸੀ। ਲੋਕੀ ਹੈਰਾਨ ਪਰੇਸ਼ਾਨ ਸਨ। ਚਾਨਣ ਪੈਰੋਂ ਪੈਰ ਉੱਚਾ ਹੋ ਕੇ ਚੜ੍ਹੀ ਹੋਈ ਧੁੱਪ ਬਣ ਗਿਆ ਸੀ। ਗੋਇਆਂ ਦੀਆਂ ਬੋੜੀਆਂ ਵਿੱਚ ਲੋਕਾਂ ਦੀਆਂ ਦਾਲਾਂ ਰਿੱਝ ਗਈਆਂ ਸਨ। ਤ੍ਰੀਮਤਾਂ ਅਜੇ ਤੰਦੂਰ ਪਈਆਂ ਧਾਂਦੀਆਂ ਸਨ, ਜਿਨ੍ਹਾਂ ਵਿੱਚੋਂ ਬਲਦੀ ਮਨਛਿੱਟੀ ਦੀ ਖੁਸ਼ਬੂ ਉਹਦੇ ਪੋਏ ਦੇ ਹਵਾੜ ਨਿਕਲ ਕੇ ਸਾਰੇ ਪਿੰਡ ਉੱਤੇ ਲਿਪੀ ਹੋਈ ਸੀ। ਜਦੋਂ ਪੂਰੋ ਨੇ ਪਿੰਡ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਅੱਜ ਲਾਜੋ ਉਰਾਂ ਦੇ ਘਰ ਦਾ ਬੂਹਾ ਕਿਸੇ ਜਾਨਵਰ ਦੇ ਟੰਡੇ ਹੋਏ ਮੂੰਹ ਵਾਂਗਰ ਖੁੱਲ੍ਹਾ ਪਿਆ ਹੋਇਆ ਸੀ। ਪੂਰੋ ਨੇ ਜਦੋਂ ਉਸ ਘਰ ਦੇ ਬੂਹੇ ਵਿੱਚ ਪੈਰ ਪਾਇਆ, ਵਿਹੜੇ ਵਿੱਚ ਖਿਲਰੇ ਹੋਏ ਰਾਤ ਦੇ ਝੂਟੇ ਭਾਂਡੇ ਉੱਤੇ ਮੱਖੀਆਂ ਪਈਆਂ ਭਿਣਕਦੀਆਂ ਸਨ। ਪੂਰੋ ਨੂੰ ਦਿਸ ਪਿਆ ਸਵੇਰ ਦਾ ਕਿਸੇ ਨੇ ਕੁਝ ਖਾਧਾ ਪੱਕਾ ਨਹੀਂ ਸੀ। ਨੀ ਕਿਤੇ ਉਹ ਕੈਲਣੀ ਟੁੱਕੀ ਓ। ਬੁੱਢੀ ਦੇ ਮੱਥੇ ਉੱਤੇ ਤਿਉੜੀਆਂ ਦੇ ਇੰਨੇ ਵੱਟ ਪਏ ਹੋਏ ਸਨ ਜਿਵੇਂ ਮਿੱਟੀ ਦੀ ਸਬੂਤੀ ਕੰਮੀ ਕਿਸੇ ਨੇ ਉਹਦੇ ਮੱਥੇ ਉੱਤੇ ਪੰਨ ਦਿੱਤੀ ਹੋਵੇ। ਕੌਣ ਅੰਮਾ? ਪੂਰੋ ਨੇ ਸਿਰ ਉਤਲੇ ਖੇਸ ਵਿਹੜੇ ਵਿੱਚ ਪਰਦਿਆਂ ਪੁੱਛਿਆ। ਨੀ ਉਹ ਚੰਦਰੀ, ਅੱਲਾ ਲਾਵੇ ਉਹਨੂੰ। ਬੁੱਢੀ ਨੇ ਫਿਰ ਆਪਣੀ ਸਾਰੀ ਨਫ਼ਰਤ ਮੱਥੇ ਦੇ ਵੱਟ ਵਿੱਚ ਪਰਖੀ ਆਖਿਆ। ਹਾਏ ਹਾਏ ਕੌਣ? ਨੂੰ ਕਿੱਥੇ ਐ? ਨੀ ਉਹ ਤੇ ਸੜ ਜਾਣੀ ਉਦਲ ਗਈ ਐ। ਹਾਏ ਹਾਏ ਕਿਹਦੇ ਨਾਲ? ਮੈਂ ਤਾਂ ਉਹਦੇ ਜੋਗੀ ਤਵੀਤ ਤੇ ਰੱਖ ਲੈ ਕੇ ਆਈ ਹਾਂ। ਚੁੱਲ੍ਹੇ ਵਿੱਚ ਫੂਕ ਤਵੀਤ ਤੇ ਰੱਖਾਂ। ਉਹਨਾਂ ਤੇ ਖੌਰੇ ਜਿੰਨਾ ਲੈ ਗਏ ਨੇ ਕੀ ਭੂਤ। ਛੱਡ ਨੀ ਅੰਮਾ, ਪਿੰਡ ਵਿੱਚੋਂ ਕਿੰਨੇ ਚੁੱਕ ਕੇ ਲੈ ਜਾਣੇ ਸੀ। ਬਾਹਰ ਪੈਲੀਆਂ ਸ਼ੈਲੀਆਂ ਵੱਲ ਗਈ ਹੋਣੀ ਐ, ਹੁਣੇ ਆ ਜਾਂਦੀ ਐ। ਵੇਖਾਂ ਪੈਲੀਆਂ ਵੱਲ ਗਈ ਐ, ਉੱਤੋਂ ਸਿਖਰ ਦੁਪਹਿਰਾਂ ਹੋ ਗਈਆਂ ਨੇ। ਪਰ ਅੰਮਾ, ਉਹ ਕੋਈ ਰੋਟੀ ਦਾ ਟੁਕੜਾ ਤੇ ਨਹੀਂ ਨਾ, ਜਿਹਨੂੰ ਕਾਂ ਪਾ ਗਏ ਨੇ। ਇਹੋ ਤੇ ਮੈਂ ਆਨੀ ਹਾਂ, ਖੌਰੇ ਕਿੱਥੇ ਖੂਹ ਵਿੱਚ ਡੁੱਬ ਮੋਈ ਐ, ਖੌਰੇ ਕਿੱਥੇ ਛੱਪੜ ਵਿੱਚ ਡਹਿ ਪਈ ਐ। ਮੈਂ ਤਾਂ ਉਹਦਾ ਪਹਿਲੇ ਦਿਨੋਂ ਹੀ ਵਾਸ ਨਹੀਂ ਸੀ ਖਾਂਦੀ ਹੁੰਦੀ, ਪਰ ਮੁੰਡਾ ਹੀ ਤੱਤਾ ਉਹਦੇ ਰਾਣੇ ਮਾਰਦਾ ਸੀ ਤੇ ਆਖਦਾ ਹੁੰਦਾ ਸੀ, ਹੁਣ ਇਹਨੇ
ਜਾਣਾ ਕਿੱਥੇ ਹੈ, ਏਦਾਂ ਕੋਈ ਲਾਗਾ ਨਾ ਚੰਗਾ, ਲਾਗੇ ਨਾ ਚਾਗੇ। ਕਿਉਂ ਅੰਮਾ, ਉਹਦੇ ਮਾਪਿਓ ਕਿਹੜੇ ਪਿੰਡ ਨੇ? ਨੀ ਉਜੜੇ ਗਏ ਮਾਪਿਓ। ਮੈਂ ਤਾਂ ਪਹਿਲੇ ਦਿਨੋਂ ਹੀ ਆਂਦੀ ਸਾਂ, ਇੰਜ ਪਰਾਈ ਇੱਟ ਘਰ ਨਹੀਂ ਵਸਦੇ, ਪਰ ਉਹਦਾ ਜੋ ਦਿਲ ਆ ਗਿਆ। ਬੁੱਢੀ ਦੀ ਕੌਣ ਸੁਣਦਾ ਸੀ। ਲੈ ਹੁਣ ਤੇਰੇ ਕੋਲੋਂ ਕੀ ਲੁਕਾਈਏ, ਸਾਰਾ ਪਿੰਡ ਜਾਣਦਾ ਹੈ ਇਹ ਹਿੰਦੂਆਂ ਦੀ ਧੀ ਸੀ। ਜਦੋਂ ਪਿੰਡ ਵਿੱਚ ਹਿੰਦੂ ਨੱਸਣ ਲੱਗੇ ਤਾਂ ਮੇਰਾ ਮੁੰਡਾ ਇਹਨੂੰ ਕਿੱਥੋਂ ਲੈ ਕੇ ਆਇਆ। ਅੱਲਾ ਜਾਣਦਾ ਹੈ, ਮੈਂ ਪਹਿਲੇ ਦਿਨੋਂ ਹੀ ਆਖਦੀ ਸਾਂ ਵੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਐਵੇਂ ਤੂੰ ਅੱਲਾ ਦਿੱਤੀਆਂ ਪਾਪ ਦੀ ਗੰਢ ਚੁੱਕ ਕੇ ਲਿਆਂਦਾ ਹੈ, ਕਿਹੜੇ ਰੋਜ਼ ਇਹ ਪਾਪ ਸਿਰੋਂ ਲਵਾਵੇਂਗਾ। ਇਹ ਗੱਲ ਸੀ। ਤਾਈਓ ਅੰਮਾ ਉਹ ਪੀਤੀ ਹੋਈ ਲੱਗਦੀ ਸੀ, ਪਰ ਨੱਸ ਕੇ ਜਾਵੇਗੀ ਕਿੱਥੇ? ਉਹਦਾ ਕੋਈ ਨੇੜੇ ਨਾ ਤੇੜੇ। ਕਾਵਾਂ ਦੀ ਕੁੱਖੀ ਨੇ ਤੇ ਇੱਲਾਂ ਦੇ ਅੱਗੇ। ਮੇਰੇ ਜਾਚੇ ਤਾਂ ਉਹ ਕਿਤੇ ਖੂਹ ਖਾਤੇ ਵਿੱਚ ਡਿੱਗ ਢਾਹ ਨਾ ਪਈ ਹੈ। ਭਾਵੇਂ ਤੇ ਉਹ ਜਾਣ ਕੇ ਮੋਈ ਉਹ, ਭਾਵੇਂ ਉਹਦੀ ਆਈ ਹੋਈ ਸੀ। ਹਾਏ ਨੀ ਕਲੰਕ ਤੇ ਮਗਰੋਂ ਲੱਥਾ, ਪਰ ਮੁੰਡਾ ਮੇਰਾ ਹੱਡੀਆਂ ਪੀਆ ਤੋੜਦਾ ਹੈ। ਆਖੇ ਤੂੰ ਐਨੀ, ਮੈਂ ਤੈਨੂੰ ਪਤਾ ਨਹੀਂ ਲੱਗਾ। ਉਹ ਕੋਈ ਚਿੜੀ ਦਾ ਬੁੱਟ ਤੇ ਨਹੀਂ ਸੀ ਜੋ ਕਿਸੇ ਦੇ ਬੋਝ ਵਿੱਚ ਪਾ ਲਈਏ। ਪਰ ਅੰਮਾ, ਉਹ ਕਦੇ ਅੱਗੇ ਵੀ ਕੱਲੀ ਕਾਰੀ ਬਾਹਰ ਜਾਂਦੀ ਹੁੰਦੀ ਸੀ? ਨੀ ਕਿੱਥੇ ਜਾਣਾ ਮੋਈਆਂ ਕੋਲ ਸੱਸੋ। ਪਹਿਲਾਂ ਤਾਂ ਮੈਂ ਜਦ ਮੁੰਡੇ ਨੂੰ ਪਤਾ ਦੇਣ ਜਾਣਾ ਤਾਂ ਬਾਹਰੋਂ ਦੀ ਜਿੰਦਾ ਲਾ ਜਾਣਾ। ਫਿਰ ਮੁੰਡਾ ਵੀ ਆਖੇ ਤੇ ਮੈਂ ਵੀ ਸੋਚਿਆ ਭਈ ਐਸ ਸ਼ੋਧੜੀ ਨੇ ਜਾਣਾ ਕਿੱਥੇ ਵੇ। ਇੰਜ ਬੰਦੇ ਦਾ ਘਰ ਵਿੱਚ ਜੀ ਨਹੀਂ ਪੈਂਦਾ। ਜੇ 8 ਪੈਰ ਉਹਦੇ ਸਿਰ ਉੱਤੇ ਖਲੋਤੀ ਰਵਾਂ ਤਾਂ ਬਸ ਦੁਪਹਿਰੀਆਂ ਦਾ ਘੜੀ ਪਲ ਹੀ ਉਹ ਕੱਲੀ ਰਹਿੰਦੀ ਸੀ। ਕੱਲ ਵੀ ਮੈਂ ਰੋਟੀ ਦੇ ਕੇ ਆਈ ਆ, ਚੰਗੀ ਭਲੀ ਇੱਥੇ ਬੈਠੀ ਹੋਈ ਸੀ। ਵੱਡਾ ਮੋਠ ਪਾ ਕੇ ਰਾਤੀ ਖਿਚੜੀ ਰਿੰਨੀ ਸ, ਥਾਬੂ ਦਾ ਸਾਗ ਵਿੱਚ ਸੋੜਿਆ ਸ, ਰੋਟੀ ਪਕਾਈ ਸ, ਸਾਨੂੰ ਮਾਂ ਪੁੱਤਰਾਂ ਨੂੰ ਖਵਾਈ ਸ, ਆਪ ਖਾਧੀ ਸ, ਫਿਰ ਮੇਰੀ ਮੰਜੀ ਰਾਤੀ ਅੰਦਰ ਢਾ ਛੱਡੀ ਸ। ਆਖੇ ਅੰਮਾ, ਵਿਹੜੇ ਵਿੱਚ ਹੁਣ ਠੰਡ ਹੋ ਪਈ ਹੈ। ਮੁੰਡੇ ਨੇ ਜਰਾ ਦਾਰੂ ਦਾ ਘੁੱਟ ਪੀਤਾ, ਫਿਰ ਮੈਂ ਤੇ ਸੌ ਖਪ ਗਈ। ਪਤਾ ਨਹੀਂ ਕਿਹੜੀ ਹੋਣੀ ਕਿਹੜੇ ਵੇਲੇ ਵਰਤ ਗਈ ਹੈ। ਦਿਨ ਉੱਠੀ ਆ ਤੇ ਮੈਂ ਵਾਜਾਂ ਦੇਣ ਲੱਗੀ ਆ, ਪਰ ਕੋਈ ਹੋਵੇ ਤਾਂ ਕੋਈ ਸੁਣੇ। ਮੈਂ ਆਖਿਆ ਕੋਈ ਖੂਹ ਸ਼ਾਹ ਫੁਲਾਜੇ ਨੇ। ਹੋਰ ਉਹ ਕਿਸੇ ਨਾਲ ਜਾਣ ਜੋਗੀ ਤੇ ਨਹੀਂ ਸੀ। ਜਾਣਾ ਵੀ ਕਿਹਦੇ ਨਾਲ ਸ? ਬੁੱਢੀ ਨੇ ਟੱਡੇ ਹੋਏ ਮੱਥੇ ਨੂੰ ਆਪਣੀਆਂ ਗੋਡਿਆਂ ਉੱਤੇ ਪਾ ਲਿਆ। ਹੈਰਾਨਗੀ ਦੀ ਗੱਲ ਹੈ, ਮਾਸ ਦੀ ਕੋਈ ਬੋਟੀ ਤਾਂ ਨਹੀਂ ਸੀ ਨਾ, ਜੋ ਕੁੱਤੇ ਬਿੱਲੇ ਨੇ ਮੂੰਹ 'ਚ ਪਾ ਲਈ ਹੈ। ਪਿੰਡ ਤੇ ਸਾਰਾ ਤਸ ਫੈਲਦੀ ਕਥ ਹੋਵੇਗਾ। ਆਹੋ, ਸਵੇਰ ਦਾ ਇੱਥੇ ਤਾਂ ਪਿੰਡ ਦਾ ਜਣਾ ਜਣਾ ਆਇਆ ਹੈ। ਲੋਕਾਂ ਨੇ ਚੱਪਾ ਸਾਰੀ ਪੋ ਦਾ ਗਾ ਛੱਡਿਆ ਹੈ। ਹੁਣ ਮੇਰੇ ਅੱਲਾ ਦਿੱਤਾ ਦੇ ਪਿੰਡ ਦੇ ਕੁਛ ਜਾਣੇ ਖੂਹ ਫੁਲਾਣ ਗਏ ਹੋਏ ਨੇ। ਉਹ ਜਾਣੇ ਮੋਈ ਖੱਪੀ ਹੋਈ ਦੀ ਲੋਥੇ ਦੀ ਲੱਭ ਪਵੇ ਤਾਂ ਮੁੰਡੇ ਨੂੰ ਹਿਰਖ ਤਾਂ ਨਾ ਰਵੇ ਕਿ ਕਿੱਥੇ ਗਈ। ਮੁੰਡੇ ਦੀ ਜਾਨ ਸਲਾਮਤੀ ਰਵੇ। ਜਨਾਨੀਆਂ ਹੋਰ ਬਥੇਰੀਆਂ। ਅਜੇ ਤੱਕ ਪੂਰੋ ਹਰਖ ਸ਼ੌਕ ਦੇ ਸਾਰੇ ਭਾਵਾਂ ਨੂੰ ਆਪਣੇ ਮੂੰਹ ਉੱਤੇ ਉਤਾਰਦੀ ਚੜ੍ਹਦੀ ਆਈ ਸੀ। ਹੁਣ 2-3 ਬੰਦੇ ਬਾਹਰੋਂ ਆ ਗਏ ਸਨ। ਅਸੀਂ ਤੇ ਸਾਰੇ ਖੂਹ ਫੁਲਾ ਆਏ ਹਾਂ। ਉਹਦੀ ਤੇ ਕਿਤੇ ਹੱਡੀ ਪਸਲੀ ਵੀ ਨਹੀਂ ਲੱਭਦੀ, ਕਹਿ ਕੇ 3ਵੇਂ ਬੰਦੇ ਵਿਹੜੇ ਦੀਆਂ ਮੰਜੀਆਂ ਉੱਤੇ ਬਹਿ ਗਏ। ਜਾਣਦਿਆਂ ਦਾ ਸਿਰ ਖਾਏ, ਤੂੰ ਕਾਹਨੂੰ ਆਪਣੀ ਜਾਨ ਨੂੰ ਰੋਗ ਲਾ ਲਿਆ ਹੈ? ਕੋਈ ਭੂਤ ਪ੍ਰੇਤ ਪੈ ਗਿਆ ਹੋਣਗਾ ਸ। ਬੁੱਢੀ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਡਾਢੇ ਹਿਰਖ ਨਾਲ ਆਖਿਆ। ਪੂਰੋ ਨੇ ਜਾਚ ਲਿਆ, ਇਹੋ ਅੱਲਾ ਦਿੱਤਾ ਹੋਣਾ ਹੈ। ਪੂਰੋ ਨੂੰ ਲਾਜੋ ਦਾ ਲੱਥਾ ਹੋਇਆ ਮੂੰਹ ਚੇਤੇ ਆਇਆ ਤੇ ਪੂਰੋ ਨੂੰ ਉਹਦਾ ਮੂੰਹ ਕਿਸੇ ਚਿੜੀ ਦੇ ਉਸ ਪਿੰਜਰ ਵਰਗਾ ਲੱਗਾ, ਜਿਹਦੀ ਜਾਨ ਇਸ ਭਟਕੇ ਹੋਏ ਦਿਲ ਦੇ ਪਹੁੰਚੇ ਵਿੱਚ ਕਈ ਦਿਨਾਂ ਨਿਪੜੀ ਰਹੀ ਹੋਵੇ। ਮੇਰੀ ਜਾਚ ਰਾਤੀ ਬਰਾਤੀ ਉਹ ਉੱਠ ਕੇ ਬਾਹਰ ਨੂੰ ਗਈ ਸੀ। ਕੋਈ ਜਾਨਵਰ ਪੈ ਗਿਆ ਹੈ, ਇੱਕ ਬੰਦੇ ਨੇ ਅੱਲਾ ਦਿੱਤਾ ਵੱਲ ਮੂੰਹ ਕਰਕੇ ਕਿਹਾ। ਇੱਥੇ ਕੋਈ ਗਿੱਦੜ ਸ਼ਿੱਦੜ ਭਾਵੇਂ ਫਿਰਦਾ ਹੋਵੇ,
ਹੋਰ ਪਿੰਡ ਦੇ ਕੋਲ ਕਿਹੜਾ ਜਾਨਵਰ ਪੈ ਜਾਣਾ ਸੀ। ਦੋਈ ਨੇ ਦੂਜੇ ਨੇ ਕੋਲੋਂ ਕਿਹਾ, ਸਾਡੇ ਵੱਲ ਚੋਰ ਖੜਨ ਸੋ ਤੋਂ ਕੋਈ ਗਰਾਈ ਦੇ ਮੂੰਹ ਵਿੱਚ ਪਾ। ਬੁੱਢੀ ਨੇ ਆਪਣੇ ਪੁੱਤ ਦੇ ਦਿਲਾਸੇ ਨਾਲ ਕਿਹਾ ਤੇ ਉੱਠ ਕੇ ਰੋਟੀ ਟੁੱਕ ਦਾ ਆਹਾਰ ਕਰਨ ਲੱਗੀ। ਚੰਗਾ ਅੰਮਾ, ਅੱਲਾ ਤੇਰੀਆਂ ਆਂਦਰਾਂ ਵਿੱਚ ਠੰਡ ਪਾਵੇ, ਮੈਂ ਚਲਦੀ ਹਾਂ। ਪੂਰੋ ਨੇ ਖੇਸਾਂ ਦੀ ਪਤ ਵਧਾਈ ਗੰਢ ਸਿਰ ਤੇ ਚਾ ਲਈ। ਸੁੱਖੇ ਤੂੰ ਕੌਣ ਹੈ? ਅੱਲਾ ਦਿੱਤਾ ਨੇ ਪੂਰੋ ਵੱਲ ਇੱਕ ਕੂਰੀ ਜਿਹੀ ਪਾ ਕੇ ਆਖਿਆ। ਅਜੇ ਤੱਕ ਪੂਰੋ ਨੂੰ ਪਿੰਡ ਦੀ ਤ੍ਰੀਮਤ ਸਮਝ ਕੇ ਅੱਲਾ ਦਿੱਤਾ ਨੇ ਧਿਆਨ ਨਹੀਂ ਸੀ ਕੀਤਾ, ਪਰ ਖੇਸਾਂ ਦੀ ਗੰਢ ਚੁੱਕਦਿਆਂ ਤੱਕ ਕੇ ਅੱਲਾ ਦਿੱਤਾ ਨੇ ਉਹਨੂੰ ਖਰਵਾ ਜਿਹਾ ਬੋਲਿਆ, ਇਹ ਕੌਣ ਹੈ? ਖੇਸ ਛੇਚ ਵੇਚਦੀ ਹੈ। ਹੋਰ ਕੌਣ ਹੈ? ਕੋਲ ਬੁੱਢੀ ਨੇ ਜਵਾਬ ਦਿੱਤਾ, ਮੈਂ ਅੱਗੇ ਤੇ ਕਦੀ ਨਹੀਂ ਵੇਖਿਆ ਤੈਨੂੰ ਇਸ ਪਿੰਡ ਵਿੱਚ। ਅੱਲਾ ਦਿੱਤੇ ਨੇ ਸ਼ੱਕ ਪਾਂਦੀ ਪੁੱਛਿਆ, ਕਿਤਨੇ ਦਿਨ ਤੋਂ ਪਈ ਇੱਥੇ ਵੇਚਦੀ ਵਟਦੀ ਹੈ? ਬੁੱਢੀ ਨੇ ਫਿਰ ਇੱਕ ਚਾਲ ਨਾਲ ਆਖਿਆ, ਪਰ ਤੂੰ ਕਿਹੜੇ ਪਿੰਡੋਂ ਹੈ? ਅੱਲਾ ਦਿੱਤਾ ਨੇ ਪੂਰੋ ਵੱਲ ਮੂੰਹ ਕਰਕੇ ਆਖਿਆ, ਦੋ ਜਾਤਕ ਮੇਰੇ ਕੁੱਛੜ ਨੇ, ਸਾਰਿਆਂ ਪਿੰਡ ਵਿੱਚ ਭੌਂ ਕੇ 4 ਪੈਸੇ ਵਟ ਲੈਨੀ ਆ। ਪੂਰੋ ਦਾ ਜੀ ਕਰੇ ਉਹ ਖੰਭ ਲਾ ਕੇ ਇੱਥੋਂ ਉੱਡ ਜਾਵੇ। ਕਾਨੂੰ ਉਹ ਪਿੱਛੇ ਪਿੰਡ ਵਿੱਚ ਰਹਿ ਗਈ। ਰਾਤੀ ਨਾਲ ਹੀ ਤੁਰ ਜਾਂਦੀ ਤਾਂ ਮੋਇਆ ਨੇ ਉਹਦਾ ਪਤਾ ਕਰਨਾ ਸੀ। ਪਰ ਤੂੰ ਹਿੰਦੂ ਹੈ ਕਿ ਮੁਸਲਮਾਨ? ਅੱਲਾ ਦਿੱਤੇ ਦਾ ਸ਼ੱਕ ਅਜੇ ਵੀ ਨਹੀਂ ਸੀ ਗਿਆ। ਉਹਦੇ ਦੋਵੇਂ ਸਾਥੀ ਮੁਸ਼ਕੜੀਆਂ ਲੈਣ ਲੱਗ ਪਏ। ਕੀ ਸਲਾਹ ਹੈ ਹੁਣ? ਇਹ ਕਰ ਪਾਉਣੀ ਹੈ? ਅੱਲਾ ਦਿੱਤਾ ਨੂੰ ਨਾਲ ਦੇ ਸਾਥੀ ਨੇ ਇੱਕ ਕੁਤਕੁਤਾਰੀ ਜਿਹੀ ਕੱਢ ਕੇ ਆਖਿਆ, ਹਾਏ ਵੇ ਭਰਾਵਾ, ਮੈਂ ਹਿੰਦੂ ਕਿਹੜੀ ਪਾਸਿਓਂ ਆ? ਤੇ ਪੂਰੋ ਨੇ ਆਪਣੀ ਪਰਾ ਪਈ ਹੋਈ ਜੁੱਤੀ ਆਪਣੇ ਪੈਰਾਂ ਵਿੱਚ ਅੜ ਲਈ ਤੇ ਗੰਢ ਸਾਂਭ ਕੇ ਬਾਹਰ ਜਾਣ ਲੱਗੀ। ਹਿੰਦੂ ਦਾ ਨਾ ਕੋਈ ਉਹਦੇ ਮੱਥੇ ਉੱਤੇ ਤੇ ਨਹੀਂ ਲਿਖਿਆ ਹੁੰਦਾ। ਅੱਲਾ ਦਿੱਤਾ ਨੇ ਫਿਰ ਇੱਕ ਵਾਰੀ ਜਿਹੀ ਆਵਾਜ਼ ਨਾਲ ਕਿਹਾ, ਤੇਰਾ ਤੇ ਭਰਾਵਾ ਜਨ ਹੀ ਨਹੀਂ ਜਾਂਦਾ। ਆ ਵੇਖ, ਮੇਰਾ ਨਾਂ ਹਮੀਦਾ ਹੈ। ਤੇ ਪੂਰੋ ਨੇ ਦਲੀਜਾਂ ਵਿੱਚ ਖਲੋ ਕੇ ਆਪਣੀ ਖੱਬੀ ਬਾਂਹ ਉੱਤੇ ਲਿਖਿਆ ਹੋਇਆ ਨਾਂ ਵਿਖਾ ਦਿੱਤਾ। ਜਾ ਨੀ ਜਾ, ਇਹਦੇ ਤੇ ਸਿਰ ਫਿਰਿਆ ਹੋਇਆ ਹੈ। ਬੁੱਢੀ ਨੇ ਪਰੋ ਕੇ ਆਵਾਜ਼ ਦਿੱਤੀ, ਮੈਨੂੰ ਜੇ ਕੋਈ ਸੂਹ ਲੱਗੀ ਤੇ ਮੈਂ ਆਪ ਆ ਕੇ ਦੱਸਾਂਗੀ ਅੰਮਾ। ਕਹਿੰਦੀ ਪੂਰੋ ਨੇ ਆਪਣੇ ਪੈਰ ਚੱਬਦੀ ਗਲੀ ਵਿੱਚ ਪਾ ਲਏ। ਬੌਲੀ ਵਾਲੀ ਕੋਠੜੀ ਵਿੱਚ ਪੂਰੋ ਨੇ ਆਪਣੇ ਦੋਵੇਂ ਆਵਣੇ ਛੱਡੇ ਹੋਏ ਸਨ। ਜਾਵੇਦ ਹੁਣ ਸਿਆਣਾ ਹੋ ਪਿਆ ਸੀ। ਨਿੱਕੇ ਨੂੰ ਉਹ ਵਲਾਈ ਰੱਖਦਾ ਸੀ। ਪੂਰੋ ਨੇ ਉਹ ਰਾਤ ਘੜੀਆਂ ਗਿਣ ਕੇ ਕੱਟੀ। ਦੂਸਰੀ ਪਲਕ ਉਹਦੇ ਰਸ਼ੀਦੇ ਨੇ ਲੱਜੋ ਨੂੰ ਸਕੜੀਆਲੀ ਆਪਣੇ ਘਰ ਛੱਡ ਕੇ ਮੁੜ ਪੂਰੋ ਕੋਲ ਪਰਤ ਆਉਣਾ ਸੀ। ਉਹ ਰਾਤ ਰੋਤੋਵਾਲ ਵਿੱਚ ਪੂਰੋ ਦੀ ਆਖਰੀ ਰਾਤ ਸੀ। ਉਹ ਗਹਿਣੀਆਂ ਗਿਣਦੀ ਦੋਹਾਂ ਜਾਤਕਾਂ ਨੂੰ ਲੈ ਕੇ ਮੰਜੀ ਉੱਤੇ ਪੈ ਗਈ। ਰੋਤੋਵਾਲ ਵਿੱਚ ਫਿਰ ਪੂਰੋ ਅੱਜ ਸਾਰੀਆਂ ਯਾਦਾਂ ਫਿਰਦੀਆਂ ਸਾਂਭਦੀ ਗਈਆਂ ਸਨ। ਪੂਰੋ ਨੂੰ ਪਿਛਲੀ ਵਾਰ ਦਾ ਆਪਣਾ ਰੋਤੋਵਾਲ ਆਉਣਾ ਚੇਤੇ ਆਇਆ, ਖੇਤਾਂ ਪੈਲੀਆਂ ਵਿੱਚ ਆਪਣਾ ਪਾਉਣਾ ਚੇਤੇ ਆਇਆ, ਫਿਰ ਆਪਣੇ ਅਖੀਰਲੇ ਦਿਹਾੜੇ ਰਾਮਚੰਦ ਦੇ ਖੇਤ ਵਿੱਚ ਮਿਲਣਾ ਚੇਤੇ ਆਇਆ। ਪਿਛਲੀ ਵਾਰ ਪੂਰੋ ਨੇ ਰਾਮਚੰਦ ਦੇ ਖੇਤ ਪੈਲੀਆਂ ਤੱਕ ਸਨ। ਐਤਕੀ ਪੂਰੋ ਨੇ ਰਾਮਚੰਦ ਦੇ ਉਹ ਘਰ ਵਿਹੜੇ ਵੀ ਤੱਕਿਆ ਜਿੱਧਰ ਤੱਕਣ ਦਾ ਲਾਲਸਾ ਪੂਰੋ ਨੂੰ ਵਰ੍ਹਿਆਂ ਦੇ ਵਰ੍ਹੇ ਲੱਗੇ ਰਹੇ ਸੀ। ਪੂਰੋ ਸੋਚਣ ਲੱਗ ਪਈ, ਇਸ ਘਰ ਵਿੱਚ ਉਸ ਨੇ ਘਰ ਦੀ ਨੂੰਹ ਬਣ ਕੇ ਆਉਣਾ ਸੀ। ਇਸੇ ਘਰ ਵਿੱਚ ਉਸ ਦੀ ਭੈਣ ਵਿਆਹ ਕੇ ਆਈ ਸੀ। ਇਸੇ ਘਰ ਵਿੱਚ ਉਸ ਦਾ ਭਰਾ ਟੁੱਕ ਕੇ ਆਇਆ। ਪਰ ਪੂਰੋ ਨੇ ਇਸ ਘਰ ਦਾ ਮੂੰਹ ਮੱਥਾ ਕਦੇ ਤੱਕਿਆ ਜਦੋਂ ਇਸ ਘਰ ਵਿੱਚ ਘਰ ਵਾਲੀਆਂ ਦਾ ਪਰਛਾਵਾਂ ਵੀ ਬਾਕੀ ਨਾ ਰਿਹਾ। ਇਸ ਘਰ ਦੀਆਂ ਦਹਾੜਾਂ ਵਿੱਚ ਸਿਰਫ ਉਸ ਨੇ ਲਾਜੋ ਦਾ ਚੀਖਿਆ ਹੋਇਆ ਪਿੰਜਰ ਵੇਖਿਆ ਸੀ। ਸ਼ੁਕਰ ਹੈ ਲੱਜੋ ਦੀ ਇਸ ਵੇਲੇ ਤੱਕ ਬੰਦ ਖਾਲਸ ਹੋ ਗਈ ਸੀ। ਪੂਰੋ ਫਿਰ ਸੋਚਣ ਲੱਗ ਪਈ, ਅੱਜ ਤੇ ਉਹ ਆਪ ਹੀ ਉਸਦੇ ਘਰ ਦੇ ਪਿੰਜਰ ਵਿੱਚ ਫਸੀ ਹੋਈ ਸੀ। ਹਮੀਦਾ ਦੇ ਇੱਕ ਨਾਵੇ ਨੇ ਉਹਨੂੰ ਬਚਾ ਲਿਆ। ਪਤਾ ਨਹੀਂ ਕਿਹੜੇ ਵੇਲੇ ਪੂਰੋ ਦੀ ਅੱਖ ਲੱਗੀ ਤੇ ਰਾਤ ਦੀ ਸਿਆਹੀ ਰਹਿ ਕੇ ਸਵੇਰੇ ਬਣ ਗਈ। ਕਰਦੀਆਂ ਗਲੋੜੀਆਂ।
ਆਉਣ ਜਾਣ ਦਾ ਮਸਲਾ ਯੱਕ ਕਰਕੇ ਰਸ਼ੀਦਾ ਰੋਤੋਵਾਲ ਆਇਆ ਤੇ ਪੂਰਨ ਨੂੰ ਲੈ ਕੇ ਸੱਕੜਾਲੀ ਪਰਤ ਗਿਆ। ਲੱਜੋ ਦੀਆਂ ਜਿਵੇਂ ਦੋਵੇਂ ਅੱਖੀਆਂ ਬੰਦ ਬੂਹੇ ਵੱਲ ਹੀ ਲੱਗੀਆਂ ਹੋਈਆਂ ਸਨ। ਪੂਰਨ ਉਰਾ ਦੇ ਪਹੁੰਚਣ ਦੇ ਪਹਿਲੇ ਖੜਾਕ ਨਾਲ ਹੀ ਲੱਜੋ ਨੇ ਬੰਦ ਬੂਹੇ ਦੀ ਕੁੰਡੀ ਲਾਹੀ। ਬਾਹਰੋਂ ਦੀ ਵੀ ਇੱਕ ਜਿੰਦਰਾ ਰਸ਼ੀਦੇ ਨੇ ਮਾਰਿਆ ਹੋਇਆ ਸੀ, ਜੋ ਪਿੰਡ ਵਾਲਿਆਂ ਨੂੰ ਸ਼ੱਕ ਨਾ ਪਵੇ। ਡਿਓੜੀ ਦਾ ਬੂਹਾ ਅੰਦਰੋਂ ਹੀ ਮਾਰ ਕੇ ਪੂਰੋ ਲੱਜੋ ਤੇ ਰਸ਼ੀਦੇ ਆਪਣੇ ਪਿਛਲੇ ਅੰਦਰ ਇੱਕ ਵਾਰ ਤੋਂ ਇਉਂ ਪੈ ਗਏ, ਜਿਵੇਂ ਸ਼ਹਿ ਕੋਲੋਂ ਡਰੀ ਹੋਈ ਹਰਨਾਂ ਦੇ ਡਾਰ ਨੂੰ ਜੰਗਲ ਦੀ ਕੋਈ ਨਵੇਕਲੀ ਖੋਹ ਲੱਭ ਗਈ ਹੋਵੇ। ਲੱਜੋ ਤੇ ਪੂਰੋ ਦੋਹਾਂ ਨੂੰ ਲੱਗਾ ਜਿਵੇਂ ਉਹ ਇਕੱਠੀਆਂ ਖੇਡੀਆਂ ਹੋਣ, ਇਕੱਠੀਆਂ ਪਲੀਆਂ ਹੋਣ, ਦੋਵੇਂ ਇੱਕ ਦੂਜੇ ਦੇ ਹਾਣੀ ਹੋਣ, ਪਰ ਸਮੇਂ ਦੇ ਫੇਰ ਨਾਲ ਵਰਦੀਆਂ ਬਦ ਨਿਖੜ ਗਈਆਂ ਹੋਣ ਤੇ ਫਿਰ ਅੱਜ ਕਿਸੇ ਚੱਪੜ ਦੇ ਪਿੱਛੋਂ, ਕਿਸੇ ਹਨੇਰੀ ਦੇ ਪਿੱਛੋਂ ਦੋਵਾਂ ਜਣੀਆਂ ਨੇ ਆਪਾ ਵਿੱਚ ਮਿਲ ਪਈਆਂ ਹੋਣ। ਵਰ੍ਹਿਆਂ ਦੇ ਵਿਛੋੜੇ ਦੇ ਜੀਵਨ ਦੀਆਂ ਕਹਾਣੀਆਂ ਦੋਹਾਂ ਦੇ ਹੋਠਾਂ ਉੱਤੇ ਜੰਮੀਆਂ ਹੋਈਆਂ ਸਨ। ਦੋਵਾਂ ਦੀਆਂ ਦੋਵੇਂ ਕਹਿਣ ਨੂੰ ਕਾਲੀਆਂ ਸਨ, ਦੋਵੇਂ ਦੀਆਂ ਦੋਵਾਂ ਸੁਣਨ ਨੂੰ ਕਾਲੀਆਂ ਸਨ। ਖਾਓ ਪਿਓ ਤੇ ਵੇਲੀਆਂ ਹੁੰਦਿਆਂ ਚੰਗੀ ਚਿਰਤ ਹੋ ਗਈ ਹੋਈ ਸੀ। ਰਸ਼ੀਦੇ ਨੂੰ ਇਸ ਗੱਲ ਦੀ ਸੂਹ ਸੀ ਪਈ ਦੋਵੇਂ ਕੱਲੀਆਂ ਕਾਰੀਆਂ ਬਹਿ ਕੇ ਦਿਲਾਂ ਦੀਆਂ ਲੈ ਦੇ ਲੈਣ। ਅਸਲ ਵਿੱਚ ਰਸ਼ੀਦਾ ਮੂਲੋਂ ਹੀ ਦਿਲ ਦਾ ਖੋਟਾ ਨਹੀਂ ਸੀ। ਉਹ ਸੋਚਦਾ ਹੁੰਦਾ ਸੀ ਪੂਰਨ ਨਾਲ ਕੋਈ ਉਹਦੀ ਲੈਣੀਆਂ ਦੇਣੀਆਂ ਦੇ ਹਿਸਾਬ ਸਨ, ਨਹੀਂ ਤਾਂ ਉਹ ਐਡਾ ਮਾੜਾ ਨਹੀਂ ਸੀ ਕਿ ਰਾਹ ਜਾਂਦੀ ਕਿਸੇ ਦੀ ਸਾਊ ਧੀ ਭੈਣ ਨੂੰ ਚੋਰੀ ਕਰ ਪਾ ਲੈਂਦਾ। ਪੂਰਨ ਨੂੰ ਆਪਣੀ ਤ੍ਰੀਮਤ ਬਣਾ ਲੈਣ ਪਿੱਛੋਂ ਰਸ਼ੀਦੇ ਨੇ ਕਦੇ ਅੱਖ ਪੱਟ ਕੇ ਵੀ ਕਿਸੇ ਦੀ ਧੀ ਭੈਣ ਵੱਲ ਨਹੀਂ ਸੀ ਡਿੱਠਾ। ਦੋਵੇਂ ਬਾਲਾਂ ਨੂੰ ਸੁਆ ਕੇ ਦੋਵੇਂ ਜਣੀਆਂ ਪਿਛਲੇ ਅੰਦਰ ਮੰਜੀ ਢਾ ਕੇ ਪੈ ਗਈਆਂ। ਰਸ਼ੀਦਾ ਉਸ ਦਿਹਾੜੇ ਨਾਲ ਦੇ ਸੂਫੇ ਵਿੱਚ ਸੁੱਤਾ। ਰੋਤੋਵਾਲ ਦਾ ਕਾਫ਼ਲਾ ਐਸੋ ਪਿੰਡੋਂ ਵਿੱਚ ਲੰਘਿਆ ਸੀ। ਪੂਰਨ ਨੇ ਇਹ ਪਹਿਲਾਂ ਗੱਲ ਕੀਤੀ। ਤੂੰ ਡਿੱਠਾ ਸੀ? ਲਾਜੋ ਨੇ ਪੂਰੋ ਅਜੇ ਤੱਕ ਰਲ ਨਹੀਂ ਸੀ ਬੈਠੀਆਂ। ਲਾਜੋ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਪੂਰਨ ਨੇ ਉਹਨੂੰ ਕਿੰਜ ਲੱਭਿਆ, ਕਿਉਂ ਲੱਭਿਆ। ਮੈਂ ਤੇਰੇ ਭਰਾ ਨੂੰ ਮਿਲੀ ਵੀ ਸਾਂ, ਤਾਈਓ ਤੇ ਮੈਂ ਤੇਰਾ ਪਤਾ ਲੱਗਿਆ। ਹੈਂ? ਹਾਂ। ਤੇ ਪੂਰਨ ਨੇ ਉਸ ਦਿਨ ਦੇ ਕਾਫ਼ਲੇ ਵਾਲਾ ਰਾਮਚੰਦ ਦਾ ਮੂੰਹ ਅੱਖਾਂ ਅੱਗੇ ਆ ਗਿਆ। ਤੂੰ ਉਹਨੂੰ ਕਿੰਜ ਪਛਾਤਾ? ਤੂੰ ਤੇ ਉਹਨੂੰ ਕਦੇ ਡਿੱਠਾ ਵੀ ਨਹੀਂ ਸੀ। ਲਾਜੋ ਦੇ ਦਿਲ ਹੀ ਦਿਲ ਵਿੱਚ ਸਾਰੀਆਂ ਸੋਚਾਂ ਫੇਰੀਆਂ। ਕਿੰਜ ਪੂਰੋ ਉਹਦੇ ਭਰਾ ਨਾਲ ਮੰਗੀ ਹੋਈ ਸੀ, ਕਿੰਜ ਉਹਦੇ ਭਰਾ ਦਾ ਵਿਆਹ ਰਚੀਣ ਵਾਲਾ ਸੀ, ਕਿੰਜ ਫਿਰ ਪੂਰੋ ਗੁੰਮ ਦੀ ਗੁੰਮ ਹੋ ਗਈ, ਕਿੰਜ ਫਿਰ ਪੂਰੋ ਦੀ ਨਿੱਕੀ ਭੈਣ ਉਹਦੇ ਨਾਲ ਵਿਆਹ ਕਰਤੀ। ਮੈਂ ਉਹਨੂੰ ਅੱਗੇ ਵੀ ਇੱਕ ਵਾਰ ਡਿੱਠਾ ਸੀ। ਪੂਰਨ ਨੇ ਰੋਤੋਵਾਲ ਦੇ ਖੇਤਾਂ ਵਾਲੀ ਸਾਰੀ ਗੱਲ ਲਾਜੋ ਨੂੰ ਸੁਣਾਈ। ਪੂਰਨ ਨੇ ਇਹ ਵੀ ਦੱਸਿਆ ਕਿ ਉਦੋਂ ਤੱਕ ਉਸ ਨੂੰ ਪਤਾ ਨਹੀਂ ਸੀ ਕਿ ਰਾਮਚੰਦ ਹੁਣ ਉਸ ਦਾ ਭਣਵਈਆ ਬਣ ਚੁੱਕਿਆ ਹੋਇਆ ਹੈ। ਮੈਨੂੰ ਕਦੇ ਵੀ ਕੋਈ ਸੂਹ ਖਬਰ ਨਹੀਂ ਲੱਗੀ। ਸਿਰਫ ਜਿਸ ਦਿਹਾੜੇ ਕਾਫ਼ਲਾ ਇੱਥੋਂ ਲੰਘਿਆ, ਮੋਇਆ ਹੋਇਆ ਨੂੰ ਵੀ ਲੋਕੀ ਚੇਤੇ ਕਰਦੇ ਨੇ, ਉਹਨਾਂ ਦੇ ਨਾਂ ਤੇ ਸ਼ੁਰਾਧ ਖੁਆਉਂਦੇ ਨੇ। ਕਦੇ ਕਦੇ ਮੇਰਾ ਵੀ ਨਾਂ ਕੋਈ ਘਰ ਵਿੱਚ ਲੈਂਦਾ ਹੋਵੇਗਾ। ਪੂਰਨ ਦਾ ਕੱਚ ਭਰ ਗਿਆ। ਲਾਜੋ ਨੇ ਉਹਨੂੰ ਦੱਸਿਆ ਕਿ ਉਹਦਾ ਪਿਓ ਭਰਾ ਦਾ ਮਰ ਗਿਆ ਹੋਇਆ ਸੀ। ਮਾਂ ਉਹਦੀ ਕਈ ਵਾਰ ਪੂਰਨ ਦਾ ਨਾਂ ਲੈ ਲੈ ਕੇ ਵੈਣ ਪਾਉਂਦੀ ਹੁੰਦੀ ਸੀ। ਮੇਰੀ ਮਾਂ ਦੇ ਕਰਮ ਧੀ ਵੀ ਉਹਦੀ ਜਿਉਣੀ ਮਰ ਗਈ ਤੇ ਅੱਗੋਂ ਨੂੰ ਵੀ। ਪੂਰਨ ਨੇ ਕਿਹਾ ਤੇ ਪੂਰਨ ਤੇ ਲਾਜੋ ਫਿੱਸ ਪਈਆਂ। ਬਚੂੜੇ ਖਾਨੇ ਦੀਆਂ ਗਊਆਂ ਵਾਂਗਣ ਦੋਵੇਂ ਜਣੀਆਂ ਮੰਜੇ ਦੀਆਂ ਬਾਹੀਆਂ ਨਾਲ ਲੱਗੀਆਂ ਰਹੀਆਂ। ਤੂੰ ਜਦੋਂ ਉੱਥੇ ਜਾਵੇਂਗੀ, ਮੇਰੀ ਮਾਂ ਨੂੰ ਮਿਲੇਂਗੀ, ਇੱਕ ਵਾਰ ਉਹਨੂੰ ਆਖੀਂ ਮੇਰੇ ਜਿਉਂਦੇ ਦਾ ਮੂੰਹ ਵੇਖੇ। ਪੂਰਨ ਨੇ ਹੋਰ ਵੀ ਫਿੱਸ ਕੇ ਆਖਿਆ। ਮੈਂ ਉੱਥੇ ਕਿੱਥੇ ਜਾਣਾ ਹੈ? ਤੂੰ ਆਪਣੇ ਘਰ ਜਾਏਂਗੀ, ਆਪਣੇ ਖਾਵਦੇ ਕੋਲ, ਆਪਣੇ ਭਰਾ ਕੋਲ। ਮੈਂ ਤੇ ਜਿਉਂਦੀ ਮਰ ਗਈ ਹਾਂ, ਮੈਨੂੰ ਹੁਣ ਕੌਣ ਕਬੂਲਦਾ ਹੈ? ਨਹੀਂ ਲੱਜੋ, ਮੈਂ ਜਿਉਂਦੀ ਜੀ ਇਹ ਅੰਨ੍ਹੀਆਂ ਨਾ ਹੋਣ ਦਿਆਂਗੀ। ਤੂੰ ਆਪਣੇ ਘਰ ਜਾਏਂਗੀ। ਤੇਰਾ ਇਹਦੇ ਵਿੱਚ ਕੀ ਦੋਸ਼ ਹੈ? ਪਰ ਤੇਰਾ ਕੀ ਦੋਸ਼ ਸੀ? ਤੈਨੂੰ ਅੱਜ ਤੀਕਣ ਨਾ ਘਰ ਦਿਆਂ ਨੇ ਕਬੂਲਿਆ। ਮੇਰੀ ਗੱਲ ਹੋਰ ਸੀ ਲੱਜੋ। ਕਿਉਂ ਤੇਰੀ ਗੱਲ ਹੋਰ ਸੀ?
ਤੂੰ ਕੋਈ ਆਪਣੀ ਮਰਜ਼ੀ ਨਾਲ ਆਈ ਸੈਂ। ਤੂੰ ਵੀ ਤੇ ਬੱਦੀ ਰੁੱਦੀ ਨੇ। ਹਾਂ ਲੱਜੋ, ਪਰ ਉਦੋਂ ਮੈਂ ਕੱਲੀ ਸਾਂ। ਮੇਰੇ ਮਾਪਿਆਂ ਦਾ ਜੇਰਾ ਨਾ ਪਿਆ ਕਿ ਉਹ ਲੋਕਾਂ ਦੀਆਂ ਗੱਲਾਂ ਅਖਵਾ ਲੈਣ ਤੇ ਮੇਰੇ ਮਾਪਿਆਂ ਨੇ ਆਪਣੀ ਆਂਦਰਾਂ ਟੁੱਕ ਛੱਡੀਆਂ। ਹੁਣ ਕਿਸੇ ਇੱਕ ਨੂੰ ਨਹੀਂ, ਸਾਰਿਆਂ ਦੇ ਕਲੇਜੇ ਨੂੰ ਲੱਗੀ ਹੋਈ ਹੈ। ਨਹੀਂ ਪੂਰੋ, ਮੇਰੀ ਕਿਸਮਤ ਚੰਗੀ ਹੁੰਦੀ ਤੇ ਮੈਂ ਪਹਿਲਾਂ ਹੀ ਮੇਰੇ ਨਾਲ ਇਹ ਜ਼ੁਲਮ ਨਾ ਵਰਤਦਾ। ਮੈਨੂੰ ਪਤਾ ਹੈ ਮੈਨੂੰ ਕਿਸੇ ਨਹੀਂ ਲੈਣ ਆਉਣਾ। ਮੈਂ ਜੋ ਆਨੀ ਆ, ਤੇਰਾ ਭਰਾ ਦਾ ਜ਼ਰੂਰ ਖਤ ਆਵੇਗਾ। ਅਸੀਂ ਤੇਰਾ ਪਤਾ ਦੇਵਾਂਗੇ ਤਾਂ ਉਹ ਜ਼ਰੂਰ ਤੈਨੂੰ ਲੈਣ ਆਉਣਗੇ। ਮੇਰਾ ਵੀਰ ਕਿਹੋ ਜਿਹਾ ਲੱਗਦਾ ਹੈ? ਪੂਰੋ ਇੱਕ ਸਦਰ ਨਾਲ ਪੁੱਛਣ ਲੱਗ ਪਈ। ਲੱਜੋ ਨੂੰ ਆਪਣਾ ਪਤੀ ਚੇਤੇ ਆਇਆ। ਉਹ ਕਿਵੇਂ ਉਹਦਾ ਮੂੰਹ ਤੱਕਿਆ, ਉਹ ਕਿਵੇਂ ਕਰਦਿਆਂ ਦੇ ਸਾਹਮਣੇ ਹੋਵੇਗੀ। ਲੱਜੋ ਸੋਚਣ ਲੱਗ ਪਈ, ਪਰ ਲੱਜੋ ਦੇ ਦਿਲ ਵਿੱਚ ਜਿਵੇਂ ਯਕੀਨ ਸੀ ਕਿ ਉਹਨੂੰ ਕਿਸੇ ਨੇ ਲੈਣ ਨਹੀਂ ਆਉਣਾ। ਐਵੇਂ ਮਨ ਦੇ ਲੱਡੂ ਨੇ ਉਹ ਬਹਿ ਕੇ ਜਿੰਨੀ ਮਰਜ਼ੀ ਤੇ ਭੋਰ ਲਵੇ। ਨਹੀਂ ਲੱਜੋ, ਕੋਈ ਨਾ ਕੋਈ ਜ਼ਰੂਰ ਤੈਨੂੰ ਲੈਣ ਆਵੇਗਾ। ਅੱਜ ਕਿਸੇ ਨੂੰ ਕਿਸੇ ਦਾ ਮੇਣਾ ਨਹੀਂ। ਸਾਰੇ ਲੋਕ ਪਿਆ ਆਪਣੀਆਂ ਧੀਆਂ ਭੈਣਾਂ ਨੂੰ ਲਿਜਾਂਦੇ ਨੇ। ਰਸ਼ੀਦਾ ਆਵਦਾ ਹੈ, ਉਧਰੋਂ ਵੀ ਲੱਭ ਲੱਭ ਕੇ ਲੋਕ ਆਪਣੀਆਂ ਤ੍ਰੀਮਤਾਂ ਪਏ ਮੁੜ ਲਿਆਉਂਦੇ ਨੇ। ਕਈਆਂ ਦੇ ਘਰ ਦੇ ਜਾਤਕ ਵੀ ਹੋ ਪਏ ਨੇ ਤੇ ਫਿਰ ਦੋਵੇਂ ਜਣੀਆਂ ਗੁੰਮਸੁੰਮ ਹੋ ਕੇ ਤ੍ਰੀਮਤਾਂ ਦੀਆਂ ਇਸ ਬੇਸਬਰੀ ਨੂੰ ਸੋਚਣ ਲੱਗ ਪਈਆਂ। ਲਾਜੋ ਸੋਚਣ ਲੱਗ ਪਈ, ਅੱਜ ਤੱਕ ਉਹਦੇ ਘਰ ਕੋਈ ਬਾਲ ਨਹੀਂ ਸੀ ਹੋਇਆ। ਪਤਾ ਨਹੀਂ ਉਹਨੂੰ ਕੀ ਆਹੂਰ ਸੀ। ਅੱਜ ਇਹੋ ਆਹੂਰ ਫਲ ਪਈ ਸੀ, ਨਹੀਂ ਤਾਂ ਪਤਾ ਨਹੀਂ ਉਹਦਾ ਵੀ ਕੀ ਹਾਲ ਹੁੰਦਾ। ਜਿੱਥੇ ਉਹ ਇੱਕ ਨੂੰ ਰੋਂਦੇ ਨੂੰ ਹੁਣ ਦੋਹਾਂ ਨੂੰ ਰੋਜ਼ ਛੱਡਣਗੇ। ਮੈਂ ਕਿਤੇ ਨਹੀਂ ਜਾਣਾ ਪੂਰੋ, ਮੈਂ ਕਿਹੜੇ ਮੂੰਹ ਨਾਲ ਜਾਵਾਂਗੀ। ਮੈਂ ਤੇਰੇ ਬਾਲਾਂ ਦੀ ਚਾਕਰੀ ਕਰਕੇ ਰੋਟੀ ਖਾ ਛੱਡਾਂਗੀ। ਇੰਝ ਕਿਉਂ ਆਨੀ ਏ ਲੱਜੋ? ਮੇਰੇ ਜ਼ਖਮ ਉੱਤੇ ਲੂਣ ਨਾ ਲਾ। ਇਹ ਤੇਰਾ ਆਪਣਾ ਘਰ ਹੈ। ਪਰ ਲੱਜੋ, ਉਹ ਤੈਨੂੰ ਜ਼ਰੂਰ ਲੈ ਜਾਣਗੇ। ਮੈਂ ਸਾਰੀ ਦੁਨੀਆ ਦੇ ਹਾੜੇ ਪਾ ਪਾ ਕੇ ਉਹਨਾਂ ਨੂੰ ਮਨਾ ਲਵਾਂਗੀ। ਲੱਜੋ ਨੇ ਪੂਰੋ ਦੇ ਬਾਹਾਂ ਵਿੱਚ ਘੁੱਟ ਲਿਆ। ਤੂੰ ਆਪਣੇ ਘਰ ਕਿਹੋ ਜਿਹੀ ਹੈ ਪੂਰੋ? ਰਸ਼ੀਦੇ ਦਾ ਪਿੱਛਾ ਸੁਣੀਂਦਾ ਹੈ। ਪਹਿਲੇ ਗੁਨਾਹ ਤੇ ਜੋ ਉਸ ਕੀਤਾ ਸੋ ਕੀਤਾ, ਫਿਰ ਉਸ ਮੈਨੂੰ ਕਦੇ ਮਾੜੀ ਚੰਗੀ ਨਹੀਂ ਔਖੀ। ਉਹ ਨਾ ਮੇਰੀ ਵੱਲ ਹੁੰਦਾ ਹੈ ਤੇ ਮੈਂ ਉਹਨੂੰ ਕਿੱਥੇ ਲੱਭ ਕੇ ਲਿਆਉਂਦੀ। ਮੈਨੂੰ ਲਿਆਉਣ ਲਈ ਉਹਨੇ ਆਪਣੀ ਜਾਨ ਬੜੀ ਜੋਖੇ ਵਿੱਚ ਪਾਈ ਹੈ। ਜੇ ਕਦੇ ਉਸ ਰਾਕਸ਼ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਮੇਰੀਆਂ ਹੱਡੀਆਂ ਵੀ ਫੂਕ ਕੇ ਪਾਣੀ ਪੀਣਾ ਸੀ। ਉਹਨੇ ਫੂਕਣੀਆਂ ਕਿੱਥੇ ਸਨ ਭੈੜੀਏ। ਉਹ ਲੋਕ ਤੇ ਦਬਦੇ ਨਹੀਂ ਹੋਇਆ ਨਾ ਪਰ ਪੂਰੋ ਕਿਤੇ ਉਹ ਇਸ ਪਿੰਡ ਦੀ ਸੂਹ ਤੇ ਨਹੀਂ ਲੈ ਲਵੇਗਾ। ਮੇਰਾ ਤੇ ਜੀ ਡਰਦਾ ਹੈ ਮਤੇ ਤੁਹਾਡੇ ਵਾਸਤਾ ਘਰ ਵੀ ਨਾ ਬਰਬਾਦ ਕਰਾਂ। ਅਜੇ ਤੱਕ ਤਾਂ ਉਹਨਾਂ ਨੂੰ ਤੇਰੇ ਪਰਛਾਵੇਂ ਦਾ ਵੀ ਨਹੀਂ ਸੀ ਪਤਾ ਲੱਗਾ। ਤੇ ਪੂਰੋ ਨੇ ਉਹ ਸਾਰੀ ਗੱਲ ਸੁਣਾਈ ਜਿਵੇਂ ਉਹ ਲੱਜੋ ਦੇ ਗੁੰਮ ਹੋ ਜਾਣ ਪਿੱਛੋਂ ਬੁੱਢੀ ਤੇ ਬੁੱਢੀ ਦੇ ਪੁੱਤਰ ਨੂੰ ਮਿਲੀ ਸੀ। ਅੱਗੇ ਇਸ ਪਿਛਲੇ ਕੋਠੇ ਵਿੱਚ ਮੈਂ ਕਈ ਦਿਹਾੜੇ ਇੱਕ ਹਿੰਦੂ ਕੁੜੀ ਛੁਪਾਈ ਰੱਖੀ ਸੀ। ਕਿਸੇ ਨੂੰ ਉਹਦੀ ਵਾਹ ਦਾ ਵੀ ਪਤਾ ਨਹੀਂ ਲੱਗਾ। ਫਿਰ ਮੈਂ ਉਸ ਦਿਨ ਉਹਨੂੰ ਕਾਫਲੇ ਨਾਲ ਰਲਾ ਆਈ ਸਾਂ। ਤੈਨੂੰ ਵੀ ਇਸੇ ਅੰਦਰ ਚੋਰੀ ਰੱਖਣਾ ਹੈ ਤਾਂ ਕਿ ਪਿੰਡ ਵਿੱਚ ਕੋਈ ਮੁਸ਼ਕ ਨਾ ਨਿਕਲ ਜਾਵੇ। ਜਿਸ ਦਿਹਾੜੇ ਖਤ ਪੱਤਰ ਆ ਗਿਆ, ਤੈਨੂੰ ਅਚਪੋਲੀ ਜਾ ਕੇ ਲਾਹੌਰ ਛੱਡ ਆਉਣਾ ਹੈ। ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਣੀ। ਭਲਾ ਜੇ ਉਹਨਾਂ ਦਾ ਖਤ ਨਾ ਆਇਆ? ਮੇਰਾ ਦਿਲ ਸਾਖੀ ਦਿੰਦਾ ਹੈ ਲੱਜੋ, ਤੇਰਾ ਭਰਾ ਜ਼ਰੂਰ ਖਤ ਪਾਵੇਗਾ। ਹਿਚਕੋਲ। ਦਿਨਾਂ ਉੱਤੇ ਦਿਨ ਪੈਂਦੇ ਗਏ। ਹਰ ਸਵੇਰੇ ਮੂੰਹ ਚੁੱਕਦੀ ਰਹੀ, ਹਰ ਸ਼ਾਮ ਸਿਰ ਸੁੱਟਦੀ ਰਹੀ। ਨਾ ਲੱਜੋ ਦੀ ਸੌ ਕੋਈ ਬਾਹਰ ਨਿਕਲੀ, ਨਾ ਲੱਜੋ ਦੇ ਘਰ ਦੀਆਂ ਦੀ ਕੋਈ ਉਂਘ ਸੁੰਘ ਅੱਪੜੀ। ਉਂਝ ਪੂਰੋ ਤੇ ਲੱਜੋ ਇੱਕ ਦੂਜੇ ਦੇ ਸਾਹੀ ਸਾਹ ਲੈਂਦੀਆਂ ਸਨ। ਰਾਤ ਨੂੰ ਜਦੋਂ ਨੀਂਦਰ ਉਹਨਾਂ ਦੀਆਂ ਅੱਖੀਆਂ ਵਿੱਚ ਘੁਲ ਜਾਂਦੀਆਂ, ਦੋਹਾਂ ਦੀਆਂ ਅੱਖੀਆਂ ਵਿੱਚ ਸੁਪਨੇ ਹੀ ਸੁਪਨੇ ਖਿਲਰ ਜਾਂਦੇ। ਮੂੰਹ ਹਨੇਰੇ ਉੱਠ ਕੇ ਉਹ ਇੱਕ ਦੂਜੇ ਨਾਲ ਦਲੀਲਾਂ ਪਾ ਜਾਂਦੀਆਂ। ਸੁਪਨਿਆਂ ਦੇ ਅਪਸ਼ਗਨ ਸੋਚਦੀਆਂ। ਕਦੇ ਉਹਨਾਂ ਦਾ ਮਨ ਢੇਰੀਆਂ ਢਾ ਦਿੰਦਾ, ਕਦੇ ਉਹਨਾਂ ਦਾ ਮਨ ਖੰਭ ਜਾਂਦਾ।
ਕਿਤਨੀ ਵਾਰ ਲਾਜੋ ਬਾਲਾ ਵਾਂਗ ਚੁੱਲ੍ਹੇ ਵਿੱਚ ਕੋਲ ਲੈ ਕੇ ਜ਼ਮੀਨ ਉੱਤੇ ਲਕੀਰਾਂ ਵਾਹੁਣ ਬਹਿ ਜਾਂਦੀ। ਕਦੇ ਉਹਨੂੰ ਐਸੀਆਂ ਰਾਹ ਦਿੰਦੀਆਂ, ਕਦੇ ਨਾ ਦਿੰਦੀਆਂ। ਕਿੰਨੀ ਵਾਰ ਲਾਜੋ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਧਾਰਾਵਾਂ ਵਗ ਪੈਂਦੀਆਂ। ਕਿੰਨੀ ਵਾਰ ਲਾਜੋ ਪੂਰੋ ਦੇ ਪੁੱਤਰ ਨਾਲ ਖੇਡ ਕੇ ਜੀ ਨੂੰ ਵਰਾ ਲੈਂਦੀ। ਉਂਝ ਲਾਜੋ ਦਾ ਮਨ ਅਕਸਰ ਢਹਿੰਦੀਆਂ ਗੱਲਾਂ ਸੋਚਦਾ ਸੀ। ਉਹਨੂੰ ਆਸ ਨਹੀਂ ਸੀ ਬੁੱਝੀ ਕਿ ਕਦੇ ਕੋਈ ਉਹਦੀ ਖ਼ਬਰ ਸਾਰ ਲਵੇਗਾ। ਪਰ ਪੂਰੋ ਦੇ ਮਨ ਨੂੰ ਪਤਾ ਨਹੀਂ ਕੌਣ ਅੰਦਰੋਂ ਸ਼ਾਦੀ ਦਿੰਦਾ ਸੀ ਕਿ ਕਿਸੇ ਦਿਨ ਅਛੁਪਲੇ ਹੀ ਕੋਈ ਬੋਹੜ ਪਵੇਗਾ। ਕਿਸੇ ਦਿਨ ਚਣਚੁੱਕ ਕੋਈ ਖ਼ਤ-ਖ਼ਬਰ ਆ ਜਾਏਗਾ। ਲੱਜੋ ਦੇ ਦਿਹਾੜੇ ਫਿਰ ਪੈਣਗੇ। ਪੂਰੋ ਆਪਣੇ ਵੱਲ ਲੱਜੋ ਦੀਆਂ ਪੂਰੀਆਂ ਮਹਿਮਾਨੀਆਂ ਕਰਦੀ ਸੀ। ਸੋਚਦੀ ਸੀ ਕਿ ਉਹ ਥੋੜ੍ਹੇ ਦਿਨਾਂ ਦੀ ਅਮਾਨਤ ਉਹਦੇ ਕੋਲ ਹੈ। ਫਿਰ ਉਹ ਸ਼ਾਇਦ ਉਹਨੂੰ ਕਦੇ ਨਾ ਮਿਲ ਸਕੇਗੀ, ਕਦੇ ਨਾ ਵੇਖ ਸਕੇਗੀ। ਬਾਕੀ ਸਾਰਿਆਂ ਦੇ ਮੂੰਹ ਵੀ ਉਹਨੂੰ ਉਸ ਵੇਲੇ ਸਿਰਫ ਲੱਜੋ ਦੇ ਮੂੰਹ ਵਿੱਚ ਹੀ ਦਿਸਦੇ ਸਨ। ਕਦੋਂ ਕਿਸੇ ਨੇ ਉਹਨੂੰ ਘਰ ਰਹਿਣ ਆਉਣਾ ਸੀ, ਕਦੋਂ ਕਿਸੇ ਨੇ ਉਹਨੂੰ ਮਿਲਣ ਆਉਣਾ ਸੀ। ਉਹਦੇ ਆਪਣੇ ਅੰਗਾਂ-ਸਾਕਾਂ ਵਿੱਚੋਂ ਲੱਜੋ ਉਹਦੇ ਘਰ ਪਹਿਲੀ ਤੇ ਆਖਰੀ ਮਹਿਮਾਨ ਸੀ। ਦਿਨ ਦੇ ਚਾਨਣ ਵਿੱਚ ਲਾਜੋ ਨੇ ਕਦੇ ਬਰੂਹਾਂ ਨਹੀਂ ਸਨ ਟੱਪੀਆਂ। ਰਾਤ ਦੇ ਹਨੇਰਿਆਂ ਨੇ ਲਾਜੋ ਦਾ ਭੇਦ ਬੜੀ ਵਫ਼ਾਦਾਰੀ ਨਾਲ ਸਾਂਭ ਕੇ ਰੱਖਿਆ ਸੀ। ਪਰ ਪਿੰਡ ਦੇ ਡਾਕੀਆਂ ਤੇ ਤਿੰਨਾਂ ਪਾਸਿਆਂ ਦਾ ਇੱਕ ਵੀ ਕਾਰਡ ਲਿਆ ਕੇ ਉਹਨਾਂ ਦੇ ਵਿਹੜੇ ਵਿੱਚ ਨਾ ਸੁੱਟਿਆ। ਦਲੀਲਾਂ ਜਿਵੇਂ ਲਾਜੋ ਤੇ ਪੂਰੋ ਦੇ ਮੂੰਹ ਉੱਤੇ ਖੁਣੀਆਂ ਹੋਈਆਂ ਸਨ। ਸਿਰਫ ਲਾਜੋ ਦੇ ਜੀਅ ਨੂੰ ਇੱਕ ਪਰਵਾਹ ਸੀ ਕਿ ਕਦੇ ਪੂਰੋ ਤੇ ਰਸ਼ੀਦੇ ਨੇ ਉਹਦਾ ਜੀਅ ਨਹੀਂ ਸੀ ਥੋੜ੍ਹਾ ਹੋਣ ਦਿੱਤਾ। ਪਰ ਸਾਰਾ ਦਿਨ ਛੁਪੀ ਹੋਈ, ਢਕੀ ਹੋਈ ਲਾਜੋ ਸੋਚਦੀ ਸੀ, ਪਹਾੜ ਜਿੱਡੀ ਉਮਰ ਉਹਦੇ ਸਿਰ ਉੱਤੇ ਲਟਕਦੀ ਪਈ ਹੈ। ਕਦੋਂ ਉਹਦੇ ਦਿਨ ਪੂਰੇ ਹੋਣਗੇ। ਪੂਰੋ ਦਾ ਕਿਸੇ ਨਾਲ ਆਉਣ ਜਾਣਾ ਵੀ ਬਹੁਤ ਨਹੀਂ ਸੀ। ਲਾਜੋ ਪਿਛਲੇ ਅੰਦਰ ਹੀ ਬਹਿੰਦੀ ਸੀ ਜਾਂ ਦੁਪਹਿਰਾਂ ਵੇਲੇ ਬਾਹਰਲੀ ਕਾਂਡ ਲਾ ਕੇ ਦੋਵੇਂ ਜਣੀਆਂ ਚਰਖਾ ਚੋਹਾ ਬਹਿੰਦੀਆਂ। ਛੱਪੀਆਂ ਦੇ ਛੱਪੇ ਮੁੱਕ ਜਾਂਦੇ, ਦਿਹਾੜ ਮੁੱਕ ਜਾਂਦੀ, ਦਲੀਲਾਂ ਨਾ ਮੁੱਕਦੀਆਂ। ਪਰੇ ਸਿਆਲਾਂ ਲੰਘ ਗਏ। ਫਾਗਣ ਦਾ ਵੀ ਪਿਛੋਕੜ ਆ ਗਿਆ ਸੀ। ਪਾਣੀਆਂ ਦੇ ਠਾਰ ਭੱਜ ਗਏ ਸਨ। ਇੱਕ ਦਿਹਾੜੇ ਢਲੀਆਂ ਦੁਪਹਿਰਾਂ ਨਾਲ ਰਸ਼ੀਦਾ ਜਦੋਂ ਘਰ ਦੀਆਂ ਬਰੂਹਾਂ ਲੰਘਿਆ, ਲਾਜੋ ਤੇ ਪੂਰੋ ਨੂੰ ਵੇਖਦਿਆਂ ਹੀ ਉਹਦੀਆਂ ਅੱਖਾਂ ਵਿੱਚ ਡਗ-ਡਗ ਪਾਣੀ ਆ ਗਿਆ। ਸਹਿਮੇ ਹੋਏ ਮੂੰਹ ਨਾਲ ਦੋਵੇਂ ਜਣੀਆਂ ਨੇ ਉਹਦੇ ਸੱਜੇ-ਖੱਬੇ ਹੋ ਗਈਆਂ। ਕਿੰਨੇ ਮਿੰਟ ਰਸ਼ੀਦੇ ਦੇ ਮੂੰਹੋਂ ਕੁਝ ਨਾ ਨਿਕਲਿਆ। ਲਾਜੋ ਦੇ ਕਲੇਜੇ ਨੂੰ ਜਿਵੇਂ ਕੋਈ ਮੁੱਠ ਭਰ ਕੇ ਕੱਢਦਾ ਪਿਆ ਸੀ। ਉਹਨੂੰ ਇੱਕ ਹੀ ਡਰ ਸੀ ਕਿ ਰੋਤੋਵਾਲ ਦੀ ਬੁੱਢੀ ਤੇ ਉਹਦੇ ਪੁੱਤਰ ਨੂੰ ਲੱਜੋ ਦਾ ਖੂਹ ਲੱਗ ਗਿਆ ਹੋਣਾ ਹੈ। ਉਹ ਉਹਨੂੰ ਚੋਰੀ ਤਰੀਕ ਕੇ ਲੈ ਜਾਣਗੇ ਤੇ ਪਤਾ ਨਹੀਂ ਪੂਰੋ ਉਹਨਾਂ ਨਾਲ ਕੀ ਬਣੇਗੀ। ਰਸ਼ੀਦਾ ਮੰਜੀ ਤੇ ਬਾਹੀ ਉੱਤੇ ਬਹਿ ਗਿਆ। ਝੱਗੇ ਦੀ ਬਾਂਹ ਨਾਲ ਦੋਵੇਂ ਅੱਖਾਂ ਪੂੰਝ ਕੇ ਉਹਨੂੰ ਲੱਜੋ ਦੀ ਪਿੱਠ ਉੱਤੇ ਪਿਆਰ ਦਿੱਤਾ। ਉਹਦੇ ਹੱਥਾਂ ਵਿੱਚ ਉਹੀ ਉਲੇਲਾ ਸੀ ਜਿਹੜਾ ਇੱਕ ਬਜ਼ੁਰਗ ਪਿਓ ਦੀ ਧੀ ਦੇ ਸਹੁਰੇ ਤੋਰਨ ਵੇਲੇ ਹੁੰਦਾ ਸੀ। ਰਸ਼ੀਦੇ ਦਾ ਜੀਅ ਭਰਿਆ ਆਇਆ ਸੀ। ਫਿਰ ਰਸ਼ੀਦੇ ਨੇ ਜੀਅ ਖੰਮ ਕੇ ਆਖਿਆ, ਅੱਜ ਰਾਮਚੰਦ ਆਇਆ ਹੈ ਇੱਥੇ? ਲੱਜੋ ਤੇ ਪੂਰੋ ਦੋਹਾਂ ਦੇ ਮੂੰਹ ਵਿੱਚ ਇਕੱਠੀ ਆਵਾਜ਼ ਨਿਕਲੀ। ਹਾਂ, ਨਾਲ ਕੁਝ ਹਿੰਦੁਸਤਾਨੀ ਪੁਲਿਸ ਦੇ ਸਿਪਾਹੀ ਤੇ ਨਾਲ ਕੁਝ ਪਾਕਿਸਤਾਨ ਦੇ। ਲੋਕੀ ਇਸੇ ਤਰ੍ਹਾਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿੱਚ ਗੁਆਚੀਆਂ ਹੋਈਆਂ ਕੁੜੀਆਂ ਨੂੰ ਲੱਭਦੇ ਨੇ। ਮੈਨੂੰ ਕੱਲਿਆਂ ਵੀ ਰਾਮਚੰਦ ਮਿਲਿਆ ਸੀ, ਰਸ਼ੀਦਾ ਕਹਿ ਰਿਹਾ ਸੀ। ਸੱਚੀ-ਮੁੱਚੀ ਮੈਨੂੰ ਲੈਣ ਆਏ ਨੇ? ਲੱਜੋ ਨੇ ਅਬੜਾਵੇ ਆਖਿਆ ਤੇ ਆਖ ਕੇ ਫਿਰ ਆਪ ਹੀ ਕੱਚੀ ਜਿਹੀ ਪੈ ਗਈ। ਉਹਨੂੰ ਜਾਪਿਆ ਕਿ ਉਹਦਾ ਸਵਾਲ ਬੇਫਾਲਤੂ ਸੀ। ਚੱਲੀ ਜਿਹੀ ਤੇ ਹੋਰ ਕੀ ਕਰਨ ਆਏ ਨੇ? ਰਸ਼ੀਦੇ ਨੇ ਕਿਹਾ। ਪੂਰੋ ਨੇ ਅਜੇ ਤੱਕ ਚੁੱਪ ਨਹੀਂ ਸੀ ਤੋੜੀ। ਉਹਨੂੰ ਅੰਦਰੋਂ ਇੱਕ ਭਰਵੀਂ ਖੁਸ਼ੀ ਹੋ ਗਈ ਸੀ ਕਿ ਉਹਦਾ ਯਕੀਨ ਸੱਚ ਸੀ। ਉਹਨੂੰ ਪਤਾ ਸੀ ਰਾਮਚੰਦ ਆਵੇਗਾ। ਉਹਨੂੰ ਪਤਾ ਸੀ ਉਹਦੀ ਕਾਲ ਖਾਏ ਪਵੇਗੀ। ਲਾਜੋ ਤੇ ਐਵੇਂ ਦਿਲ ਛੱਡ ਬਹਿੰਦੀ ਸੀ। ਜਿਨ੍ਹਾਂ ਦਿਨਾਂ ਵਿੱਚ ਰਸ਼ੀਦੇ ਵੀ ਮਨ ਢਾਹ ਲੈਂਦਾ ਸੀ, ਪੂਰੋ ਦੇ ਅੰਦਰੋਂ ਕੋਈ
ਸ਼ਾਇਦ ਹੀ ਦਿੰਦਾ ਸੀ ਤੇ ਰਾਮਚੰਦ ਜ਼ਰੂਰ ਆਵੇਗਾ। ਸੋ ਅੱਜ ਉਹ ਦਿਨ ਆ ਗਿਆ ਸੀ। ਰਾਮਚੰਦ ਸੱਚਮੁੱਚ ਹੀ ਆ ਗਿਆ ਸੀ। ਕੱਲਾ ਏ? ਲਾਜੋ ਨੇ ਪੁੱਛਿਆ। ਰਸ਼ੀਦਾ ਸਮਝ ਗਿਆ ਸੀ ਕਿ ਲਾਜੋ ਦੀ ਪੁੱਛ ਦਾ ਕੀ ਮਤਲਬ ਹੈ। ਹਾਂ, ਅਜੇ ਤੇ ਕੱਲਾ ਆਇਆ ਹੈ, ਪਰ ਤੂੰ ਚਿੰਤਾ ਨਾ ਕਰ ਲਾਜੋ, ਤੇਰੇ ਸਾਰੇ ਘਰ ਦੇ ਤੈਨੂੰ ਜੀ ਸਦੀਕ ਕੇ ਲੈ ਜਾਣਗੇ। ਲਾਜੋ ਨੇ ਜੀ ਕੁਝ ਥਾਵੇਂ ਪਾ ਲਿਆ। ਤੇਰਾ ਨਾਂ ਸੁਣ ਕੇ ਤੇ ਤੇਰੀ ਖ਼ਬਰ ਸੁਣ ਕੇ ਰਾਮਚੰਦ ਦਾ ਰੋਣਾ ਨਹੀਂ ਸੀ ਥੰਮਦਾ। ਉਹਨੂੰ ਵੇਖ ਕੇ ਮੇਰਾ ਜੀ ਭਰ ਆਉਂਦਾ ਸੀ। ਰਸ਼ੀਦੇ ਦੀਆਂ ਫਿਰ ਅੱਖਾਂ ਆਈਆਂ। ਲਾਜੋ ਤੇ ਪੂਰੋ ਦਾ ਰੋਣਾ ਨਿਕਲ ਗਿਆ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਦਿੱਤਾ ਹੈ। ਅੱਜ ਇੱਥੇ ਇਸ ਤਰ੍ਹਾਂ ਤੈਨੂੰ ਦੇ ਦੇਣ ਨਾਲ ਸਾਰੇ ਪਿੰਡ ਵਿੱਚ ਖ਼ਬਰ ਹੋ ਜਾਣੀ ਹੈ। ਪਤਾ ਨਹੀਂ ਰੋਤੋਵਾਲ ਤੱਕ ਵੀ ਗੱਲ ਅੱਪੜ ਜਾਣੀ ਹੈ। ਮੈਂ ਉਹਨਾਂ ਨੂੰ ਕਿਹਾ ਹੈ ਤੁਸੀਂ ਵਾਪਸ ਲਾਹੌਰ ਚਲੋ। ਮੈਂ ਕੁੜੀ ਨੂੰ ਲੈ ਕੇ ਲਾਹੌਰ ਅੱਪੜ ਜਾਣਾ ਵਾਂ। ਉੱਥੇ ਤੁਹਾਡੇ ਹਵਾਲੇ ਕਰ ਦੇਵਾਂਗਾ। ਇਹ ਚੰਗਾ ਕੀਤਾ ਹੈ, ਪੂਰੋ ਨੇ ਜਵਾਬ ਦਿੱਤਾ। ਅਸੀਂ ਉੱਥੇ ਅੱਜ ਤੋਂ 5ਵੇਂ ਦਿਹਾੜੇ ਅੱਪੜਾਂਗੇ। ਉਦੋਂ ਤੱਕ ਉਹ ਪੂਰੋ ਦੇ ਭਰਾ ਨੂੰ ਵੀ ਅੰਮ੍ਰਿਤਸਰੋਂ ਬੁਲਾ ਲੈਣਗੇ। ਮੈਂ ਸੋਚਿਆ ਸੀ ਕਿ ਇੱਕ ਵਾਰ ਪੂਰੋ ਵੀ ਆਪਣੇ ਭਰਾ ਨੂੰ ਮਿਲ ਲਵੇਗੀ। ਰਸ਼ੀਦਾ ਲੱਜੋ ਦੀ ਪਿੱਠ ਉੱਤੇ ਪਿਆਰ ਦੇ ਕੇ ਲੱਜੋ ਨੂੰ ਪਿਆ ਕਹਿੰਦਾ ਸੀ। ਪੂਰੋ ਦਾ ਟਕਿਆ ਹੋਇਆ ਰੋਣਾ ਨਿਕਲ ਗਿਆ। ਲਾਜੋ ਨੇ ਪੂਰੋ ਦੀ ਚੋਲੀ ਵਿੱਚ ਸਿਰ ਰੱਖ ਕੇ ਪੂਰੋ ਨੂੰ ਆਪਣੇ ਨਾਲ ਘੁੱਟ ਲਿਆ। ਦੋਵੇਂ ਜਣੀਆਂ ਇੱਕ ਦੂਸਰੀ ਵਿੱਚ ਪਗੜੀਆਂ ਪਈਆਂ ਸਨ। ਦੋਹਾਂ ਦੇ ਦੁੱਖ ਸਾਂਝੇ ਹੋ ਗਏ ਸਨ। ਦੋਹਾਂ ਦੇ ਅੱਥਰੂ ਇੱਕ ਦੂਸਰੇ ਦੇ ਅੱਥਰੂਆਂ ਵਿੱਚ ਘੁਲ ਗਏ ਸਨ। ਲਾਹੌਰ ਪਹੁੰਚਣ ਦਾ ਰਾਹ ਸਮਾਂ ਟੂੰਡ ਕੇ ਦਿਹਾੜਦਾ ਸੀ। ਅਜੇ ਇੱਥੇ ਤੁਰਨ ਵਿੱਚ ਪੂਰੀਆਂ 3 ਦਿਹਾੜਾਂ ਰਹਿੰਦੀਆਂ ਸਨ। ਅਗਲੇ ਦਿਨ ਪੂਰੋ ਨੇ ਵੇਸਣ ਅਣਵਾਇਆ, ਮੀਂਹ ਦਾ ਜੋੜਿਆ ਹੋਇਆ ਮੱਖਣ ਕੱਢਿਆ। ਗਿਰੀਆਂ ਦੇ ਮੇਵੇ ਪਾ ਕੇ ਸਾਰਾ ਦਿਨ ਪੂਰੋ ਪਿੰਨੀਆਂ ਬਣਾਉਂਦੀ ਰਹੀ, ਜਿਵੇਂ ਧੀਆਂ ਨੂੰ ਸਹੁਰੇ ਤੋਰੀਦਾ ਹੈ। ਪੂਰੋ ਨੇ ਇੱਕ ਸੁੱਚਾ ਤੇਵਰ ਕੱਢਿਆ। ਲਾਜੋ ਨੂੰ ਗਲ ਨਾਲ ਲਾਂਦੀ ਰਹੀ। ਲਾਜੋ ਨੂੰ ਮਿਲ ਕੇ ਰੋਂਦੀ ਰਹੀ। ਉਸ ਤ੍ਰੀਆਂ ਦਿਹਾੜੇ ਦੋਹਾਂ ਬਾਲਾਂ ਨੂੰ ਨਾਲ ਲੈ ਕੇ ਪੂਰੋ ਲਾਜੋ ਤੇ ਰਸ਼ੀਦੇ ਦੇ ਮੂੰਹ ਹਨੇਰੇ ਪਿੰਡ ਨਿਕਲ ਕੇ ਗੱਡੀ ਜਾ ਚੜ੍ਹੇ। ਪਿਛਲੀਆਂ 4 ਦਿਹਾੜੀਆਂ ਤੋਂ ਸਾਰਾ ਦਿਨ ਪੂਰੋ ਨੂੰ ਵਲੇਲਾਂ ਉੱਠਦੀਆਂ ਰਹੀਆਂ ਸਨ। ਸਾਰੀ ਰਾਤ ਪੂਰੋ ਨੂੰ ਦਲੀਲਾਂ ਆਉਂਦੀ ਰਹਿੰਦੀਆਂ ਸਨ। ਪੂਰੋ ਮਨ ਹੀ ਮਨ ਵਿੱਚ ਕੁਝ ਕਰਦੀ ਰਹੀ। ਮੈਂ ਲਾਜੋ ਨੂੰ ਆਖਾਂਗੀ, ਮੇਰੀ ਮਾਂ ਨੂੰ ਜਾ ਕੇ ਇਹ ਦੱਸੀ। ਤੋੜੇ ਇੱਕ ਵਾਰੀ ਤੇ ਮੇਰੀ ਜਿਉਂਦਿਆਂ ਦਾ ਮੂੰਹ ਵੇਖੇ। ਸੋਚਦੀ ਪੂਰੋ ਦਾ ਗੱਚ ਡੁੱਲ ਪੈਂਦਾ। ਸੋਚਦੀ ਪੂਰੋ ਨੂੰ ਕਹਿਣ ਵਾਸਤੇ ਬੜਾ ਕੁਝ ਆਉਂਦਾ। ਸੋਚਦੀ ਪੂਰੋ ਦੇ ਮੂੰਹੋਂ ਮਸਾਂ ਗੱਲ ਵੀ ਨਾ ਨਿਕਲਦੀ। ਲਾਜੋ ਨੂੰ ਆਪਣੇ ਭਰਾ ਦਾ ਤੇ ਆਪਣੇ ਖਾਵਦੇ ਦਾ ਮੂੰਹ ਵੇਖਣਾ ਏਡਾ ਹੀ ਅਸਚਰਜ ਲੱਗਦਾ ਸੀ, ਜਿਵੇਂ ਕੋਈ ਮਰ ਕੇ ਅਗਲੀ ਦੁਨੀਆਂ ਵਿੱਚ ਗੁਆਚੇ ਹੋਏ ਮੂੰਹਾਂ ਨੂੰ ਵੇਖਣ ਦੀ ਆਸ ਕਰੇ। ਭਾਵੇਂ ਲੱਜੋ ਨੂੰ ਆਪਣੇ ਘਰਦਿਆਂ ਤੋਂ ਨਿਕਲਿਆਂ 5-6 ਮਹੀਨੇ ਹੀ ਹੋ ਗਏ ਸਨ। ਲੱਜੋ ਨੂੰ ਸੰਗਵਾਂ ਇੰਜ ਹੀ ਲੱਗਦਾ ਸੀ ਕਿ ਉਹ ਇੱਕ ਵਾਰ ਮਰ ਮੁੱਕ ਕੇ ਫਿਰ ਇਸ ਦੁਨੀਆਂ ਉੱਤੇ ਜੰਮ ਪਈ ਹੈ। ਗੱਡੀ ਦਾ ਸਾਰਾ ਰਾਹ ਦੋਹਾਂ ਦਾ ਮਨ ਹਿਚਕੋਲੇ ਖਾਂਦਾ ਰਿਹਾ। ਇੱਕ ਘੜੀ ਪੁਲਿਸ ਦੇ ਪਹਿਰੇ ਵਿੱਚ ਜਦੋਂ ਉਹ ਮਿਲੇ, ਲੱਜੋ ਦੀਆਂ ਪਲਕਾਂ ਝੁਕੀਆਂ ਨਹੀਂ ਸਨ ਝੁਕਦੀਆਂ। ਪੂਰੋ ਨੇ ਆਪਣੇ ਭਰਾ ਦਾ ਮੂੰਹ ਤੱਕਿਆ। ਮੇਲ ਦੀ ਇਸ ਇੱਕ ਘੜੀ ਦੇ ਉਰਾਲੇ ਬੰਨੇ ਅੰਤਾਂ ਦਾ ਵਿਛੋੜਾ ਰਿਹਾ ਸੀ। ਮੇਲ ਦੀ ਇਸ ਇੱਕ ਘੜੀ ਦੇ ਪਾਰਲੇ ਬੰਨਾ ਕਹਿਰਾਂ ਦਾ ਵਿਛੋੜਾ ਨਜ਼ਰ ਆ ਰਿਹਾ ਸੀ। ਕਿਸੇ ਦੇ ਵੀ ਅੱਥਰੂ ਥੰਮਣ ਯੋਗ ਨਹੀਂ ਸਨ। ਮਰਦ ਮਹਾਉਣਾ ਦਾ ਵੀ ਜੇਰਾ ਟੁੱਟ ਗਿਆ ਸੀ। ਹੋਣੀ ਦੇ ਇਸ ਟੁੱਟੇ ਪਏ ਪਹਾੜ ਅੱਗੇ ਕਿਸੇ ਕੋਲ ਕੁਝ ਪੁੱਛਣ ਦੱਸਣ ਜੋਗਾ ਨਹੀਂ ਸੀ ਰਿਹਾ। ਰੋ ਕੇ ਉਹਨਾਂ ਦੇ ਹੱਥ ਭਿੱਜ ਗਏ। ਰੋ ਕੇ ਉਹਨਾਂ ਦੇ ਲੀੜੇ ਭਿੱਜ ਗਏ। ਹਾੜਾ ਜੇ ਕਦੇ ਭੁੱਲ ਕੇ ਲੱਜੋ ਦਾ ਨਿਰਾਦਰ ਨਾ ਕਰਿਓ। ਪਹਿਲ ਪੂਰੋ ਬੋਲੀ। ਲੱਜੋ ਦੇ
ਖਵਾਦ ਦਾ ਮੂੰਹ ਨੀਵਾਂ ਸੀ, ਲੱਜੋ ਦੇ ਭਰਾ ਦਾ ਮੂੰਹ ਨੀਵਾਂ ਸੀ। ਪੂਰੋ ਸਾਨੂੰ ਸ਼ਰਮਿੰਦਾ ਨਾ ਕਰ, ਆਖਿਰ ਲੱਜੋ ਦੇ ਭਰਾ ਨੇ ਆਖਿਆ। ਲੱਜੋ ਦਾ ਖਾਵੰਦਾ ਨਾ ਕੁਝ ਬੋਲ ਸਕਿਆ, ਨਾ ਖੋਰੇ ਕੁਝ ਸੁਣ ਸਕਿਆ। ਅੱਜ ਉਸਨੇ ਨੀਰੀ ਆਪਣੀ ਗੁਆਚੀ ਹੋਈ ਤ੍ਰੀਮਤ ਨਹੀਂ ਸੀ ਤੱਕੀ, ਅੱਜ ਉਸਨੇ ਆਪਣੀ ਹੋਸ਼ ਤੋਂ ਵੀ ਪਹਿਲੇ ਦੀ ਗੁਆਚੀ ਹੋਈ ਆਪਣੀ ਭੈਣ ਤੱਕੀ ਸੀ। ਵਰ੍ਹਿਆਂ ਦੀ ਵੇਰ ਉਹਦੇ ਅੰਦਰ ਇੱਕ ਅੱਗ ਸੁਲਗਦੀ ਰਹੀ ਸੀ। ਉਸੇ ਅੱਗ ਦੀ ਇੱਕ ਚੰਗੀੜੀ ਉਹਨੇ ਰਸ਼ੀਦੇ ਉਰਾਂ ਦੇ ਖੇਤਰ ਨੂੰ ਲਾਈ ਸੀ, ਜਿਸਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ। ਵਰ੍ਹਿਆਂ ਦੇ ਵੇਰੇ ਉਹ ਉਸ ਸ਼ਹਿਜ਼ਾਦੀ ਦੀ ਕਹਾਣੀ ਨੂੰ ਸੋਚਦਾ ਰਿਹਾ ਸੀ, ਜਿਸਨੂੰ ਇੱਕ ਦੈਂਤ ਚੁਰਾ ਕੇ ਲੈ ਗਿਆ ਸੀ ਤੇ ਫਿਰ ਪੂਰਬ ਦੇਸ਼ ਦਾ ਇੱਕ ਰਾਜਕੁਮਾਰ ਆਪਣੇ ਜਾਦੂ ਵਾਲੇ ਤੀਰਾਂ ਦੇ ਬਲ ਨਾਲ ਛੁਡਾ ਕੇ ਲਿਆਇਆ ਸੀ। ਛੋਟਾ ਹੁੰਦਾ ਉਹ ਕਈ ਵਾਰ ਸਾਧੂਆਂ ਸੰਤਾਂ ਕੋਲ ਜਾਦੂ ਵਾਲੇ ਤੀਰ ਮੰਗਦਾ ਰਿਹਾ ਸੀ। ਵੱਡਾ ਹੋ ਕੇ ਉਹ ਪੂਰੋ ਨੂੰ ਸੋਚ-ਸੋਚ ਕੇ ਕਚੀਚੀਆਂ ਖਾਂਦਾ ਰਿਹਾ ਸੀ। ਅੱਜ ਵਰ੍ਹਿਆਂ ਦੀ ਗੁਆਚੀ ਹੋਈ ਪੂਰੋ ਉਹਦੀਆਂ ਅੱਖਾਂ ਅੱਗੇ ਬੈਠੀ ਹੋਈ ਸੀ। ਐਸੇ ਘੜੀ ਉਹ ਭੁੱਲ ਗਿਆ ਹੋਇਆ ਸੀ ਕਿ ਰਸ਼ੀਦੇ ਨੇ ਉਹਦੀ ਤ੍ਰੀਮਤ ਨੂੰ ਬਚਾਇਆ ਹੈ। ਐਸੇ ਘੜੀ ਉਹਨੂੰ ਸਿਰਫ ਇਹੀ ਯਾਦ ਸੀ ਕਿ ਰਸ਼ੀਦੇ ਨੇ ਉਹਦੀ ਭੈਣ ਨੂੰ ਚੁੱਕ ਖੜਿਆ ਸੀ। ਪੁਲਿਸ ਵਾਲਿਆਂ ਦੀ ਲਾਰੀ ਤਿਆਰ ਹੋ ਗਈ ਸੀ। ਹਿੰਦੁਸਤਾਨੀ ਪੁਲਿਸ ਦੇ ਸਿਪਾਹੀ ਨੇ ਆਵਾਜ਼ ਦਿੱਤੀ, ਆਓ ਇੱਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ, ਲਾਰੀ ਤਿਆਰ ਹੈ। ਰਾਮਚੰਦ ਨੇ ਰਸ਼ੀਦੇ ਦੇ ਗਲ ਨਾਲ ਲੱਗ ਕੇ ਉਹਨੂੰ ਮੁੜ ਕੇ ਆਖਿਆ, ਤੇਰੀ ਮਿਹਰਬਾਨੀ ਭਰਾਵਾ, ਤੇਰਾ ਹਸਾਨ ਨਾ ਭੁੱਲੇਗਾ। ਰਸ਼ੀਦੇ ਦੇ ਮੂੰਹ ਉੱਤੇ ਇੱਕ ਅਹਿਸਾਸ ਚਾੜ੍ਹਨ ਦੀ ਖੁਸ਼ੀ ਵੀ ਸੀ, ਪਰ ਰਸ਼ੀਦੇ ਦੀਆਂ ਨਜ਼ਰਾਂ ਲਾਜੋ ਨੂੰ ਬਚਾ ਕੇ ਵੀ ਸ਼ਰਮਿੰਦੀਆਂ ਸਨ। ਰਸ਼ੀਦੇ ਨੂੰ ਪੂਰੋ ਦਾ ਚੁੱਕ ਖੜਨਾ ਯਾਦ ਆ ਰਿਹਾ ਸੀ, ਫਿਰ ਵੀ ਉਹਨੂੰ ਲੱਗਦਾ ਸੀ ਉਹਦੇ ਸਿਰ ਉੱਤੇ ਚੜ੍ਹਿਆ ਹੋਇਆ ਕਰਜ਼ਾ ਕੁਝ ਨਾ ਕੁਝ ਲੈ ਰਿਹਾ ਹੈ। ਇੱਕ ਆਵਾਜ਼ ਫੇਰ ਆਈ, ਉੱਪਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ। ਪੂਰੋ ਨੇ ਸੁੱਚੇ ਤ੍ਰੇਵਤ ਦੇ ਵੇਸਣ ਦੀਆਂ ਪਿੰਨੀਆਂ ਦੀ ਗੰਢ ਲਾਜੋ ਦੇ ਹੱਥਾਂ ਵਿੱਚ ਫੜਾਈ। ਲਾਜੋ ਨੂੰ ਕੁੱਟ-ਕੁੱਟ ਕੇ ਗਲ ਨਾਲ ਲਾਇਆ ਤੇ ਫਿਰ ਆਪਣੀ ਆਖਰੀ ਮਿਲਣ ਲਈ ਆਪਣੇ ਵੀਰ ਦੇ ਗਲ ਨਾਲ ਲੱਗ ਗਈ। ਪੂਰੋ ਦਾ ਭਰਾ ਸਿਰਫ ਇੰਨਾ ਹੀ ਕਹਿ ਸਕਿਆ ਤੇ ਉਸਨੇ ਪੂਰੋ ਦੀ ਬਾਂਹ ਘੁੱਟ ਕੇ ਫੜ ਲਈ। ਮੇਰੀ ਗੱਲ ਸੁਣ ਇਸ ਵੇਲੇ, ਪੂਰੋ ਦੇ ਭਰਾ ਨੇ ਫਿਰ ਜੇਰਾ ਕਰਕੇ ਆਖਿਆ। ਪੂਰੋ ਨੇ ਆਪਣੇ ਭਰਾ ਦਾ ਕਹਿਣਾ ਸਮਝਿਆ। ਪੂਰੋ ਨੂੰ ਵੀ ਇੱਕ ਵਾਰ ਸੱਧਰ ਆਈ, ਜੇ ਮੈਂ ਇਸ ਵੇਲੇ ਕਹਿ ਦਿਆਂ ਮੈਂ ਇੱਕ ਹਿੰਦੂ ਤ੍ਰੀਮਤ ਹਾਂ, ਮੈਨੂੰ ਜ਼ਰੂਰ ਉਹ ਇਹਨਾਂ ਦੇ ਨਾਲ ਲਾਰੀ ਵਿੱਚ ਬਿਠਾ ਕੇ ਲੈ ਜਾਣਗੇ। ਮੈਂ ਵੀ ਵਾਪਸੀ ਹੋ ਸਕਦੀ ਹਾਂ, ਮੈਂ ਵੀ ਲਾਜੋ ਵਾਕਰ ਮੁਲਕ ਦੀਆਂ ਹਜ਼ਾਰਾਂ ਕੁੜੀਆਂ ਵਾਕਰ। ਪੂਰੋ ਦੇ ਪਿੱਛਾ ਪਰਤਦੇ ਹੋਏ ਗਲੇਡੂ ਫੇਰ ਪਰ ਆਏ। ਉਹਨੇ ਹੌਲੀ ਜਿਹੀ ਆਪਣੇ ਭਰਾ ਕੋਲੋਂ ਆਪਣੀ ਬਾਂਹ ਛੁਡਾ ਲਈ ਤੇ ਪੂਰੋ ਖਲੋਤੇ ਹੋਏ ਰਸ਼ੀਦੇ ਦੇ ਕੋਲ ਜਾ ਕੇ ਆਪਣੇ ਪੁੱਤਰ ਨੂੰ ਆਪਣੇ ਗਲ ਨਾਲ ਲਾ ਲਿਆ। ਲਾਜੋ ਆਪਣੇ ਘਰ ਮੁੜ ਜਾਏਗੀ ਤਾਂ ਸਮਝਣਾ ਪੂਰੋ ਅੱਜ ਇਹਦੇ ਵਿੱਚ ਹੀ ਆ ਗਈ ਹੈ। ਮੇਰੇ ਜੋਗੀ ਹੁਣ ਇੱਥੇ ਹੀ ਥਾਂ ਹੈ। ਪੂਰੋ ਨੇ ਲਾਰੀ ਦੇ ਚੜ੍ਹਨ ਲੱਗੇ ਭਰਾ ਨੂੰ ਹੌਲੀ ਜਿਹੀ ਆਖਿਆ। ਰਾਮਚੰਦ ਨੇ ਝੁਕੇ ਹੋਏ ਸਿਰ ਨਾਲ ਦੋਵਾਂ ਹੱਥਾਂ ਪੂਰੋ ਅੱਗੇ ਜੋੜੇ। ਕੋਈ ਅੰਦਰਲੀ ਪੀੜ ਰਾਮਚੰਦ ਦੇ ਹੋਠਾਂ ਉੱਤੇ ਜੰਮੀ ਹੋਈ ਸੀ। ਰਾਮਚੰਦ ਕੂਹ ਨਾ ਸਕਿਆ। ਭਾਵੇਂ ਕੋਈ ਹਿੰਦੂ ਕੁੜੀ ਹੋਵੇ, ਭਾਵੇਂ ਮੁਸਲਮਾਨ, ਜਿਹੜੀ ਵੀ ਕੁੜੀ ਵਾਪਸ ਟਿਕਾਣੇ ਪਹੁੰਚ ਪਈ ਹੈ, ਸਮਝੋ ਉਹਦੇ ਵਿੱਚ ਪੂਰੋ ਦੀ ਰੂਹ ਟਿਕਾਣੇ ਪਹੁੰਚ ਪਈ ਹੈ। ਪੂਰੋ ਨੇ ਆਪਣੇ ਅੰਦਰ ਹੀ ਅੰਦਰ ਆਖਿਆ ਤੇ ਦੋਹਾਂ ਅੱਖੀਆਂ ਨੂੰ ਧਰਤੀ ਵੱਲ ਨਿਵਾ ਕੇ ਰਾਮਚੰਦ ਨੂੰ ਆਖਰੀ ਪ੍ਰਣਾਮ ਕੀਤਾ। ਲਾਰੀ ਚੱਲ ਪਿਆ ਸੀ। ਖਾਲੀ ਸੜਕ ਉੱਤੇ ਇੱਕ ਧੂੜ ਖਿਲਰ ਗਈ।